ਹਾਂਜੀ ਹਾਂਜੀ ਇਹ ਬੋਲੋ। ਮੋਹ ਮਾਇਆ ਦੇ ਵਿੱਚ ਵੀ ਤਾਂ ਆਪਾਂ ਨੂੰ ਪਰਮਾਤਮਾ ਨੇ ਪਾ ਰੱਖਿਆ ਹੈ, ਉਹੀ ਤਾਂ ਕੱਢੇਗਾ। ਕੱਢਣਾ ਤਾਂ ਉਹਨੇ ਆ, ਪਰ ਉਹਨੇ ਆਪਾਂ ਪਾਇਆ ਉਹੀ ਆਪਾਂ ਕੱਢੇਗਾ ਆਪਾਂ ਨੂੰ। ਨਹੀਂ ਕੱਢੂਗਾ ਤਾਂ ਉਹ, ਪਰ ਜੇ ਆਪਣੇ ਅੰਦਰ ਇੱਛਾ ਹੋਊਗੀ ਨਿਕਲਣ ਦੀ, ਜੇ ਆਪਾਂ ਕਵਾਂਗੇ ਕਿ ਬਈ ਸਾਨੂੰ ਤਾਂ ਇਹ ਚਾਹੀਦਾ ਹੈ, ਸਾਨੂੰ ਤਾਂ ਨਿਕਲਣਾ ਹੀ ਨਹੀਂ ਹੈ, ਮੈਂ ਤਾਂ ਨਿਕਲਣਾ ਹੀ ਨਹੀਂ ਹੈ, ਪਰਮਾਤਮਾ ਕਿਵੇਂ ਕੱਢ ਸਭ ਲੂਗਾ? ਤੋਂ ਵੱਡੀ ਗੱਲ ਹੈ ਜੀ, ਬੈਠਣਾ ਪੈਣਾ, ਸਮਾਂ ਦੇਣਾ ਪੈਣਾ। ਬਸ ਉਹ ਕਹਿੰਦਾ ਮੈਂ ਜਿਵੇਂ ਮੈਂ ਸ਼ਾਂਤ ਆ, ਬਸ ਬੈਠਣਾ ਪੈਣਾ ਜੀ, ਸਮਾਂ ਦੇਣਾ ਪੈਣਾ। ਆਪਾਂ ਜਿਹੜੇ ਹੈਗੇ ਸਾਹਿਬ ਹਾਂਜੀ 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 ਨਿੱਜਰ ਸਾਹਿਬ, ਜਦੋਂ ਮੈਂ ਗੋਰਖੀ ਸਾਹਿਬ ਨਾਲ ਜੁੜਿਆ ਸੀ ਨਾ, ਉਦੋਂ ਹਾਲੇ ਆਪਣੀ ਇਹ ਕਲਾਸਾਂ ਸ਼ੁਰੂ ਨਹੀਂ ਸੀ ਹੋਈਆਂ ਕੀਰਤਨ ਦੀਆਂ, ਕਰਦੇ ਆਪਾਂ ਕਥਾ ਦੀਆਂ। ਹਾਂਜੀ ਹਾਂਜੀ ਉਸ ਤੋਂ ਪਹਿਲਾਂ ਤੋਂ ਮੈਂ ਜੁੜਿਆ ਹੋਇਆ, ਤੇ ਜਾਣੇ ਕਿ ਮੈਨੂੰ ਕੋਈ ਇਹ ਥੋੜੀ ਸੀ ਪਤਾ ਵੀ ਤੁਸੀਂ ਵੀ ਜੁੜੋਗੇ, ਅਸੀਂ ਜੁੜਾਂਗੇ, ਅਸੀਂ ਤੁਹਾਡੇ ਨਾਲ ਗੱਲਾਂ ਕਰਾਂਗੇ, ਤੇ ਤੁਸੀਂ ਸਾਡੇ ਨਾਲ ਸਾਨੂੰ ਕਥਾ ਸੁਣਾਓਗੇ, ਇੰਨਾ ਵਧੀਆ ਪ੍ਰੋਗਰਾਮ ਬਣੇਗਾ। ਸਾਨੂੰ ਨਹੀਂ ਸੀ ਪਤਾ ਹੈਗਾ ਇਹ ਚੀਜ਼ਾਂ ਦਾ। ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਸੀਗਾ, ਇਹ ਕਿਸੇ ਨੂੰ ਵੀ ਨਹੀਂ ਪਤਾ। ਇਹ ਬਣਿਆ ਨਾ, ਇਹ ਕਿੰਨੇ ਬਣਾਇਆ? ਇਹ ਮੇਰੇ ਪ੍ਰਮਾਤਮਾ ਨੇ ਬਣਾਇਆ, ਬਾਬੇ ਨਾਨਕ ਨੇ ਬਣਾਇਆ ਇਹ। ਬਿਲਕੁਲ ਉਪਰਾਲਾ ਤਾਂ ਕੀਤਾ ਨਾ ਵੀਰ ਜੀ, ਉਪਰਾਲਾ ਕੀਤਾ ਨਾ, ਉਪਰਾਲਾ ਹਾਂ ਉਪਰਾਲਾ ਕਰਨਾ ਪੈਣਾ। ਅਸੀਂ ਕੋਈ ਉਪਰਾਲਾ ਨਹੀਂ ਕੀਤਾ, ਅਸੀਂ ਕੁਛ ਨਹੀਂ ਕੀਤਾ, ਉਹਨੇ ਕੀਤਾ। ਓਕੇ ਜੀ, ਓਕੇ ਜੀ। ਅਸੀਂ ਨਹੀਂ ਕੁਛ ਵੀ ਕੀਤਾ, ਅਸੀਂ ਨਾ ਕੋਈ ਉਪਰਾਲਾ ਕੀਤਾ, ਨਾ ਮੈਂ ਇਹਨਾਂ ਨੂੰ ਕੋਈ WhatsApp ਤੇ ਉਹ ਪਾਇਆ, ਨਾ ਕੁਛ ਪਾਇਆ। ਪਤਾ ਨਹੀਂ ਕਿਵੇਂ ਅਸੀਂ ਜੁੜ ਗਏ ਸਾਰੇ, ਕਿਵੇਂ ਇੰਨੀ ਸੰਗਤ ਅਸੀਂ ਇਕੱਠੇ ਹੋ ਗਏ, ਕਿਵੇਂ ਪਾ ਕੇ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇਲੋ ਰਾਮ। ਇਹ ਸਾਰੇ ਪਿਛਲੇ ਜਨਮਾਂ ਦੇ ਸੰਬੰਧ ਹੈ ਸਾਡੇ। ਉਹ ਪੁਰਾਣਾ ਕਿਸੇ ਦਾ ਸੰਸਕਾਰ ਕਦੋਂ ਕਿਹੜੇ ਜਨਮ ਦਾ ਜਾਗਿਆ, ਕਿਸੇ ਜਗ੍ਹਾ ਤੇ ਅਸੀਂ ਇਕੱਠੇ ਸੀ ਸਾਰੇ, ਤੇ ਸੰਬੰਧ ਬਣੇ। ਉਹੀ ਤਾਂ ਮੈਂ ਕਹਿ ਰਿਹਾ ਨਾ, 3 ਸਾਲ ਹੋ ਗਏ ਵੀਰ ਜੀ, 3 ਸਾਲ ਇਹ ਗਰੁੱਪ ਬਣੇ ਨੂੰ। ਹਾਂ, ਜਦੋਂ ਗਰੁੱਪ ਬਣਿਆ, ਮੈਂ ਨਾ ਉਸ ਤੋਂ ਜਾਣੀ ਕਿ ਪਹਿਲੋਂ ਤੋਂ ਗੋਰਖੀ ਸਾਹਿਬ ਦੇ ਨਾਲ ਅਟੈਚਮੈਂਟ ਚ ਹਾਂ। ਉਦੋਂ ਪਹਿਲਾਂ ਸਾਲ ਪਹਿਲਾਂ ਤਾਂ ਵੀਰ ਜੀ ਨਾਲ, ਕਿਉਂਕਿ ਗਰੁੱਪ ਤੋਂ ਪਹਿਲਾਂ ਸਾਲ ਕੁ ਪਹਿਲਾਂ ਜਦੋਂ ਵੀਰ ਜੀ ਨੇ ਪਾਏ ਹੀ ਸੀ ਆਪਣਾ ਪਹਿਲੀ ਥੋੜੇ ਜਿਹੀ ਲਾਈਨਾਂ ਦੀ ਆਪਣੀ ਆਤਮ ਗਿਆਨ ਦੀ ਪਾਈ ਸੀ ਉਦੋਂ। ਹਾਂ, ਉਹ ਪਹਿਲਾਂ ਫੇਸਬੁੱਕ ਤੇ ਕੱਲਾ ਫੇਸਬੁੱਕ ਤੇ ਬਸ ਉੱਥੋਂ ਹੀ ਚੱਕ ਕੇ ਥੋੜੀ 2 ਸਾਲ ਬਾਅਦ ਬਣਿਆ ਫਿਰ ਇਹ। ਹਾਂ, ਇਹ ਬਾਅਦ ਚ ਬਣਿਆ। ਹਾਂ, ਉਸ ਫੇਸਬੁੱਕ ਤੋਂ ਹੀ ਅਸੀਂ ਇਕੱਠੇ ਹੋਏ ਸਾਰੇ, ਤੇ ਉਥੋਂ ਇਕੱਠੇ ਹੁੰਦੇ ਮੈਂ ਇਹ ਕਹਿੰਦਾ ਵਾ ਵੀ ਆਪਾਂ ਭਾਵੇਂ ਜੋ ਮਰਜ਼ੀ ਕਰ ਲਈਏ, ਪਰਮਾਤਮਾ ਨੇ ਜੋ ਸਾਡੇ ਨਾਲ ਕਰਨਾ ਨਾ, ਸਾਡੇ ਨਾਲ ਉਹੀ ਹੋਣਾ। ਇੱਕ ਗਰੁੱਪ ਪਹਿਲਾਂ ਵੀ ਬਣਿਆ ਸੀਗਾ, ਇੱਕ ਗਰੁੱਪ ਪਹਿਲਾਂ ਬਣਿਆ ਸੀਗਾ, ਉਹ ਫਿਰ ਡਿਲੀਟ ਕਰਨਾ ਪਿਆ। ਉਹਦੇ ਚ ਸੰਗਤ ਨੂੰ ਨਹੀਂ ਸਮਝ ਲੱਗੀ ਕੁਛ। ਚਲੋ ਆਪਾਂ ਜਿਹੜੇ ਨਾ ਕਰਨਾ ਪਿਆ, ਆਪਾਂ ਜਿਹੜੇ ਹੁਣ ਨਾ ਦੂਸਰੇ ਪਾਸੇ ਨੂੰ ਤੁਰ ਪਏ। ਨਹੀਂ ਦੂਜੇ ਪਾਸੇ ਨਹੀਂ ਤੁਰ ਪਏ। ਮੈਂ ਤਾਂ ਦੱਸ ਰਿਹਾ, ਮੈਂ ਜੋ ਕਰਦਾ ਨਾ ਪਰਮਾਤਮਾ ਆਪ ਹੀ ਕਰਦਾ ਹੈ, ਆਪ ਕਰਦਾ ਹੈ। ਸਾਡੇ ਹੱਥ ਵਾਸਤੇ ਕੁਛ ਨਹੀਂ ਹੈਗਾ, ਬਿਲਕੁਲ ਨਹੀਂ ਹੈਗਾ, ਮੰਨ ਲਓ ਮੇਰੀ ਗੱਲ। ਹੁਣ ਇੱਕ ਗੱਲ ਸੁਣ ਲਓ ਬਸ। ਫਲ ਸਾਡੇ ਹੱਥ ਵਿੱਚ ਨਹੀਂ, ਹਿੰਮਤ ਅਸੀਂ ਕਰਨੀ ਆ। ਬਿਲਕੁਲ। ਹੁਣ ਜਿਹੜਾ ਦੇਖੋ ਕਹਿੰਦੇ ਨੇ ਨਾ ਵੀ ਗੁਰੂ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਨਹੀਂ, ਅਗਰ ਜੇ ਉਹਦੇ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ, ਅਸੀਂ ਉਂਗਲੀ ਵੀ ਨਹੀਂ ਹਿਲਾ ਸਕਦੇ। ਅਸੀਂ ਉਂਗਲੀ ਵੀ ਹਿਲਾਵਾਂਗੇ ਤਾਂ ਉਹਦੇ ਹੁਕਮ ਦੇ ਅੰਦਰ ਲਾਵਾਂਗੇ। ਇੱਕ ਮਿੰਟ ਵੀਰ ਜੀ, ਇੱਕ ਮਿੰਟ ਆਪਾਂ ਬਾਣੀ ਤੇ ਆਈਏ। ਉਹ ਬਾਣੀ ਕੀ ਕਹਿੰਦੀ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਪਹਿਲਾਂ ਇੱਕ ਪੈਂਡਾ ਆਪ ਚੱਲਣਾ ਪੈਣਾ ਹੈ ਸਾਨੂੰ ਇੱਛਾ ਕਰਕੇ, ਤਾਂ ਉਹ ਗੁਰੂ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੈ। ਸੁਣੋ ਗੱਲ, ਧਿਆਨ ਨਾਲ ਸੁਣੋ। ਜਦੋਂ ਧਿਆਨ ਤੁਸੀਂ ਉਸ ਪਾਸੇ ਨੂੰ ਆਪਾਂ ਚੱਲਾਂਗੇ ਨਾ, ਫਿਰ ਪਤਾ ਲੱਗਦਾ ਹਾਂ ਇਹ ਹੈ ਕਿ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇਲੋ ਰਾਮ। ਪਰ ਇੱਕ ਕਦਮ ਕਿਤੇ ਨਾ ਕਿਤੇ ਜੇ ਉਹ ਪਿੱਛੇ ਅਸੀਂ ਚੱਲਿਆ ਹੋਇਆ, ਤਾਂ ਇੱਥੇ ਸਪੋਰਟ ਮਿਲਦੀ ਹੈ ਉਹਦੀ, ਉਸ এনवायरमेंट ਦੇ ਵਿੱਚ। ਉਹਨੇ ਮਿਲਾਉਣਾ ਹੈ ਗੁਰਮੁਖਾਂ ਨੂੰ, ਬ੍ਰਹਮ ਗਿਆਨੀਆਂ ਨੂੰ ਮਿਲਾਉਣਾ ਹੈ ਉਹਨੇ ਤੁਹਾਨੂੰ। ਇਹ ਬ੍ਰਹਮ ਦਾ ਕੰਮ ਹੈ, ਕਿਉਂਕਿ ਜਦੋਂ ਤੁਸੀਂ ਇੱਛਾ ਕਰੋਗੇ ਨਾ, ਇਹ ਬ੍ਰਹਮ ਦੀ ਵੀ ਇੱਛਾ ਹੁੰਦੀ ਹੈ ਕਿ ਵੀ ਇਹਨੂੰ ਕੱਢੀਏ ਕਿਸੇ ਤਰੀਕੇ ਨਾਲ। ਇਹ ਹੁਣ ਚੱਲਣ ਦੀ ਇੱਛਾ ਕਰ ਲਈ ਹੈ। ਉਦਾਂ ਦੇ ਇਨਸਾਨ ਆਪਾਂ ਨੂੰ ਮਿਲਣ ਲੱਗ ਜਾਣੇ, ਜੋ ਇੱਛਾ ਆਪਣੀ ਹੋਊਗੀ ਉਦਾਂ ਦੇ ਮਿਲਣ ਲੱਗ ਜਾਣੇ ਨੇ ਆਪਾਂ ਨੂੰ ਲੋਕ। ਮੈਨੂੰ ਤਾਂ ਸਰਜਲ ਤੇ ਜਾਣਾ ਜੀ, ਤੁਰਨਾ ਤਾਂ ਆਪ ਪਊਗਾ, ਗੁਰੂ ਦਾ ਰਸਤਾ ਦੱਸੂਗਾ ਜੀ ਆਪਾਂ ਨੂੰ। ਸਰ ਜੀ ਮੈਂ ਯਾਰ ਰਸਤੇ ਆਏ ਜਾਣਾ, ਮੈਂ ਬਿਲਕੁਲ ਅਨਪੜ੍ਹ ਮੈਨੂੰ WhatsApp ਨਹੀਂ ਸੀ ਚਲਾਉਣਾ ਆਉਂਦਾ, ਮੈਨੂੰ Facebook ਨਹੀਂ ਸੀ ਚਲਾਉਣਾ। ਚਲੋ ਜੀ, ਮੇਰਾ ਖਿਆਲ ਹੈ ਸਟਾਪ ਕਰੋ ਜੀ, ਪਾਣੀ ਤੋਂ ਚੱਲੇ ਜੀ ਆਪਾਂ। ਠੀਕ ਹੈ ਜੀ, ਕਥਾ ਤੇ ਆ ਜਾਓ। ਸੌਰੀ ਅਗਰ ਜੇ ਤੁਹਾਨੂੰ ਮੇਰੀ ਕੋਈ ਗੱਲ ਗਲਤ ਲੱਗੀ ਹੋਵੇ, ਵੈਰੀ ਸੌਰੀ, ਮਾਫ ਕਰ ਦਿਓ। ਸਾਰੀ ਸੰਗਤ ਬਖਸ਼ਣਹਾਰ, ਬਖਸ਼ ਦਿਓ ਜੀ ਮੈਨੂੰ। ਨਹੀਂ, ਇੱਕ ਮਿੰਟ ਜੀ, ਗੁੱਸਾ ਨਾ ਖਾਓ। ਦੇਖੋ ਇਸ ਤਰ੍ਹਾਂ ਹੈਗਾ ਕਿ ਨਹੀਂ ਜੀ ਸਾਹਿਬ, ਗੁੱਸਾ ਨਹੀਂ ਕੀਤਾ ਮੈਂ। ਨਹੀਂ ਪਲੀਜ਼, ਗੁੱਸਾ ਨਹੀਂ ਕਰ ਸਕਦਾ। ਇਹ ਸਾਰੇ ਮੇਰੇ ਭੈਣ ਭਰਾ ਨੇ,
ਨਹੀਂ ਮੈਂ ਨਹੀਂ ਇਹਨਾਂ ਨਾਲ ਗੁੱਸਾ ਕਰਕੇ ਭੈਣ ਭਰਾਵਾਂ ਨਾਲ ਗੁੱਸਾ ਕਰਾਂਗਾ ਨਾ, ਹੁਣ ਜ਼ਿੰਦਗੀ 'ਚ ਨਹੀਂ ਹੋ ਸਕਦਾ। ਇੱਕ ਵਾਰੀ ਨਾ ਦੇਖੋ ਜੇ ਇੱਕ ਰੂਲ ਯਾਦ ਰੱਖੋ ਬਈ ਆਪਾਂ ਜੇ ਕੋਈ ਇੱਕ ਬੋਲਦਾ ਹੈ ਨਾ ਤੇ ਦੂਸਰਾ ਜਿਹੜਾ ਉਹਨੂੰ ਟਾਈਮ ਦਿਓ ਪਲੀਜ਼ ਬੋਲਣ ਦੇ ਵਾਸਤੇ। ਸਾਰੇ ਨਾ ਬੋਲੋ, ਇੱਕ ਇੱਕ ਕਰਕੇ ਬੋਲੋ। ਦੇਖੋ ਇਹਦੇ ਨਾਲ ਫਾਇਦਾ ਨਹੀਂ ਹੋਏਗਾ। ਇੱਕ ਇੱਕ ਬੋਲੋ। ਹਾਂ ਹਾਂ, ਇੱਕ ਬੋਲੇ ਪੂਰਾ ਬੋਲਣ ਉਹਨੂੰ ਉਹਦੀ। ਹਾਂ ਪਲੀਜ਼ ਹੱਥ ਖੜਾ ਕਰਕੇ ਦੇਖ ਲਓ ਚਾਪ ਦਿੰਦੇ ਆ ਨਿੱਜਰ ਸਾਹਿਬ ਬੋਲਣ ਦਾ। ਪਲੀਜ਼ ਹੱਥ ਖੜਾ ਕਰਕੇ। ਸੌਰੀ ਨਿੱਜਰ ਸਾਹਿਬ, ਕਿਸੇ ਮੇਰੇ ਭੈਣ ਭਰਾ ਨੂੰ ਮੇਰੀ ਨਹੀਂ, ਉਹ ਗੱਲ ਨਹੀਂ। ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੀ। ਨਹੀਂ ਪਲੀਜ਼ ਨਹੀਂ। ਬਾਕੀ ਮੈਂ ਤਾਂ ਪਰਮਾਤਮਾ ਦੀ ਗੋਲੀਆਂ ਰੱਖੀਆਂ ਹੋਈਆਂ। ਮੈਂ ਤਾਂ ਅਨਪੜ੍ਹ ਜਿਹਾ ਬੰਦਾ ਵਾਂ ਜੀ। ਸਹੀ ਗੱਲ ਹੈ, ਤੁਹਾਨੂੰ ਮੈਨੂੰ ਬੋਲਣਾ ਬਾਲਣਾ ਕੁਛ ਨਹੀਂ ਆਉਂਦਾ। ਉਹ ਪਰਮਾਤਮਾ ਜੋ ਮੂੰਹ ਚ ਲਫ਼ਜ਼ ਕਢਾ ਦਿੰਦਾ ਮੈਂ ਕੱਢ ਦਿੰਦਾ ਵਾਂ। ਨਹੀਂ ਇੱਕ ਵਾਰ ਨਹੀਂ ਪਲੀਜ਼। ਬੋਲੀ ਤੇ ਸਾਰਾ ਜਾਣੇ ਹੀ ਹੂੰ। ਨਹੀਂ ਸੁਣੋ ਪਲੀਜ਼। ਅਸਲ ਲਾਈਨ ਤੇ ਆਇਆ ਕਰੋ। ਓਕੇ ਜੀ, ਓਕੇ। ਦੇਖੋ ਇੱਕ ਗੱਲ ਸੁਣੋ, ਕਥਾ ਸ਼ੁਰੂ ਕਰੋ। ਜਿਹੜੀ ਗੱਲ ਤੁਹਾਡੇ ਕਰਨ ਵਾਲੀ ਤੁਸੀਂ ਆਪਣੀ ਡਿਸਕਸ਼ਨ ਕਰਨੀ ਤੇ ਪਾਰਟੀ ਪੂਰਟੀ ਚ ਰੱਖ ਜਾਓ। ਇੱਥੇ ਤੇ ਸਿੱਧਾ ਹੀ ਕੰਮ ਭਗਤ ਹਾਂ ਦੇਖੋ ਹੁਣ ਇਸ ਤਰ੍ਹਾਂ ਹੈਗਾ ਭਾਈ ਕਿ ਮਾਲਕ ਪਰਮਾਤਮਾ ਜਿਹੜਾ ਹੈਗਾ, ਜੇ ਪਰਮਾਤਮਾ ਨੇ ਹੀ ਸਾਰਾ ਕੁਝ ਹਿਲਾਉਣਾ ਹੈਗਾ, ਸਾਰਾ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਹੋਣਾ ਹੈਗਾ, ਤੇ ਭਾਈ ਫਿਰ ਜਿਹੜਾ ਲੇਖਾ ਜਿਹੜਾ ਹੈਗਾ ਉਹ ਪਰਮਾਤਮਾ ਦੇ। ਅਸੀਂ ਤਾਂ ਲੇਖਾ ਦੇਣਾ ਨਹੀਂ ਹੈਗਾ। ਬਸ ਪਹਿਲੀ ਗੱਲ ਇਹ ਹੈਗੀ ਆ। ਮਾਲਕ ਪਰਮਾਤਮਾ ਨੇ ਦੁਨੀਆ ਬਣਾਈ ਆ, ਖੇਡ ਬਣਾਈ ਆ, ਆਪਾਂ ਨੂੰ ਦੁਨੀਆ ਦੇ ਵਿੱਚ ਭੇਜਿਆ ਆ। ਜਦ ਉਹਨੇ ਆਪਾਂ ਤੋਂ ਲੇਖਾ ਲੈਣਾ ਹੈ, ਜਦ ਉਹਨੇ ਜੂਨਾਂ ਦੇ ਵਿੱਚ ਭੇਜਣਾ ਹੈਗਾ, ਤੇ ਭਾਈ ਉਹਦੇ ਵਾਸਤੇ ਮਾਲਕ ਕਹਿੰਦਾ ਹੈ ਕਿ ਤੇਰੀ ਚੁਆਇਸ ਦੇ ਉੱਤੇ ਕੰਮ ਕਰਨਾ ਹੈ। ਮੈਂ ਕੰਮ ਕਰਨਾ ਹੈ, ਹਾਂ ਸਾਰਾ ਕੁਝ ਮੇਰੇ ਹਿਸਾਬ ਦੇ ਨਾਲ ਮੈਂ ਹੀ ਕਰਨਾ ਹੈਗਾ, ਪਰ ਤੂੰ ਜਿਹੜਾ ਹੈਗਾ ਮੈਨੂੰ ਆਰਡਰ ਦੇਣਾ ਹੈ। ਤੇਰੇ ਆਰਡਰ ਦੇ ਨਾਲ ਕੰਮ ਹੋਣਾ ਹੈ। ਤੂੰ ਕੀ ਚਾਹੁੰਦਾ ਆ? ਤੂੰ ਕਿਹੜੇ ਵੀਰ ਜੀ ਦੇਖੋ ਉਹਨੇ ਦੁਨੇ ਰਾਹ ਦੱਸੇ ਆ। ਇੱਕ ਹੋਰ ਚੀਜ਼ ਸੁਣੋ, ਇੱਕ ਹੋਰ ਦੁਨੇ ਰਾਹਾਂ ਤੋਂ ਇੱਕ ਰਾਹ ਅਸੀਂ ਸਿਲੈਕਟ ਕਰਨਾ ਹੈਗਾ। ਬਿਲਕੁਲ ਇਹ ਜਿਹੜਾ ਹੈਗਾ ਉਹ ਕਹਿ ਰਹੇ ਨਾ ਬਈ ਇੱਕ ਪੈਂਡਾ ਜਾਏ ਚੱਲ। ਇਹ ਜਿਹੜਾ ਹੈਗਾ ਗੁਰਬਾਣੀ ਜਿਹੜੀ ਹੈਗੀ, ਇਹ ਭਾਈ ਗੁਰਦਾਸ ਜੀ ਦੀ ਬਾਣੀ ਹੈਗੀ ਆ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈਗੀ ਆ ਉਹਦੇ ਵਿੱਚ ਸਿਰਫ ਮਹਾਰਾਜ ਕਹਿੰਦੇ ਆ ਤੇਰੀ ਚੁਆਇਸ ਚਾਹੀਦੀ ਆ। ਤੇਰੀ ਚੁਆਇਸ, ਤੂੰ ਕੀ ਚਾਹੁੰਦਾ ਹੈ, ਤੇਰੀ ਚੁਆਇਸ ਚਾਹੀਦੀ ਆ। ਨਹੀਂ ਵੀਰ ਜੀ ਉਹ ਦੇਖੋ ਯਤਨ ਕਰੋ ਹੋਏ ਮਿਹਰਬਾਨਾ। ਹਾਂ ਯਤਨ ਤਾਂ ਕਰਨਾ ਹੀ ਕਰਨਾ ਗਾ। ਨਹੀਂ ਯਤਨ ਵਾਲੀ ਗੱਲ ਨਹੀਂ। ਆਪਾਂ ਨੇ ਜਿਹੜੀ ਹੈਗੀ ਆ ਕੀ ਚਾਹੁੰਦੇ ਆ, ਆਪਾਂ ਕੀ ਚਾਹੁੰਦੇ ਆ, ਪਹਿਲਾਂ ਤਾਂ ਕਿਹੜੇ ਰਸਤੇ ਤੁਰਨਾ ਚਾਹੁੰਦੇ ਆ ਆਪਾਂ। ਉਹ ਆਪਾਂ ਜਿਹੜੇ ਹੈਗੇ ਆ ਮਾਲਕ ਪਰਮਾਤਮਾ ਨੂੰ ਜਸਟੀਫਾਈ ਕਰਾਂਗੇ ਤਾਂ ਉਹਨੇ ਗਾਹਾਂ ਜਿਹੜਾ ਹੈਗਾ ਆਪਾਂ ਨੂੰ ਰਸਤਾ ਦਿਖਾਉਣਾ ਹੈ। ਉਹਨੇ ਗੁਰੂ ਮਿਲਾਉਣੇ ਆ, ਬ੍ਰਹਮ ਗਿਆਨੀ ਮਿਲਾਉਣੇ ਆ, ਸੰਗਤ ਮਿਲਾਉਣੀ ਆ। ਇਹ ਸਾਰੀ ਬਾਤ ਦੀ ਗੱਲ ਆ। ਪਹਿਲਾਂ ਤਾਂ ਆਪਾਂ ਨੇ ਉਹਨੂੰ ਉਹਦੇ ਕੋਲ ਡਿਮਾਂਡ ਆਪਣੀ ਜਾਣੀ ਚਾਹੀਦੀ ਆ, ਆਪਾਂ ਕੀ ਚਾਹੁੰਦੇ ਹੈਗੇ ਆ। ਜਦ ਤੱਕ ਆਪਾਂ ਮਾਇਆ ਚਾਹੁੰਦੇ, ਕਿਉਂਕਿ ਆਪਾਂ ਹੈਗੇ ਉਹਦਾ ਅੰਸ਼, ਮਾਲਕ ਪਰਮਾਤਮਾ ਦਾ ਅੰਸ਼ ਹੈਗੇ ਆ ਆਪਾਂ। ਨਾ ਆਪਾਂ ਮਰਨਾ ਹੈ, ਨਾ ਮਾਲਕ ਨੇ ਮਰਨਾ ਹੈ। ਦੁਨੀਆ ਇਸ ਤਰ੍ਹਾਂ ਹੀ ਜਿਹੜੀ ਹੈਗੀ ਇਹ ਸਰੀਰ ਮਿਲਦੇ ਰਹਿਣੇ ਆ, ਇਹ ਜਾਂਦੇ ਰਹਿਣੇ ਆ। ਇਸੇ ਤਰੀਕੇ ਨਾਲ ਇਹ ਗੇਮ ਜਿਹੜੀ ਹੈ ਚੱਲਦੀ ਰਹਿਣੀ ਆ। ਤੇ ਪਰ ਇਹਦੇ ਚੋਂ ਨਿਬੇੜਾ ਤਾਂ ਹੋਣਾ ਆ ਜੇ ਆਪਾਂ ਜਿਹੜੇ ਹੈਗੇ ਨਿਕਲਣ ਵਾਲੀ ਗੱਲ ਕਰਾਂਗੇ। ਜੇ ਮਾਲਕ ਨੇ ਹੁਣ ਜਿਹੜਾ ਹੈਗਾ ਇਹ ਪਰ ਪੁਰਸ਼ ਪਰ ਇਸਤਰੀ ਜਿਹੜੀ ਮਾਇਆ ਬਣਾਈ ਹੋਈ ਆ, ਜੇ ਆਪਾਂ ਮਾਲਕ ਕਹਿੰਦਾ ਜੇ ਤੂੰ ਇਹਦੇ ਨਾਲ ਖੇਡਣਾ ਚਾਹੁੰਦਾ ਤੇ ਪਿਆਰਿਆ ਤੈਨੂੰ ਇਹਦੇ ਵੱਲ ਪ੍ਰੋਗਰੈਸ ਆ। ਤੇ ਜੇ ਤੂੰ ਚਾਹੁੰਦਾ ਹੈ ਕਿ ਨਿਕਲਣਾ ਚਾਹੁੰਦਾ ਹੈ, ਜੇ ਤੂੰ ਮੇਰੇ ਕੋਲ ਜੇ ਅਸਲੀਅਤ ਬੁੱਝਣਾ ਚਾਹੁੰਦਾ ਹੈ, ਜੇ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਹੈ ਤੂੰ ਹੈ ਕੌਣ, ਤੇ ਮੈਂ ਜਿਹੜਾ ਹੈਗਾ ਉਸ ਪਾਸੇ ਦਾ ਗਿਆਨ ਦੇ ਦੂੰਗਾ। ਬਸ ਇੰਨੀ ਕੀ ਗੱਲ ਹੈਗੀ ਆ। ਹੁਣ ਆਪਾਂ ਅੱਜ ਜਿਹੜਾ ਹੈਗਾ ਵਿਚਾਰ ਜਿਹੜੀ ਹੈਗੀ ਆ ਉਸ 'ਤੇ ਆਈਏ। 143 ਅੰਗ ਦੇ ਉੱਤੇ ਆਪਾਂ ਗਿਆਨ ਸ਼ੁਰੂ ਕਰ ਰਹੇ ਹਾਂ। ਮਾਝ ਰਾਗ ਦੇ ਵਿੱਚ ਇਹ ਵਾਰ ਹੈਗੀ ਆ। ਇਹਦੇ ਵਿੱਚ ਪੌੜੀਆਂ ਹੁੰਦੀਆਂ ਹੈ। ਪੌੜੀਆਂ ਜਿਹਦੀ ਵਾਰ ਹੁੰਦੀ ਹੈ, ਜਿਸ ਪਾਤਸ਼ਾਹੀ ਦੀ ਪਹਿਲੀ ਪਾਤਸ਼ਾਹੀ ਦੀ ਵਾਰ ਹੈ ਗੁਰੂ ਨਾਨਕ ਸਾਹਿਬ ਦੀ, ਉਹਨਾਂ ਦੀਆਂ ਪੌੜੀਆਂ ਹੈਗੀਆਂ। ਤੇ ਸ਼ਲੋਕ ਜਿਹੜੇ ਹੈਗੇ ਉਹ ਮਹਾਰਾਜ ਨੇ ਆਪਣੇ ਪੰਜਵੀਂ ਪਾਤਸ਼ਾਹੀ ਨੇ ਜਿਨ੍ਹਾਂ ਨੇ ਐਡੀਟਿੰਗ ਕੀਤੀ ਆ, ਉਹ ਸ਼ਲੋਕ ਜਿਹੜੇ ਹੈਗੇ ਉਹ ਇਸ ਪੌੜੀ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਉਹ ਸ਼ਲੋਕ ਜਿਹੜੇ ਮਹਾਰਾਜ ਨੇ ਲਗਾਏ ਆ। ਤੇ ਉਹਨਾਂ ਦੇ ਵੀ ਹੋ ਸਕਦੇ ਜਿਨ੍ਹਾਂ ਦੀ ਵਾਰ ਹੈਗੀ ਆ, ਜਾਂ ਹੋਰ ਦੂਸਰੇ ਪਾਤਸ਼ਾਹੀ ਦੇ, ਜਾਂ ਕਿਸੇ ਭਗਤ ਦੇ ਵੀ ਹੋ ਸਕਦੇ। ਹੁਣ ਆਪਾਂ ਜਿਹੜੇ ਹੈਗੇ ਆ ਇਹ 14ਵੀਂ ਪੌੜੀ ਨਹੀਂ 13ਵੀਂ ਪੌੜੀ ਲੈਣੀ ਆਪਾਂ ਨੇ। 12 ਹੋ ਗਈਆਂ ਸੀਗੀਆਂ। ਅੰਗ 143 143
ਸ਼ਲੋਕ ਮਹੱਲਾ ਪਹਿਲਾ। ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ਹਮ ਜ਼ੇਰ ਜ਼ਮੀ, ਜ਼ੇਰ ਦਾ ਮਤਲਬ ਥੱਲੇ, ਹਮ ਮਤਲਬ ਸਾਰੇ, ਸਾਰੇ ਦੇ ਸਾਰੇ ਜਿਹੜੇ ਵੀ ਹੈਗੇ ਆ ਇਹ ਪੀਰ ਹੋਣ, ਚਾਹੇ ਜਿਹੜੇ ਹੈਗੇ ਸ਼ੇਖ ਮਸਾਇਕ ਹੋਣ, ਸ਼ੇਖ ਹੋਣ, ਚਾਹੇ ਜਿਹੜੇ ਹੈਗੇ ਰਾਏ ਹੋਣ, ਜਿਹੜੇ ਵੀ ਦੁਨੀਆ 'ਚ ਭਾਵੇਂ ਭਗਤੀ ਕਰਨ ਵਾਲੇ ਹੋਣ, ਭਾਵੇਂ ਜਿਹੜੇ ਹੈਗੇ ਆ ਭਗਤੀ ਨਹੀਂ ਕਰਨ ਵਾਲੇ, ਮਾਇਆ ਵੱਲ ਨੂੰ ਗਤੀ ਕਰਨ ਵਾਲੇ ਹੋਣ, ਸਾਰਿਆਂ ਨੇ ਜਿਹੜਾ ਹੈਗਾ ਜ਼ਮੀਨ ਦੇ ਥੱਲੇ ਇਹ ਸਰੀਰ ਜਿਹੜਾ ਮਿਲਿਆ ਹੋਇਆ ਆ ਇਹਨੇ ਖਤਮ ਹੋਣਾ ਹੈ ਹਰੇਕ ਦਾ। ਜ਼ੇਰ ਮਤਲਬ ਥੱਲੇ, ਜ਼ਿਮੀ ਮਤਲਬ ਜ਼ਮੀਨ, ਸਾਰਿਆਂ ਨੇ ਕਬਰ ਦੇ ਵਿੱਚ ਜਾਣਾ ਹੈ। ਅਰਥਾਤ ਸਰੀਰ ਜਿਹੜਾ ਹੈਗਾ ਇਹ ਪਰਮਾਨੈਂਟ ਨਹੀਂ ਹੈਗਾ। ਇੱਥੇ ਦੁਨੀਆ ਦੇ ਵਿੱਚ ਜੋ ਵੀ ਦਿਸ ਰਿਹਾ ਆ ਕੋਈ ਚੀਜ਼ ਪਰਮਾਨੈਂਟ ਨਹੀਂ ਹੈਗੀ। ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ਮੇ ਰਵਦ ਬਾਦਸ਼ਾਹ, ਕਹਿੰਦੇ ਭਾਵੇਂ ਬਾਦਸ਼ਾਹ ਹੋਏ ਉਹਨੇ ਵੀ ਇੱਥੋਂ ਤੁਰ ਪੈਣਾ ਹੈ, ਉਹਨੇ ਵੀ ਰਵਾਨਾ ਹੋ ਜਾਣਾ ਹੈ। ਮੇ ਰਵਦ ਬਾਦਸ਼ਾਹ ਅਫਜ਼ੂ ਖੁਦਾਇਆ। ਰਹਿਣ ਵਾਲਾ ਕੌਣ ਆ? ਪਰਮਾਤਮਾ। ਪਰਮਾਤਮਾ ਇੱਥੇ ਰਹਿਣ, ਪਰਮਾਤਮਾ ਪਰਮਾਨੈਂਟ ਹੈਗਾ। ਮਾਲਕ ਪਰਮਾਤਮਾ ਪਹਿਲਾਂ ਵੀ ਸੀ, ਹੁਣ ਵੀ ਹੈਗਾ, ਗਾਹਾਂ ਵੀ ਰਹੂਗਾ। ਹੋਰ ਦੁਨੀਆ ਦੇ ਵਿੱਚ ਆਕਾਰ ਦੇ ਵਿੱਚ ਭਾਵੇਂ ਕੋਈ ਬਾਦਸ਼ਾਹ ਹੈਗਾ, ਭਾਵੇਂ ਕੋਈ ਪੀਰ ਹੈਗਾ, ਭਾਵੇਂ ਕੋਈ ਸ਼ੇਖ ਮਸਾਇਕ ਹੈਗਾ, ਭਾਵੇਂ ਕੋਈ ਰਾਏ ਹੈਗਾ, ਕਹਿੰਦੇ ਸਾਰੇ ਦੇ ਸਾਰੇ ਇੱਥੋਂ ਜਾਣਗੇ। ਏਕ ਤੂੰ ਹੀ, ਏਕ ਤੂੰ ਹੀ, ਇੱਕ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਇੱਥੇ ਅਬਨਾਸੀ ਹੈਗਾ, ਮਾਲਕ ਪਰਮਾਤਮਾ। ਹਾਂਜੀ ਸੁਖਵਿੰਦਰ ਜੀ ਜਾਂ ਮੈਂ ਗਿੱਲ ਸਾਹਿਬ ਨੂੰ ਕਹਿ ਦਿੰਦਾ ਜੀ ਕਿ ਅਕਸਰ ਜੀ ਨਾ ਮੈਂ ਡਰਾਈਵ ਕਰ ਰਿਹਾ ਕਿਤੇ, ਓਕੇ ਜੀ, ਤੇ ਉਹ ਮੇਰੀ ਆਵਾਜ਼ ਨਹੀਂ ਸਹੀ ਆਣੀ। ਗਿੱਲ ਸਾਹਿਬ ਪਲੀਜ਼ ਆ ਜਾਓ ਜੀ। ਹਾਂਜੀ 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 ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਤੇ ਬਸ ਇਹ ਤਾਂ ਸੰਗਤ ਜੀ ਬਸ ਇੰਨਾ ਕੀ ਦੱਸਿਆ ਹੋਇਆ ਕਿ ਇੱਕ ਪ੍ਰਮਾਤਮਾ, ਬਾਕੀ ਸਾਰੇ ਜਿੰਨੇ ਵੀ ਜੀਵ ਜੰਤੂ ਹੈ ਜਾਂ ਮਨੁੱਖ ਹੈ ਉਹ ਸਾਰੇ ਜ਼ਮੀਨ ਦੇ ਉੱਤੇ ਹੀ ਆ, ਯਾਨੀ ਕਿ ਬਹੁਤ ਥੱਲੇ ਆ ਉਹ। ਤੇ ਐਵੇਂ ਹੀ ਹੁੰਦਾ ਕਿ ਬੰਦਾ ਹੰਕਾਰ ਕਰ ਲੈਂਦਾ, ਜਦ ਪਤਾ ਵੀ ਇੱਥੇ ਜਦ ਰਹਿਣਾ ਨਹੀਂ, ਜੱਗ ਵਿੱਚ ਕਾਏ ਗਰਭ ਕਾਢੀਆ, ਐਵੇਂ ਹੀ ਬੰਦਾ ਟੱਪਦਾ ਰਹਿੰਦਾ। ਲੇਕਿਨ ਜ਼ਮੀਨ ਤੋਂ ਹੀ ਪੈਦਾ ਹੁੰਦਾ, ਜ਼ਮੀਨ ਦੇ ਵਿੱਚ ਹੀ ਮਰ ਜਾਂਦਾ ਗਾ। ਤੇ ਜੋ ਵੀ ਉਹ ਆਪਦਾ ਖੇਲ ਤਮਾਸ਼ਾ ਕਰਦਾ ਗਾ ਉਹ ਸਿਰਫ ਮਾਇਆ ਦੇ ਚੱਕਰ ਕਰਕੇ ਹੀ ਕਰਦਾ ਗਾ। ਅਗਰ ਮਾਇਆ ਦਾ ਚੱਕਰ ਉਹਦਾ ਖਤਮ ਹੋ ਜਾਵੇ ਤਾਂ ਫਿਰ ਉਹ ਸਿਰਫ ਇੱਕ ਤੂੰ ਹੀ ਦੇ ਵਿੱਚ ਹੀ ਸ਼ਾਮਲ ਹੋ ਕੇ ਇੱਕ ਹੀ ਹੋ ਜਾਂਦਾ। ਤੇ ਇਹਦੇ ਵਿੱਚ ਚਾਹੇ ਕੋਈ ਆਮ ਇਨਸਾਨ ਆ, ਚਾਹੇ ਕੋਈ ਪੀਰ ਪਕੰਬਰ ਆ, ਚਾਹੇ ਮਸਾਇਕ, ਚਾਹੇ ਬਾਦਸ਼ਾਹ, ਕੋਈ ਵੀ ਹੈ ਦੁਨਿਆਵੀ ਬੰਦਾ, ਦੁਨਿਆਵੀ ਇਨਸਾਨ, ਜਾਂ ਕੋਈ ਕਹਿ ਸਕਦੇ ਵੀ ਕੋਈ ਵੀ ਆਕਾਰ ਦੇ ਵਿੱਚ ਕੋਈ ਵੀ ਆਕਾਰ ਹੈਗਾ ਜਿਹੜਾ ਉਹਨੇ ਢਹਿਣਾ ਹੀ ਢਹਿਣਾ। ਤੇ ਇਹੀ ਉਪਦੇਸ਼ ਆ ਕਿ ਉਹ ਖਤਮ ਹੋਣ ਤੋਂ ਪਹਿਲਾਂ ਜਿਹੜਾ ਇੱਕ ਹੈਗਾ ਹਰ ਜਗ੍ਹਾ ਹੀ ਆ, ਸਾਡੇ ਵਿੱਚ ਵੀ ਇੱਕ ਆ, ਔਰ ਉਸ ਇੱਕ ਦੀ ਸ਼ਕਤੀ ਨਾਲ ਹੀ ਅਸੀਂ ਟੱਪਦੇ ਹਾਂ, ਖੇਲ ਤਮਾਸ਼ੇ ਕਰਦੇ ਹਾਂ। ਤੇ ਉਹਨੂੰ ਇੱਕ ਨੂੰ ਸਮਝ ਕੇ ਅਸੀਂ ਵੀ ਇੱਕ ਦੇ ਵਿੱਚ ਅਨੇਕ ਤੋਂ ਇੱਕ ਹੋ ਜਾਈਏ। ਸਾਡਾ ਮਨ ਜਿਹੜਾ ਛਿਨ ਹੋਇਆ, ਭੋਰਾ ਟੁਕੜਿਆਂ ਵਿੱਚ ਜਿਹੜਾ ਹੈਗਾ ਇਹ ਖੇਲ ਤਮਾਸ਼ਿਆਂ 'ਚ ਫਿਰਦਾ, ਇਸ ਨੂੰ ਇਕਾਗਰ ਕਰਕੇ ਇੱਕ ਮਨ ਬਣਾ ਕੇ, ਇੱਕ ਮਨ ਇੱਕ ਚਿੱਤ ਕਰਕੇ ਤੇ ਖੇਲ ਤਮਾਸ਼ੇ ਚੋਂ ਨਿਕਲ ਕੇ ਤੇ ਅਸੀਂ ਇੱਕ ਹੋ ਸਕਦੇ ਹਾਂ। ਇਹਦੇ 'ਚ ਛੋਟੇ ਜਿਹੇ ਸ਼ਲੋਕ ਦੇ ਵਿੱਚ ਮੈਂ ਤਾਂ ਇਸ ਤਰ੍ਹਾਂ ਹੀ ਇਸ ਨੂੰ ਸਮਝਿਆ ਜੀ। ਹਾਂਜੀ ਵੀਰ ਜੀ, ਇਹਦੇ ਵਿੱਚ ਨਾ ਮੇਨ ਜਿਹੜਾ ਮੈਸੇਜ ਹੈਗਾ ਇਹਦੇ ਵਿੱਚ ਸ਼ਲੋਕ ਦੇ ਵਿੱਚ ਉਹ ਇਹ ਹੈਗਾ ਬਈ ਭਾਵੇਂ ਕੋਈ ਭਗਤੀ ਕਰਨ ਵਾਲਾ ਹੈਗਾ, ਸਾਧਨਾ ਕਰਨ ਵਾਲਾ ਹੈਗਾ, ਭਾਵੇਂ ਕੋਈ ਕਿੰਨਾ ਮਰਜ਼ੀ ਪੈਸੇ ਵਾਲਾ ਹੈਗਾ, ਭਾਵੇਂ ਬਾਦਸ਼ਾਹ ਹੈਗਾ, ਭਾਵੇਂ ਫਕੀਰ ਹੈਗਾ,
ਭਾਵੇਂ ਗਰੀਬ ਹੈਗਾ। ਸਰੀਰ ਨਾਮ ਦੀ ਚੀਜ਼ ਜਿਹੜੀ ਹੈਗੀ ਆ, ਇਹ ਜਿਹੜਾ ਹੈਗਾ ਆਪਾਂ ਨੂੰ ਵਹੀਕਲ ਮਿਲੀ ਹੋਈ ਆ, ਇਹ ਜਿਹੜੀ ਘੋੜੀ ਮਿਲੀ ਹੋਈ ਆ, ਇਹ ਹਮੇਸ਼ਾ ਰਹਿਣ ਵਾਲੀ ਨਹੀਂ ਹੈ। ਇਹ ਕਿਸੇ ਮਕਸਦ ਦੇ ਵਾਸਤੇ ਮਿਲੀ ਹੋਈ ਆ। ਉਹ ਮਕਸਦ ਜੇ ਪੂਰਾ ਕਰ ਲਵਾਂਗੇ ਤਾਂ ਠੀਕ ਹੈਗਾ, ਨਹੀਂ ਕਰ ਲਵਾਂਗੇ ਤਾਂ ਵੀ ਇਹ ਘੋੜੀ ਨੇ ਚਲੀ ਜਾਣਾ ਹੈ ਭਾਈ। ਇਹ ਚਾਂਸ ਹੈਗਾ, ਇਹ ਚਾਂਸ ਖਤਮ ਹੋ ਜਾਣਾ ਹੈ। ਬਸ ਇੰਨੀ ਕੀ ਗੱਲ ਹੈਗੀ ਆ ਭਾਈ। ਹਾਂਜੀ ਹਾਂਜੀ, ਹਾਂ ਲਿਮਟਡ ਟਾਈਮ। ਹਾਂ ਲਿਮਟਿਡ। ਗੋਰਖੀ ਸਾਹਿਬ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਰੋ, ਕੰਟੀਨਿਊ ਕਰੋ ਨਿਜਰ ਸਾਹਿਬ। ਨਹੀਂ ਕੋਈ ਨਹੀਂ, ਮੈਂ ਲੇਟ ਹੋ ਗਿਆ। ਨਹੀਂ ਕੋਈ ਨਹੀਂ। ਇਹ ਜਿਹੜੇ ਮਹਾਰਾਜ ਪਹਿਲੀ ਪਾਤਸ਼ਾਹੀ ਦਾ ਆਪਾਂ ਸ਼ਲੋਕ ਲੈ ਰਹੇ ਹਾਂ 143 ਅੰਗ ਦੇ ਉੱਤੇ, ਮਹਾਰਾਜ ਕਹਿੰਦੇ ਆ ਕਿ ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇਖਾ ਰਾਇਆ। ਹਮ ਦਾ ਮਤਲਬ ਹੁੰਦਾ ਹੈ ਸਾਰੇ ਜਿਹੜੇ ਹੈਗੇ ਆ, ਇਹ ਪਰਸ਼ੀਅਨ ਹੈਗਾ। ਸਾਰੇ, ਜ਼ੇਰ ਮਤਲਬ ਥੱਲੇ, ਜ਼ਿਮੀ ਮਤਲਬ ਜ਼ਮੀਨ ਦੇ ਥੱਲੇ, ਸਾਰੇ ਜਿੰਨੇ ਵੀ ਦਿਖ ਰਹੇ ਆ ਆਕਾਰ ਦੇ ਵਿੱਚ, ਜੋ ਵੀ ਦਿਸ ਰਹੇ ਆ ਦੁਨੀਆ ਦੇ ਵਿੱਚ, ਪੀਰ ਮਸਾਇਕ ਰਾਇਆ। ਭਾਵੇਂ ਕੋਈ ਪੀਰ ਹੈਗਾ, ਪਹੁੰਚਿਆ ਹੋਇਆ ਪੀਰ ਹੈਗਾ, ਭਾਵੇਂ ਸ਼ੇਖ ਹੈਗਾ, ਭਾਵੇਂ ਰਾਏ ਹੈਗਾ, ਭਾਵੇਂ ਮੇਰਵਦ ਬਾਦਸ਼ਾਹ, ਭਾਵੇਂ ਕੋਈ ਬਾਦਸ਼ਾਹ ਹੈਗਾ ਇੱਥੇ ਦੁਨੀਆ ਦੇ ਵਿੱਚ ਜਿਹੜਾ ਹੈਗਾ, ਉਹਨੂੰ ਵੀ ਬਾਦਸ਼ਾਹ ਜਿਹੜਾ ਹੈਗਾ ਉਹਨੇ ਵੀ ਜਾਣਾ ਹੈਗਾ ਇੱਥੋਂ ਭਾਈ। ਬਾਦਸ਼ਾਹ ਵੀ ਜਿਹੜਾ ਹੈਗਾ ਰਵਣਾ ਪੈਣਾ ਹੈ, ਬਾਦਸ਼ਾਹ ਨੂੰ ਵੀ ਤੁਰਨਾ ਪੈਣਾ ਹੈ। ਮੇਰਵਦ ਬਾਦਸ਼ਾਹ ਅਫਜ਼ੂ ਖੁਦਾਇਆ। ਸਿਰਫ ਇੱਕ ਮਾਲਕ ਪਰਮਾਤਮਾ ਹੈਗਾ, ਉਹਦੇ ਵਿੱਚ ਹੀ ਖੇਡ ਚੱਲ ਰਹੀ ਹੈ, ਉਹਨੇ ਹਮੇਸ਼ਾ ਹੀ ਰਹਿਣਾ ਹੈਗਾ। ਤੇ ਏਕ ਤੂੰ ਹੀ ਇੱਕੋ ਮਾਲਕ ਪਰਮਾਤਮਾ ਹੀ ਹੈਗਾ। ਉਹੀ ਏਕ ਤੂੰ ਹੀ ਬਾਰ-ਬਾਰ ਬਾਣੀ ਰਿਪੀਟ ਕਰ ਰਹੀ ਆ। ਭਾਈ ਦੇਖ, ਤੈਨੂੰ ਸਰੀਰ ਮਿਲਿਆ ਹੋਇਆ ਆ, ਇਹ ਘੋੜੀ ਮਿਲੀ ਹੋਈ ਆ, ਇਹਦੇ ਨਾਲ ਯਾਤਰਾ ਕਰ ਲਾ। ਇਹਦੇ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਮਾਇਆ ਵੱਲ ਨੂੰ, ਆਕਾਰ ਵੱਲ ਨੂੰ, ਸੰਸਾਰ ਵੱਲ ਨੂੰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ, ਇਹ ਜਿਹੜਾ ਦੁਨੀਆ ਦਾ ਜਿਹੜਾ ਹੈਗਾ ਇਹ ਗੋਲ ਚੱਕਰ ਚੱਲਦਾ ਹੈ, ਉਹਦੇ ਵੱਲ ਨੂੰ ਆਪਾਂ ਗੋਲ ਚੱਕਰ ਵੱਲ ਨੂੰ ਯਾਤਰਾ ਕਰ ਰਹੇ ਭਾਈ। ਉਹ ਤਾਂ ਚੱਲਦੀ ਰਹਿਣੀ ਹੈ ਜਦ ਤੱਕ ਮਾਲਕ ਦੀ ਗੇਮ ਹੈਗੀ ਆ। ਤੇ ਜਿਹੜੇ ਪੀਰ ਹੈਗੇ ਉਹਨਾਂ ਨੇ, ਜਿਨ੍ਹਾਂ ਨੇ ਯਾਤਰਾ ਕਰ ਲਈ, ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ। ਬਸ ਉਹ ਤਾਂ ਕਹਿੰਦੇ ਆ ਕਿ ਉਹ ਤਾਂ ਤਿਆਰ ਬੈਠੇ ਆ ਭਾਈ, ਕਿ ਅੱਜ ਨਹੀਂ ਤੇ ਕੱਲ੍ਹ ਜਾਣਾ ਤੇ ਅੱਜ ਲੈ ਜਾ, ਕਿਉਂਕਿ ਉਹਨਾਂ ਨੇ ਯਾਤਰਾ ਕਰ ਲਈ। ਉਹ ਜਿਹੜੇ ਹੈਗੇ ਪ੍ਰਕਿਰਤੀ ਦੀ ਕੈਦ 'ਚੋਂ ਬਾਹਰ ਆ ਗਏ ਆ। ਤੇ ਸਰੀਰ ਸਾਰਿਆਂ ਦਾ ਜਾਊਗਾ। ਜੇ ਆਪਾਂ ਨੂੰ ਮਹਾਰਾਜ ਜਿਹੜੇ ਹੈਗੇ ਇਸ ਸ਼ਲੋਕ ਦੇ ਵਿੱਚ ਇਹ ਕਹਿ ਰਹੇ ਭਾਈ ਕਿ ਦੇਰ ਨਾ ਕਰ ਪਿਆਰਿਆ, ਪਤਾ ਨਹੀਂ ਕਿਹੜੇ ਦਿਨ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਭੋਗ ਪੈ ਜਾਣਾ ਹੈ। ਹਾਂਜੀ ਗੋਰਖੀ ਸਾਹਿਬ। ਹਾਂਜੀ ਬਿਲਕੁਲ ਠੀਕ ਕਿਹਾ ਜੀ। ਸਾਧ ਸੰਗਤ ਜੀ ਦੇਖੋ, ਕਹਿ ਰਹੇ ਨੇ ਕਿ ਹਮ ਦੇਖਦੇ ਪਏ ਆ, ਦੇਖੋ ਇੱਥੇ ਚਾਹੇ ਕੋਈ ਸੰਤ ਹੈ, ਚਾਹੇ ਕੋਈ ਸ਼ੇਖ ਹੈ, ਚਾਹੇ ਕੋਈ ਪੀਰ ਹੈ, ਇੱਥੇ ਜੋ ਵੀ ਕੋਈ ਹੈਗਾ ਉਸ ਨੂੰ ਇੱਕ ਸਮੇਂ ਦੇ ਵਿੱਚ ਜਾਣਾ ਪਵੇਗਾ। ਮਤਲਬ ਲਿਮਟਿਡ ਟਾਈਮ ਹੈ, ਔਰ ਉਸ ਟਾਈਮ ਦੇ ਵਿੱਚ ਉਹਨੇ ਇਸ ਕਾਰਜ ਨੂੰ ਪੂਰਾ ਕਰਨਾ ਹੈ। ਹੁਣ ਦੇਖੋ, ਜਦੋਂ ਆਪਾਂ ਕੋਈ ਇਮਤਿਹਾਨ ਦਾ ਪੇਪਰ ਕਰਦੇ ਹਾਂ ਨਾ, ਤੇ ਉੱਥੇ ਟਾਈਮ, ਹੁਣੇ ਮੈਂ ਦਿੱਲੀ ਗਿਆ ਸਾਂ ਤੇ ਉੱਥੇ ਸਕਰੀਨ ਤੇ ਆਉਂਦਾ ਸੀ 30 ਮਿੰਟ, 30 ਮਿੰਟ। ਵੀ 30 ਮਿੰਟ ਦੇ ਵਿੱਚ ਤੂੰ ਇਹ ਪਰਚੇ ਨੂੰ ਹੱਲ ਕਰਨਾ ਹੈ, ਉਸ ਤੋਂ ਬਾਅਦ ਜਿਹੜੀ ਸਕਰੀਨ ਕਲੋਜ਼ ਹੋ ਜਾਏਗੀ। ਇਸੇ ਤਰ੍ਹਾਂ ਜੀਵਨ ਹੈ। ਜੀਵਨ ਦੇਖੋ, ਤੁਸੀਂ ਇਹ ਨਾ ਸੋਚੋ ਕਿ ਜਿਹੜਾ ਵੀ ਜੰਮਿਆ ਹੈ ਤਾਂ 70-80 ਸਾਲ ਦਾ ਹੋ ਕੇ ਹੀ ਮਰੂਗਾ, ਕੋਈ ਗਰੰਟੀ ਨਹੀਂ ਹੈਗੀ ਨਾ। ਪਰ ਆਪਾਂ ਫਾਰ ਗਰੰਟੀ ਲੈਂਦੇ ਆ। ਤੁਹਾਡੇ ਅੰਦਰ ਇੰਨੀ ਬਰੀਕ ਮਸ਼ੀਨ ਚੱਲਣ ਦੀ ਹੈ, ਤੁਹਾਨੂੰ ਪਤਾ ਥੋੜੀ ਹੈ। ਉਹ ਖੂਨ ਜਿਹਾ ਤਾਂ ਹੈਗਾ ਵਾ, ਉਹ ਅੰਦਰ ਚੱਲਣ ਦਿਆ। ਦਿਲ ਤੁਹਾਡਾ 1600 ਲੀਟਰ ਰੋਜ਼ ਦਾ ਪੰਪ ਕਰਨ ਦਿਆ, ਤੁਹਾਨੂੰ ਪਤਾ ਵੀ ਨਹੀਂ ਹੋਣਾ। 1600 ਲੀਟਰ ਮੈਨੂੰ ਕਹੋ ਕੋਠੇ ਚੜ੍ਹਦੇ ਪਾਣੀ, ਮੇਰੇ ਕੋਲ ਚਾੜੇ ਨਹੀਂ ਜਾਣਾ। ਭਾਵੇਂ ਮੈਂ ਡਰਮ ਭਰ ਕੇ ਖੜਾ, ਥੱਕ ਜਾਵਾਂਗਾ, ਪਰ ਤੁਹਾਡਾ ਦਿਲ ਹਰ ਦਿਨ ਚ ਇੰਨਾ ਪੰਪ ਕਰ ਜਾਂਦਾ। ਜੇ ਤੂੰ ਭੱਜੋ ਤੇ ਹੋਰ ਪੰਪ ਵੱਧ ਜਾਣਾ। ਸੋ ਇੰਨੀ ਬਰੀਕ ਮਸ਼ੀਨ ਚੱਲਣ ਦੀ ਅੰਦਰ। ਤੇ ਉਹ ਮਸ਼ੀਨ ਉਹਨਾਂ ਚਿਰ ਤੱਕ ਚੱਲਦੀ ਹੈ ਜਿੰਨਾ ਚਿਰ ਤੱਕ ਉਹਦਾ ਹੁਕਮ ਹੈ। ਜਦੋਂ ਸਵਾਸ ਪੂਰੇ ਹੋ ਜਾਂਦੇ ਆ ਤੇ ਨਵੀਂ ਮਸ਼ੀਨ ਵੀ ਬੰਦ ਹੋ ਜਾਂਦੀ ਹੈ। ਜ਼ਰੂਰੀ ਨਹੀਂ ਹੈ ਕਿ ਮਸ਼ੀਨ ਖਰਾਬ ਹੋਊ ਜਾਂ ਬੁੱਢੀ ਹੋਊ ਤੇ ਫੇਰ ਹੀ ਬੰਦ ਹੋਊ। ਇਸ ਕਰਕੇ
ਇਹ ਚੀਜ਼ ਨੂੰ ਆਪਾਂ ਨੂੰ ਸਮਝਣਾ ਜ਼ਰੂਰੀ ਹੈ। ਫਿਰ ਕਹਿੰਦੇ ਮੈਂ ਰਬ ਬਾਦਸ਼ਾਹ ਅਫਜੂ ਖੁਦਾਏ। ਖੁਦਾਇਆ ਮੇਰ ਰਵਦ ਦਾ ਮਤਲਬ ਹੈ ਬਾਦਸ਼ਾਹ ਵੀ ਇੱਥੋਂ ਤੁਰ ਜਾਏਗਾ। ਰਵਦ ਮਤਲਬ ਰਵ ਜਾਏਗਾ, ਭਾਵੇਂ ਬਾਦਸ਼ਾਹ ਹੋਏ। ਅਫਜ਼ੂ ਮਤਲਬ ਖਾਲੀ ਜਿਹੜਾ ਹੈਗਾ, ਬਾਕੀ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੀ ਹੈਗਾ, ਹਮੇਸ਼ਾ ਰਹਿਣ ਵਾਲਾ। ਏਕ ਤੂੰ ਹੀ, ਏਕ ਤੂੰ ਹੀ ਹੈਗਾ, ਤੂੰ ਹੀ ਹੈਗਾ ਹਮੇਸ਼ਾ ਰਹਿਣ ਵਾਲਾ। ਹਾਂਜੀ ਵੀਰ ਜੀ। ਹੁਣ ਸਾਧ ਸੰਗਤ ਜੀ ਜਦੋਂ ਮਹਾਂਪਰਲੋ ਆਉਂਦੀ ਹੈ ਨਾ, ਦੇਖੋ ਇਹ ਸੰਸਾਰ ਜਦੋਂ ਸਾਰਾ ਲੀਨ ਹੋ ਜਾਂਦਾ ਹੈ, ਤੱਤ 'ਚ ਤੱਤ ਲੀਨ ਹੋ ਜਾਂਦੇ, ਇਹ ਪੰਜੇ ਤੱਤ ਜਿਹੜੇ ਹੈਗੇ ਨੇ, ਪੰਜੇ ਤੱਤਾਂ 'ਚ ਤੱਤ ਲੀਨ ਹੋ ਜਾਂਦੇ। ਉਸ ਤੋਂ ਬਾਅਦ ਇਹ ਕੀ ਪੰਜੇ ਤੱਤ ਬ੍ਰਹਮ 'ਚ ਲੀਨ ਹੋ ਜਾਂਦੇ, ਪਰਮਾਤਮਾ 'ਚ ਹੀ ਲੀਨ ਹੋ ਜਾਂਦੇ। ਉਹ ਫਿਰ ਪ੍ਰਕਿਰਤੀ ਬਣਾਉਂਦਾ, ਫਿਰ ਬਣਾਈ ਜਾਂਦਾ। ਆਪ ਜਸਟ ਦੇਖੋ ਕਿ ਪਰਮਾਤਮਾ ਕਿੰਨਾ ਵਿਸ਼ਾਲ ਹੈ, ਉਹਦੀ ਲਿਮਟ ਨਹੀਂ ਜੀ ਹੈਗੀ। ਪਤਾ ਨਹੀਂ ਕਿੰਨੀਆਂ ਕੁ ਧਰਤੀਆਂ, ਕਿੰਨੇ ਕੁ ਸੂਰਜ ਬਣਾਏ ਆ। ਸਾਡੀ ਧਰਤੀ ਦੂਜੀਆਂ ਧਰਤੀਆਂ ਤੋਂ ਇੰਨੀ ਦੂਰ ਹੈ, ਅਸੀਂ ਉੱਥੇ ਜਾ ਨਹੀਂ ਸਕਦੇ, ਨਾ ਉਹ ਸਾਡੇ ਕੋਲ ਆ ਸਕਦੇ। ਜੇਕਰ ਅਸੀਂ ਪ੍ਰਕਾਸ਼ ਦੀ ਗਤੀ ਨਾਲ ਜਾਣਦੇ ਆ ਨਾ, ਪਹਿਲੀ ਗੱਲ ਪ੍ਰਕਾਸ਼ ਦੀ ਗਤੀ ਦੇ ਨਾਲ ਜਾਣ ਵਾਸਤੇ ਸਾਡੇ ਕੋਲ ਕੋਈ ਸਮਾਨ ਨਹੀਂ ਹੈਗਾ ਅਜੇ ਤੱਕ। ਅਸੀਂ ਤੇ 17-18 ਹਜ਼ਾਰ ਕਿਲੋਮੀਟਰ ਪਾਰਾਵਰਦੀ ਸਪੀਡ ਨਾਲ ਜਾ ਸਕਦੇ ਹਾਂ। ਜੇਕਰ 3 ਲੱਖ ਪਤਾ ਨਹੀਂ ਕਿੰਨੇ ਕਿਲੋਮੀਟਰ ਦੀ ਸਪੀਡ ਪਰ ਸੈਕਿੰਡ ਦੀ ਸਪੀਡ ਨਾਲ ਵੀ ਜਾਂਦੇ ਆ ਨਾ, ਉੱਥੇ ਤੱਕ ਪਹੁੰਚਣ ਦੇ ਲਈ ਪਤਾ ਹੀ ਨਹੀਂ ਕਿੰਨੇ ਸਾਲ ਲੱਗ ਜਾਣੇ, ਆਪ ਜਸਟ ਦੇਖੋ। ਕਿਉਂਕਿ ਪ੍ਰਮਾਤਮਾ ਨੇ ਕਨਫਿਊਜ਼ਨ ਕ੍ਰੀਏਟ ਨਹੀਂ ਕੀਤੀ, ਇੱਧਰ ਦੇ ਬੰਦੇ ਇੱਧਰ ਤੇ ਉੱਧਰ ਦੇ ਬੰਦੇ ਉੱਧਰ। ਠੀਕ ਹੈ ਜੀ। ਇਸ ਕਰਕੇ ਕਹਿੰਦੇ ਕਿ ਭਾਵੇਂ ਕੋਈ ਬਾਦਸ਼ਾਹ ਹੈ ਉਹ ਵੀ ਚੱਲ ਜਾਂਦਾ ਹੈ। ਇਹ ਜਦੋਂ ਸੂਰਜ ਚੰਦ ਤਾਰੇ ਧਰਤੀਆਂ ਤਾਰੇ ਨਹੀਂ ਸਨ, ਉਦੋਂ ਵੀ ਪ੍ਰਮਾਤਮਾ ਸੀ। ਹਜੇ ਵੀ ਉਹੀ ਬੈਠਾ ਹੈ, ਸਰਵ ਵਿਆਪਕ ਵੀ ਉਹੀ ਹੈ। ਨਿਰਗੁਣ ਸਰਗੁਣ ਦੋਨੋਂ ਉਹਦੇ ਤੱਤ ਨੇ, ਉਹ ਮੌਜੂਦ ਆ। ਪਰ ਜੇਕਰ ਤੁਸੀਂ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਤੇ ਫਿਰ ਨਿਰਗੁਣ ਦੀ ਕਰਨੀ ਪਊਗੀ। ਸਰਗੁਣ ਦੇ ਰੂਪ ਦੀ ਭਗਤੀ ਕਰੋਗੇ, ਪ੍ਰਮਾਤਮਾ ਕੋਲ ਤੁਸੀਂ ਨਹੀਂ ਪਹੁੰਚ ਸਕਦੇ। ਕਿਉਂ? ਕਿਉਂਕਿ ਇਹ ਦੂਜਾ ਤੱਤ ਆ, ਡਾਇਰੈਕਟ ਨਹੀਂ ਹੈ। ਜਿਹੜੀ ਸਾਨੂੰ ਅਗਿਆਨ ਤੋਂ, ਭਰਮ ਤੋਂ ਜਾਂ ਮਰਨ ਜੰਮਣ ਤੋਂ ਮੁਕਤੀ ਮਿਲਣੀ ਆ, ਉਹ ਸਾਨੂੰ ਨਿਰਗੁਣ ਬ੍ਰਹਮ ਦੀ ਭਗਤੀ ਤੋਂ ਬਾਅਦ ਹੀ ਮਿਲਣੀ ਹੈ। ਪਾਰ ਬ੍ਰਹਮ ਦੀ ਭਗਤੀ ਕਰਨੀ ਪਊਗੀ, ਬ੍ਰਹਮ ਦੀ ਨਹੀਂ। ਇਹ ਬ੍ਰਹਮ ਹੈ। ਹੁਣ ਤੁਸੀਂ ਸੂਰਜ ਦੀ ਕਰੋ, ਚੰਦਰਮਾ, ਧਰਤੀ ਦੀ, ਜਿਹਦੀ ਮਰਜ਼ੀ ਕਰ ਲਓ, ਇਹ ਤੱਤਾਂ ਦੀ ਭਗਤੀ ਹੈ। ਬਿਲਕੁਲ ਤੁਹਾਨੂੰ ਮਿਲ ਜਾਣਗੇ, ਪਦਾਰਥ ਮਿਲ ਜਾਣਗੇ। ਹਾਂਜੀ, ਬਾਣੀ ਕਹਿੰਦੀ ਹੈ ਗੋਰਖ ਸਾਹਿਬ, ਇਹ ਜਿਹੜਾ ਨਾ ਸ਼ਕਤੀ ਹੈਗੀ ਆ, ਇੱਕ ਸ਼ਿਵ ਹੈਗਾ, ਇੱਕ ਸ਼ਕਤੀ ਹੈਗੀ ਆ, ਇੱਕ ਪਰਮਾਤਮਾ ਹੈਗਾ, ਇੱਕ ਉਹਦੀ ਸ਼ਕਤੀ ਹੈਗੀ। ਇਹ ਉਹਦੀ ਸ਼ਕਤੀ ਹੈਗੀ ਸਾਰੀ ਦੀ ਸਾਰੀ ਜੋ ਦਿਸ ਰਿਹਾ ਆਪਾਂ। ਨਿੱਜਰ ਸਾਹਿਬ ਇਹੋ ਮਾਇਆ ਹੈ। ਬਿਲਕੁਲ ਮਾਇਆ ਹੈਗੀ ਜੀ। ਹਾਂਜੀ, ਇਹ ਮਾਇਆ ਹੈ। ਮਾਇਆ ਦਾ ਮਤਲਬ ਇਹ ਨਹੀਂ ਕਿ ਮਾਇਆ ਮਤਲਬ ਮਿਟ ਜਾਣੀ ਆ ਜਾਂ ਪੈਸੇ ਨੂੰ ਮਾਇਆ ਕਹੀ ਜਾਂਦੇ, ਉਹ ਨਹੀਂ ਪੈਸਾ ਹੈਗਾ। ਇਹ ਸਰਬ ਵਿਆਪਕ ਜੋ ਵੀ ਦਿਖਦਾ ਸਭ ਮਾਇਆ ਹੈ। ਔਰ ਇੰਨੀ ਬਰੀਕ ਹੈ ਨਾ, ਤੁਹਾਨੂੰ ਪਤਾ ਥੋੜੀ ਲੱਗਦਾ ਤੁਸੀਂ ਮਾਇਆ 'ਚ ਫਸੇ ਜੋ, ਜਾਂ ਮੈਂ ਫਸਿਆ ਵਾਂ। ਕਿੱਦਾਂ ਮੇਰਾ ਵਿਆਹ ਹੁੰਦਾ, ਮਾਂ ਪਿਓ ਦੇ ਪੇਟ 'ਚੋਂ ਮੈਂ ਪੈਦਾ ਹੁੰਦਾ, ਫਿਰ ਉਹਨਾਂ ਦਾ ਮੇਰਾ ਮੋਹ ਪੈਣਾ, ਫਿਰ ਮੈਨੂੰ ਸਾਂਭੀ ਫਿਰਦੇ, ਚੁੱਕੀ ਫਿਰਦੇ ਆ। ਫਿਰ ਉਸ ਤੋਂ ਬਾਅਦ ਮੇਰਾ ਵਿਆਹ ਹੋਣਾ, ਫਿਰ ਮੇਰੀ ਪਤਨੀ ਨਾਲ ਮੇਰਾ ਮੋਹ ਪਊ, ਮੇਰੇ ਫਿਰ ਬੱਚੇ, ਫਿਰ ਉਹਨਾਂ ਦੇ ਬੱਚੇ। ਵੇਖੋ ਕਿੰਨਾ ਪੈਂਤੜਾ ਹੈ। ਤੁਸੀਂ ਬਾਜ਼ਾਰੋਂ ਕੁੱਤਾ ਲੈ ਆਓ ਨਾ 5-6 ਮਹੀਨੇ ਤੇ ਮੁੜ ਕੇ ਤੁਹਾਡੇ ਕੋਲੋਂ ਗਵਾਏ ਗਿਆ ਨਾ, ਸਾਰੇ ਟੱਬਰ ਤੇ ਤੁਹਾਡੇ ਭਾਰੀ ਬਣ ਜਾਣੀ ਆ। ਪਰ ਜਿਹੜੀ ਚੀਜ਼ ਤੁਹਾਡੇ ਚੋਂ ਪੈਦਾ ਹੋਈ ਆ ਉਹ ਕਿੰਨੀ ਪਾਵਰਫੁਲ ਹੋਊਗੀ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ। ਉਹ ਬੰਦਾ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਹੁਣੇ ਵੀ ਮੈਂ ਇੱਥੇ ਬਾਜ਼ਾਰ ਗਿਆ ਸੀ, ਉੱਥੇ ਉਹ ਹਨਾ, ਤੇ ਉਹ ਉੱਥੇ ਕਹਿੰਦਾ ਕਿ ਚੰਗਾ ਕੰਮ ਹੈ ਉਹ ਬੰਦੇ ਦਾ, ਤੇ ਚਲੋ ਵਿਚਾਰ ਸਾਂਝੇ ਹੋਏ। ਕਹਿੰਦਾ ਮੇਰੀ ਪੋਤਰੀ ਹੈਗੀ ਆ, ਮੈਂ ਉਹਦੇ ਨਾਂ ਤੇ ਇੰਨੀ ਪ੍ਰਾਪਰਟੀ ਲਾਤੀ ਆ ਕਿ ਜ਼ਿੰਦਗੀ 'ਚ ਕਾਮਨਾ ਨਾ ਕਰੂਗੀ ਤੇ ਤਾਂ ਵੀ ਉਹਨੂੰ ਪੈਸੇ ਦੀ ਥੋੜ ਨਹੀਂ ਆਵੇਗੀ। ਪਰ ਮੈਂ ਇਸ ਮਨ 'ਚ ਸੋਚਿਆ ਕਿ ਉਹਨੂੰ ਤੇਰੇ ਪੈਸੇ ਦੀ ਲੋੜ ਹੀ ਨਹੀਂ ਆ। ਕਿਉਂਕਿ ਹਾਂ ਕੋਈ ਅੰਗਹੀਣ ਹੋਵੇ ਤੇ ਚਲੋ ਉਹ ਮਜਬੂਰ ਹੈ, ਚਲੋ ਉਹਦੇ ਤੇ ਵਾਦੀ ਗੱਲ ਨਹੀਂ। ਪਰ ਜਿਹਦੇ ਹੱਥ ਪੈਰ ਹੈਗੇ ਆ, ਉਹ ਕੀ ਆਪਣੀ ਰੋਟੀ ਪਾਣੀ ਦਾ ਵੀ ਸਾਧਨ ਨਹੀਂ ਬਣਾ ਸਕਦਾ। ਬਿਲਕੁਲ ਸਹੀ ਗੱਲ ਹੈ ਜੀ। ਇਹ ਤੇ ਫਿਰ ਬੜੀ ਮਾੜੀ ਗੱਲ ਹੈ ਨਾ। ਅਸੀਂ ਕੇਵਲ ਉਹਨਾਂ ਦੀਆਂ ਰੋਟੀਆਂ ਦਾ ਅਰੇਂਜਮੈਂਟ ਕਰਦੇ ਰਹਿਣਾ। ਸਾਡਾ ਕੰਮ ਕੇਵਲ ਇੰਨਾ ਹੈ ਕਿ ਉਹਨਾਂ ਨੂੰ ਪੜ੍ਹਾ ਲਿਖਾ ਕੇ ਚੰਗੀ ਪੜ੍ਹਾਈ ਦੇਈਏ, ਉਹਨਾਂ ਨੂੰ ਵਿੱਦਿਆ ਦੇਈਏ, ਉਸ ਤੋਂ ਬਾਅਦ ਉਹਨਾਂ ਨੂੰ ਕਹੋ ਪੁੱਤ ਆਪਣਾ ਕਮਾਓ ਤੇ ਖਾਓ। ਬਿਲਕੁਲ ਸਹੀ ਹੈ। ਪਰ ਜਦੋਂ ਅਸੀਂ ਉਹਨਾਂ ਦਾ ਠੇਕਾ ਲੈ ਲੈਂਦੇ ਹਾਂ ਕਿ ਉਹਨਾਂ ਦਾ ਹਰ ਚੀਜ਼ ਅਸੀਂ ਤਿਆਰ ਕਰਨੀ ਹੈ, ਫਿਰ ਮੋਹ, ਫਿਰ ਕਿਉਂਕਿ ਉਹ ਕਾਫੀ ਵੱਡਾ ਕੰਸੈਪਟ ਹੈ। ਫਿਰ ਤੁਸੀਂ ਉਹਨਾਂ ਦੀ ਫੈਕਟਰੀਆਂ ਵੀ ਬਣਾਓਗੇ, ਉਹਨਾਂ ਦੇ ਲਈ ਪਤਾ ਨਹੀਂ ਕੀ ਕੋਈ ਮਹਿਲ ਖਰੀਦ ਕੇ ਰੱਖੋਗੇ, ਫਿਰ ਉਹਦੇ ਵਿੱਚ ਬਹੁਤ ਅੱਗੇ ਗਲਤ ਹੋ ਸਕਦੇ। ਫਿਰ ਉਹਨਾਂ ਮਿਹਨਤ ਨਾਲ ਕਮਾਓ, ਜੋ ਮਰਜ਼ੀ ਦੇ ਦਿਓ। ਫਿਰ ਉਹਨਾਂ ਦੇ ਹੱਥ ਪੈਰ ਜਿਹੜੇ ਹੈਗੇ ਕੰਮ ਨਹੀਂ ਕਰਨੇ ਗੋਰਖੀ ਸਾਹਿਬ, ਉਹਨਾਂ ਦੇ ਹੱਥ ਪੈਰ ਨਹੀਂ ਕੰਮ ਕਰਨਗੇ ਫਿਰ। ਨਿੱਜਰ ਸਾਹਿਬ, ਜਿਸ ਇਨਸਾਨ ਨੇ ਜ਼ਿੰਦਗੀ 'ਚ
ਸੱਚਾਈ ਨੂੰ ਨਹੀਂ ਦੇਖਿਆ। ਜਿਹੜੀ ਕਹਿੰਦਾ ਕਿ ਤੂੰ ਤੇ ਭੋਲਿਆ ਆ ਸੋਨੇ ਦਾ ਚਮਚ ਜਾਂ ਚਾਂਦੀ ਦਾ ਚਮਚ ਲੈ ਕੇ ਜੰਮਿਆ, ਉਹਨੂੰ ਕੀ ਪਤਾ ਹਾਂ ਪੈਸਾ ਕੀ ਹੈ, ਕਿਹੜੇ ਬਾਗ ਦੀ ਚਿੜੀ ਹੈ। ਜਦੋਂ ਮੇਰੇ ਵਰਗਾ ਸਾਰਾ ਦਿਨ ਕੰਮ ਕਰਦਾ, ਫਿਰ ਜਾ ਕੇ ਥੋੜੇ ਜਿਹੇ ਪੈਸੇ ਨਸੀਬ ਹੁੰਦੇ ਆ, ਫਿਰ ਮੈਨੂੰ ਪਤਾ ਹੈ ਕਿ ਇਹ ਪੈਸੇ ਨੂੰ ਮੈਂ ਕਿੱਥੇ ਵਰਤਣਾ। ਫਿਰ ਮੈਂ ਹਰ ਚੀਜ਼ ਨੂੰ ਸੋਚ ਵਿਚਾਰ ਕੇ ਚੱਲਦਾ ਔਰ ਮੈਨੂੰ ਦੀ ਕੀਮਤ ਦਾ ਪਤਾ ਹੈ। ਫਿਰ ਮੈਂ ਵੇਖਦਾ ਕਿ ਜਿਹੜੇ ਸਾਹਮਣੇ ਲੋਕ ਉਹ ਕੰਮ ਕਰ ਰਹੇ ਨੇ, ਉਹਨਾਂ ਨੂੰ ਕਿੰਨਾ ਔਖਾ ਜੀਵਨ ਹੈ, ਉਹ ਕਿੱਦਾਂ ਮਿਹਨਤ ਕਰ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਨੇ। ਤੇ ਜਦੋਂ ਮੈਨੂੰ ਪਤਾ ਹੀ ਨਹੀਂ ਪੈਸਾ ਕਿੱਥੋਂ ਆਇਆ, ਪਿਓ ਨੇ 2-3 ਫੈਕਟਰੀਆਂ ਲਾਤੀਆਂ, ਇੱਥੇ 3-4 ਫਲੈਟ ਲੈ ਕੇ ਰੱਖੇ ਹੋਏ ਨੇ, ਉੱਥੋਂ ਮੈਨੂੰ ਕਿਰਾਇਆ ਆਈ ਜਾਂਦੇ ਆ, ਤੇ ਫਿਰ ਤੇ ਨਿੱਜਾ ਸਾਹਿਬ ਮੈਂ ਧਰਤੀ ਤੇ ਜਿੰਦਾ ਹੀ ਆ ਬਸ। ਬਿਲਕੁਲ ਸਹੀ ਗੱਲ, ਹੋਰ ਤੇ ਕੁਛ ਗੱਲਬਾਤ ਨਹੀਂ ਹੈ। ਫਿਰ ਤੇ ਮੈਂ ਬਸ ਆਪਣੇ ਦਿਨ ਹੀ ਕੱਟ ਰਿਹਾ, ਉੱਥੋਂ ਮੈਨੂੰ ਕਿਰਾਏ ਦੇ ਪੈਸੇ ਆ ਜਾਂਦੇ ਆ, ਉਹ ਪੈਸੇ ਮੈਂ ਵਰਤੀ ਜਾਂਦਾ, ਰਾਸ਼ਨ ਲੈ ਆਉਂਦਾ, ਗਰੋਸਰੀ ਲੈ ਲੈਂਦਾ, ਬਿਜਲੀ ਦਾ ਬਿੱਲ ਦਿੰਦਾ, ਮੋਟਰਸਾਈਕਲ ਤੇ ਗੱਡੀ 'ਚ ਤੇਲ ਪਵਾਈ ਜਾਂਦਾ, ਬਸ ਘੁੰਮੀ ਜਾਂਦਾ, ਬਸ ਇਹੋ ਹੀ ਕੁਛ ਹੈ। ਪਰ ਜ਼ਿੰਦਗੀ 'ਚ ਸੱਚਾਈ ਤੇ ਮੈਨੂੰ ਪਤਾ ਵੀ ਨਹੀਂ ਲੱਗੀ ਨਾ। ਹਾਂ, ਇਸ ਕਰਕੇ ਜਿਹੜੇ ਬੱਚੇ ਏਦਾਂ ਦੇ ਹੁੰਦੇ ਨੇ, ਫਿਰ ਉਹ ਮਾਨਸਿਕ ਤੌਰ ਤੇ ਡਿਵੈਲਪ ਨਹੀਂ ਹੁੰਦੇ, ਕਿਉਂਕਿ ਚੈਲੰਜ ਨਹੀਂ ਮਿਲਿਆ। ਬਿਲਕੁਲ ਚੈਲੰਜ ਨਹੀਂ, ਸਾਡੇ ਅੰਦਰ ਜਿਹੜਾ ਅਸਲੀ ਇਨਸਾਨ ਆ, ਫਿਰ ਉਹਨੂੰ ਵੇਖੋ ਸੰਘਰਸ਼ ਨੂੰ, ਉਹ ਫਿਰ ਸਾਨੂੰ ਸੰਘਰਸ਼ ਸਿਖਾਉਂਦਾ ਹੈ। ਔਰ ਸੰਘਰਸ਼ ਦੇ ਵਿੱਚ ਜੀਣ ਦਾ ਮਜ਼ਾ ਆਉਂਦਾ। ਤੁਹਾਨੂੰ ਪਤਾ ਲੱਗੇ ਸ਼ਾਮ ਤੱਕ ਤੁਸੀਂ ਐ ਧੱਕੇ ਧੁੱਕੇ ਖਾ ਕੇ ਤੁਹਾਡੇ ਸਾਹਮਣੇ ਥਾਲੀ ਰੱਖੀ ਹੋਵੇ, ਤੁਸੀਂ ਮੱਥਾ ਟੇਕੋ ਰੋਟੀ ਨੂੰ, ਸ਼ੁਕਰ ਹੈ ਰੋਟੀ ਮਿਲੀ। ਤੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਰੋਟੀ ਕਿੱਥੋਂ ਆਈ, ਤੇ ਫਿਰ ਤੁਹਾਨੂੰ ਕਿੱਥੋਂ ਦੀ ਕਦਰ ਦਾ ਪਤਾ ਹੈ। ਫਿਰ ਤੁਸੀਂ ਆਟੋਮੈਟਿਕਲੀ ਭੜੋਲੇ 'ਚ ਪਏ ਦਾਣੇ ਤੁਸੀਂ ਖਾਈ ਜਾਓ ਤੇ ਨਜ਼ਾਰੇ ਲਈ ਜਾਓ। ਹਾਂਜੀ, ਇਹ ਪ੍ਰਕਿਰਤੀ ਦਾ ਨਿਯਮ ਹੈ। ਇੱਥੇ ਜਿਹੜਾ ਵੀ ਆਊਗਾ, ਜੋ ਆਇਆ ਸੋ ਚੱਲ ਸੀ, ਹਰ ਇੱਕ ਨੇ ਜਾਣਾ ਹੈ, ਔਰ ਇੱਕ ਦਿਨ ਮੈਂ ਵੀ ਜਾਵਾਂਗਾ ਔਰ ਤੁਸੀਂ ਵੀ ਜਾਓਗੇ। ਇਹ ਸੱਚ ਹੈ। ਕਹਿੰਦੇ ਜੀਣਾ ਝੂਠ ਹੈ ਤੇ ਮਰਨਾ ਸਭ ਤੋਂ ਵੱਡਾ ਸੱਚ ਹੈ। ਪਰ ਇਸ ਟਾਈਮ ਧਰਤੀ ਤੇ ਕਿਸੇ ਨੂੰ ਨਹੀਂ ਪਤਾ ਕਿ ਮੈਂ ਮਰਨਾ ਹੈ। ਇਹ ਬਹੁਤ ਵੱਡੀ ਗੱਲ ਹੈ। ਹਾਂਜੀ ਨਿੱਜਰ ਸਾਹਿਬ, ਉਹ ਕੁਛ ਨਹੀਂ ਕਹਿਣਾ ਚਾਹੁੰਦੇ। ਉਹ ਇਹ ਨਹੀਂ ਕਹਿੰਦੇ ਕਿ ਰਾਜਾ ਮਰ ਗਿਆ ਜਾਂ ਫਕੀਰ ਮਰ ਗਿਆ, ਸਾਰਿਆਂ ਨੇ ਜਾਣਾ। ਉਹ ਅਸਲ ਸਾਨੂੰ ਇਹ ਸਮਝਾ ਰਹੇ ਨੇ ਕਿ ਤੂੰ ਵੀ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੈ, ਔਰ ਜਿਹੜਾ ਕੰਮ ਕਾਇਆ ਆ ਉਹ ਕੰਮ ਕਰ ਲਾ, ਬਸ ਇੰਨੀ ਕੀ ਗੱਲ ਹੈ। ਹਾਂ, ਕਿ ਤੇਰਾ ਜਿਹੜਾ ਟਾਈਮ ਹੈ ਉਹ ਲਿਮਟਿਡ ਹੈ, ਔਰ ਇਹਦੀ ਤੂੰ ਆਪਣੀ ਸਹੀ ਤਰੀਕੇ ਨਾਲ ਇਸਤੇਮਾਲ ਕਰ ਤੇ ਕੋਈ ਪ੍ਰੋਬਲਮ ਨਹੀਂ ਹੈ ਤੈਨੂੰ। ਕਿਉਂਕਿ ਥੋੜਾ ਸਫ਼ਰ ਲੰਮਾ ਹੈ ਨਾ। ਬਿਲਕੁਲ, ਕੋਈ ਅਦ੍ਰਿਸ਼ ਯਾਤਰਾ ਹੈ, ਉੱਥੇ ਕੋਈ ਤੁਹਾਨੂੰ ਮਤਲਬ ਰੋਡ ਮੈਪ ਨਹੀਂ ਹੈ। ਜਿਹੜਾ ਤੁਸੀਂ ਗੁਰਦੁਆਰੇ ਮੱਥਾ ਟੇਕ ਕੇ ਆਈ ਜਾਂਦੇ, ਇਹ ਤਾਂ ਬਹੁਤ ਈਜ਼ੀ ਹੈ। ਮਾਲਕ ਤਾਂ ਬਾਣੀ ਚ ਤੇ ਇੱਕ ਲੈਣ ਵੀ ਨਹੀਂ ਏਦਾਂ ਦੀ ਮਿਲਦੀ ਕਿ ਤੂੰ ਮੱਥਾ ਟੇਕ ਕੇ ਘਰ ਆ ਜਾ। ਨਜਰ ਸਾਹਿਬ, ਨਾ ਬਾਣੀ ਮਹਾਰਾਜ ਤਾਂ ਕਹਿੰਦੇ ਕਿ ਮਿੱਤਰਾ ਤੂੰ ਸਫ਼ਰ ਜਿੰਨਾ ਵੀ ਲੰਮਾ ਹੈਗਾ ਨਾ, ਤੂੰ ਤੁਰ ਪਾ ਬਸ। ਮੈਨੂੰ ਚਾਹੇ ਤੂੰ ਤੁਰਦਾ ਦਿਖਣਾ ਚਾਹੀਦਾ ਮੈਨੂੰ, ਬਸ ਇੰਨੀ ਕੀ ਚਾਹੀਦੀ ਹੈ ਮੈਨੂੰ, ਬਾਕੀ ਮੈਂ ਦੇਖ ਲੂੰਗਾ ਆਪੇ। ਬਸ ਇੰਨੀ ਕੀ ਗੱਲ ਹੈ। ਕੰਮ ਕੋਈ ਰੁਕਦਾ ਹੀ ਨਹੀਂ। ਤੁਸੀਂ ਇੱਛਾ ਧਾਰੀ ਜੋ, ਤੁਸੀਂ ਜਿਹੜਾ ਵੀ ਸੰਕਲਪ ਕਰ ਲਿਆ ਉਹੀ ਹੋ ਜਾਣਾ ਵਾ। ਤੇ ਨਹੀਂ ਧਾਰਿਆ ਤੁਸੀਂ ਇੱਥੇ ਬੈਠੇ ਰਹਿਣਾ, ਇਹ ਤੁਹਾਡੀ ਮਰਜ਼ੀ ਹੈ। ਹਾਂਜੀ ਨਜਰ ਸਾਹਿਬ, ਅੱਗੇ ਚੱਲੀਏ। ਹਾਂਜੀ, ਅਗਲਾ ਸ਼ਲੋਕ ਆਇਆ ਪਹਿਲੀ ਪਾਤਸ਼ਾਹੀ ਦਾ, ਮਹਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਦੇਖ ਨਾ ਦੇਵਤੇ ਤੇ ਨਾ ਦਾਨਵ ਰਾਖਸ਼ਸ ਤੇ ਨਾ ਨਰ ਇਨਸਾਨ, ਨਾ ਸਿੱਧ ਸਾਧਕਾ ਧਰਾ, ਨਾ ਸਿੱਧ ਲੋਕੀ ਜਿਹਨਾਂ ਨੇ ਸਿੱਧੀਆਂ ਪ੍ਰਾਪਤ ਕਰ ਲੀਆਂ, ਜਾਂ ਸਾਧਕ ਜਿਹੜੇ ਹੈਗੇ ਆ ਯੋਗ ਸਾਧਨਾ ਕਰਨ ਵਾਲੇ, ਜਿਹੜੇ ਪ੍ਰਾਣਾਯਾਮ ਪ੍ਰਾਣ ਸਾਧਨਾ ਕਰੀ ਜਾਂਦੇ ਆ ਧਰਤੀ ਦੇ ਉੱਤੇ, ਕਹਿੰਦੇ ਉਹ ਵੀ ਨਹੀਂ। ਅਸਤ ਏਕ ਦਿਗਰ ਕੋਈ, ਅਸਤ ਬਾਣੀ ਦੇ ਵਿੱਚ ਜਿਹੜਾ ਵਰਡ ਆਉਂਦਾ ਨਾ ਅਸਤ, ਆਪਾਂ ਅਸਥਿਤ ਕਹਿ ਦਿੰਦੇ ਆ, ਬਾਣੀ ਅਸਥਿਤ ਕਹਿੰਦੇ ਉਹਨੂੰ, ਕਹਿੰਦੀ ਹੈ ਬਾਣੀ। ਇਹ ਬਾਣੀ ਦੀ ਆਪਣੀ ਡਿਕਸ਼ਨਰੀ ਹੈ ਵੀ ਜਿਹੜਾ ਪਰਮਾਨੈਂਟ ਹੋਏ, ਬਾਣੀ ਉਹਨੂੰ ਅਸਥਿਤ। ਹਿੰਦੀ ਦੇ ਵਿੱਚ ਅਸਥਿਤ ਦਾ ਮਤਲਬ ਆ ਜਿਹੜਾ ਟੈਂਪਰੇਰੀ। ਆਹ ਦੋਨੋਂ ਵਰਡ ਦੇ ਵਿੱਚ ਫਰਕ ਹੈਗਾ ਪਾਏ। ਅਸਤ ਏਕ ਦਿਗਰ ਕੋਈ, ਕਹਿੰਦੇ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈਗਾ। ਦਿਗਰ ਕਹਿੰਦੇ ਦੂਸਰਾ ਕਿਹੜਾ ਹੈਗਾ ਉਸ ਤੋਂ ਇਲਾਵਾ। ਏਕ ਤੂੰ ਹੀ, ਏਕ ਤੂੰ ਹੀ, ਇੱਕ ਮਾਲਕ ਪਰਮਾਤਮਾ, ਇੱਕ ਮਾਲਕ ਪਰਮਾਤਮਾ, ਉਹੀ ਹਮੇਸ਼ਾ ਰਹਿਣ ਵਾਲਾ ਆ। ਨਾ ਦੇਵਤੇ, ਨਾ ਰਾਖਸ਼ਸ ਤੇ ਨਾ ਇਨਸਾਨ, ਨਾ ਸਿੱਧ, ਨਾ ਸਾਧਕ ਯੋਗ ਸਾਧਕ, ਕੋਈ ਦੁਨੀਆ 'ਚ ਪਰਮਾਨੈਂਟ ਰਹਿਣ ਵਾਲੇ ਨਹੀਂ ਹੈਗੇ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਥੇ ਨਾ ਮੈਂ ਕਈ ਵਾਰੀ ਬੜਾ ਹੈਰਾਨ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਲਿਖੀ ਹੈ ਨਾ, ਆਪ ਦੇਖੋ ਜਦੋਂ ਅਰਦਾਸ ਕਰਦੇ ਨਾ, ਆਪਣੇ ਜਿਹੜੇ ਅਰਦਾਸੀ ਹੁੰਦੇ ਆ, ਉਹਨਾਂ ਦੀ ਅਰਦਾਸ ਦੇਖੋ, ਉਹ ਗੁਰੂ ਨੂੰ ਰਿਪਰੈਜ਼ੈਂਟ ਕਰੀ ਜਾਂਦੇ ਨੇ। ਗੁਰੂ ਨੂੰ ਨਹੀਂ ਅਰਦਾਸ ਕਰਨੀ ਹੁੰਦੀ, ਅਰਦਾਸ ਕਰਨੀ ਜੀ ਪਰਮਾਤਮਾ ਦੇ ਗਾੜੀ। ਬਹੁਤ ਵਧੀਆ, ਇਹਨੂੰ ਆਪ ਸਮਝੋ ਪਲੀਜ਼। ਬਹੁਤ ਵਧੀਆ, ਬਿਲਕੁਲ ਸਹੀ ਗੱਲ। ਮੈਂ ਨੋਟਿਸ ਕੀਤਾ ਹੈ, ਇਹ ਮਾਈਨਸ ਪੁਆਇੰਟ ਹੈ। ਬਿਲਕੁਲ ਸਹੀ ਗੱਲ ਹੈ।
ਇਹ ਸਾਡੇ ਧਰਮ 'ਚ ਬਹੁਤ ਵੱਡਾ ਵੀਕ ਪੁਆਇੰਟ ਹੈ। ਤੁਸੀਂ ਮੱਥਾ ਟੇਕਣ ਜਾਂਦੇ, ਤੁਸੀਂ ਕਿਸੇ ਪਰਮਾਤਮਾ ਨੂੰ ਮੱਥਾ ਨਹੀਂ ਟੇਕਦੇ। ਜੋ ਤੁਸੀਂ ਉੱਥੇ ਬਾਬੇ, ਜਿਹੜੇ ਬਾਬੇ ਦਾ ਮੰਦਿਰ ਹੈ, ਗੁਰਦੁਆਰਾ ਹੈ, ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਕਿਸੇ ਹੋਰ ਗੁਰੂ ਦਾ, ਆਪ ਕਿਤੇ ਰੱਬ ਨੂੰ ਨਹੀਂ ਮੱਥਾ ਟੇਕਦੇ। ਇਹ ਬਹੁਤ ਮਾੜੀ ਚੀਜ਼ ਹੈ, ਪਤਾ ਤੁਹਾਨੂੰ? ਇਹ ਬਾਣੀ ਉਸੇ ਚੀਜ਼ ਨੂੰ ਮਨਾ ਕਰ ਰਹੀ ਹੈ ਨਾ। ਉਹ ਛਦਾਈ ਕਹਿੰਦੇ ਤੁਹਾਨੂੰ, ਇਹ ਗਲਤ ਹੈ। ਅਰਦਾਸ ਵੀ ਬਾਬੇ ਨੂੰ ਕਰੀ ਜਾਂਦੇ ਆ। ਅਸਲ ਦੇ ਵਿੱਚ ਨਾ ਦੇਖੋ, ਇਹ ਬਾਣੀ ਕਹਿੰਦੇ ਆ ਦੇਖੋ, ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਕੋਈ ਆਮ ਬਾਣੀ ਨਹੀਂ ਜੀ। ਇੱਕ ਤੂੰ ਹੀ, ਇੱਕ ਤੂੰ ਹੀ। ਪਰ ਸਾਡੇ ਪਰਮਾਤਮਾ ਨੂੰ ਛੱਡ ਕੇ ਆਪਾਂ ਹਰ ਇੱਕ ਦੀ ਅਰਦਾਸ ਕਰੀ ਜਾਂਦੇ ਆ, ਹਰ ਕੋ ਕਰਦੇ ਆ। ਕੋਈ ਦੇਵਤੇ ਕੋ ਕਰ ਰਿਹਾ, ਕੋਈ ਸ਼੍ਰੀ ਕੋ ਕਰ ਰਿਹਾ, ਕੋਈ ਰਾਮ ਕੋ ਕਰ ਰਿਹਾ, ਕੋਈ ਇੱਧਰ ਉਧਰ ਤੁਰੇ ਫਿਰਦੇ ਆ, ਕੋਈ ਦੇਹ ਧਰੀ ਬਾਬੇ ਨੂੰ ਅਰਦਾਸਾਂ ਕਰੀ ਜਾਂਦੇ ਆ। ਪਰ ਉਹ ਕਹਿੰਦੇ ਨਹੀਂ, ਪਰਮਾਤਮਾ ਤੂੰ ਜਿਹਨੂੰ ਛੱਡਦਾ ਹੈ ਨਾ, ਅਸਲ ਚ ਪਰਮਾਤਮਾ ਲੈ ਜਾਂਦਾ ਕਿਉਂ ਨਹੀਂ ਹੈ? ਕਿਉਂਕਿ ਦਿਖਦਾ ਨਹੀਂ ਨਾ, ਇਸ ਕਰਕੇ ਉਧਰ ਕੋਈ ਮੂੰਹ ਨਹੀਂ ਕਰਦਾ। ਪਰ ਮੋਲੀ ਉੱਥੇ ਆ। ਜਾਣਾ ਕਿੰਨੇ ਆ? ਤੁਹਾਡੀ ਸੁਰਤੀ ਨੇ ਉੱਥੇ ਜਾਣਾ ਹੈ। ਸੁਰਤੀ ਦੇ ਕੰਮ ਜਿਹੜਾ ਆਪਾਂ ਸਰੀਰ ਤੋਂ ਲਈ ਜਾਂਦੇ ਆ। ਇਸੇ ਕਰਕੇ ਕਰੋੜਾਂ ਚੋਂ ਇੱਕ ਬੰਦਾ ਹੀ ਪਹੁੰਚਣ ਦਿਆ। ਕਿਉਂ ਪਹੁੰਚਣ ਦਿਆ? ਜਿਹੜਾ ਇਸ ਵਿਧੀ ਨੂੰ ਸਮਝਦਾ ਹੈ। ਪਹਿਲੀ ਗੱਲ ਆ, ਬਾਣੀ ਕਹਿੰਦੀ ਕਿ ਜਿਹੜੇ ਦੱਸਣ ਵਾਲੇ ਆ ਉਹ ਬਹੁਤ ਕਸੂਰਵਾਰ ਨੇ, ਮਿਸਗਾਈਡ ਕਰ ਦਿੰਦੇ। ਤੁਸੀਂ ਵੇਖ ਲਓ ਆਪਣੀ ਅਰਦਾਸ ਚ ਹੈਗੀ ਇਹ ਚੀਜ਼, ਜਦਕਿ ਬਾਣੀ ਦੇ ਵਿੱਚ ਵੇਖੋ, ਆਪ ਬਾਣੀ ਚ ਪੜੋ, ਗੁਰੂ ਨਾਨਕ ਪਾਤਸ਼ਾਹ ਨੇ ਕੋਈ ਦੱਸਿਆ ਜਾਂ ਕਿਸੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤਾਂ ਕਿ ਅਰਦਾਸ ਆਪਣੇ ਜਿੱਥੋਂ ਮੈਨੂੰ ਗੁਰੂ ਤੇਗ ਬਹਾਦਰ ਜੀ ਨੂੰ ਅਰਦਾਸ ਕੀਤੀ ਹੈ। ਨਿਜਰ ਸਾਹਿਬ ਏਦਾਂ ਦੀ ਕੋਈ ਤੁਕ ਮਿਲੀ ਹੈ? ਨਾ, ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜਾਪ ਸਾਹਿਬ ਪੂਰਾ ਦਾ ਪੂਰਾ ਪਰਮਾਤਮਾ ਦੇ ਵਾਸਤੇ ਉਚਾਰਨ ਕੀਤਾ ਹੈ। ਤੇ ਵੇਖ ਲਓ ਆਪਣੇ ਬੰਦੇ ਕਿੱਡੇ ਖਤਰਨਾਕ ਨੇ। ਇਹ ਅਰਦਾਸ ਉਹਨਾਂ ਤੋਂ ਕਰੀ ਜਾਂਦੇ, ਉਹਨਾਂ ਦੇ ਸਾਹਮਣੇ ਕਰੀ ਜਾਂਦੇ। ਜੇ ਆਪਣੇ ਕਿਸੇ ਗੁਰੂ ਨੇ ਏਦਾਂ ਦੀ ਗੱਲਬਾਤ ਹੁੰਦੀ ਜਾਂ ਕਿਸੇ ਭਗਤ ਨੇ ਕਿਹਾ ਹੁੰਦਾ, ਆਪ ਦੱਸੋ ਇੱਕ ਲਾਈਨ ਵੀ ਮਿਲਦੀ ਵਿੱਚ ਕਿਹਾ? ਫਿਰ ਇਹਨਾਂ ਨੂੰ ਕੀ ਲੋੜ ਪਈ ਲਿਖਣ ਦੀ? ਇਹ ਜਿਸ ਕਰਕੇ ਲਿਖੀ ਸੀ ਉਹ ਅਸੀਂ ਵੀ ਉੱਥੇ ਖਲੋਤੇ ਹਾਂ ਅੱਜ। ਔਰ ਇਹ ਆਪ ਸੋਚਦੇ ਕੋਈ ਫਰਕ ਨਹੀਂ ਪੈਂਦਾ। ਪਰਮਾਤਮਾ ਸਰਵ ਵਿਆਪਕ ਆ। ਫਰਕ ਪੈਂਦਾ ਜੇ, ਬਹੁਤ ਵੱਡਾ ਫਰਕ ਪੈਂਦਾ। ਤੁਸੀਂ ਪਰਮਾਤਮਾ ਨੂੰ ਬਾਹਰ ਕੱਢਤਾ ਜਦੋਂ ਕਿਸੇ ਬ੍ਰਹਮ ਗਿਆਨੀ ਨੂੰ ਅੱਗੇ ਲੈ ਆਂਦਾ, ਤੇ ਸਮਝ ਲਓ ਤੁਸੀਂ ਪਰਮਾਤਮਾ ਦੇ ਵਿੱਚ ਕਿਸੇ ਨੂੰ ਖੜਾ ਕਰਤਾ ਉਹਨੂੰ, ਕਿਉਂਕਿ ਉਹ ਚੀਜ਼ ਤੁਹਾਡੇ ਰਾਹ ਚ ਆ ਗਈ ਹੈ। ਤੁਸੀਂ ਪਰਮਾਤਮਾ ਨਾਲ ਨਿਜਰ ਸਾਹਿਬ ਮੈਂ ਹੈਗੇ ਆ, ਮੈਂ ਨਿਜਰ ਸਾਹਿਬ ਨੂੰ ਡਾਇਰੈਕਟ ਗੱਲ ਕਰਨਾ ਚਾਹੁੰਦਾ। ਤੁਸੀਂ ਹੁਣ ਇੱਕ ਬੰਦਾ ਵਿੱਚ ਪਾ ਦਿਓ ਨਿਜਰ ਸਾਹਿਬ, ਤੇ ਵਿੱਚ ਬ੍ਰੇਕ ਤੇ ਆ ਗਿਆ ਨਾ। ਬਿਲਕੁਲ। ਹੁਣ ਇੱਥੇ ਵੇਖੋ, ਕਈ ਬੰਦੇ ਕਹਿੰਦੇ ਨੇ ਕਿ ਸਾਡੇ ਬਾਬੇ ਦੀ ਤੁਸੀਂ ਫੋਟੋ ਅੰਦਰ ਧਾਰੋ, ਉਹਨੂੰ ਆਪਣੇ ਅੰਦਰ ਪਤਾ ਨਹੀਂ ਕਿੱਥੋਂ ਵੇਖੋ। ਉਹ ਕੀ ਕਰ ਰਹੇ ਨੇ? ਇਸੇ ਚੀਜ਼ ਨੂੰ ਰੋਕਣ ਦੇ ਲਈ ਇਹ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਦੇਖੋ, ਆਪ ਪੜੋ ਫਿਰ ਦੁਬਾਰਾ ਤਾਂ ਗੱਲ ਕਲੀਅਰ ਹੋ ਜੇ। ਆ ਦੇਖੋ, ਨਾ ਦੇਵ ਦਾਨਵ ਨਰ, ਨਾ ਸਿੱਧ ਸਾਧਕ ਤਰ। ਕੋਈ ਦੇਵਤੇ, ਕੋਈ ਦਾਨਵ ਨਹੀਂ, ਕੋਈ ਸਿੱਧ ਨਹੀਂ, ਸ਼ਕਤੀਆਂ ਵਾਲੇ ਨਹੀਂ, ਕੋਈ ਮਤਲਬ ਦੇਵਤੇ ਨਹੀਂ, ਕੋਈ ਜਿੰਨੇ ਦੇਵੀ ਦੇਵਤੇ ਹੈਗੇ ਆ ਇਹ ਸਾਰਿਆਂ ਦੀ ਗੱਲ ਕਰ ਰਹੇ ਆ। ਕੋਈ ਸਿੱਧ ਹੋਵੇ, ਕੋਈ ਨਰ ਹੋਵੇ, ਤੁਸੀਂ ਉਹਨੂੰ ਉਹਦੇ ਕੋਲ ਨਹੀਂ ਜਾਣਾ, ਕਿਉਂਕਿ ਉਹ ਇੱਕ ਅਲੱਗ ਰੂਪ ਆ। ਠੀਕ ਹੈ। ਹਾਂ, ਅਗਲੀ ਤੋਂ ਬੋਲੋ ਨਹੀਂ ਜੈਸੇ असत एक दिगर कोई, दिगर मतलब दूसरा कौन है भाई? हमेशा रहन वाला। असत मतलब हमेशा रहन वाला इको ही हैगा, तू ही हैगा, तू ही हैगा, होर कौन है? कहते क्वेश्चन मार्क है। असत एक कहते हमेशा रहन वाला एक है, वो मालक। दिगर कोई होर कौन है उस तो अलावा? हाँ जी वीर जी। हाँ, उस परमात्मा ਨੂੰ ਛੱਡ ਕੇ ਜੇ ਤੁਹਾਡੀ ਕੋਈ ਅਰਦਾਸ ਵੀ ਨਿਕਲੀ ਹੈ। ਮੈਂ ਕੱਲ ਆਪ ਜੀ ਨਾਲ ਗੱਲ ਕੀਤੀ ਸੀ ਕਿ ਉਹ ਵਿਚਾਰ ਹੋਈ ਸੀ ਕਿ ਚਰਨਜੀਤ ਪਤਾ ਨਹੀਂ ਕਿਹੜੀ ਭਾਸ਼ਾ ਬੋਲ ਰਿਹਾ, ਗੁਰਦੁਆਰੇ ਕਿਉਂ ਨਹੀਂ ਮੱਥਾ ਟੇਕਣ ਨੂੰ ਤੁਹਾਡਾ ਦਿਲ ਕਰਨਾ, ਮੰਦਿਰ 'ਚ ਕਿਉਂ ਨਹੀਂ ਮੱਥਾ ਟੇਕਣ ਨੂੰ ਦਿਲ ਕਰਨਾ? ਕਿਉਂਕਿ ਤੁਸੀਂ ਬਹੁਤ ਗਹਿਰੇ ਜਾ ਚੁੱਕੇ ਜੋ, ਉੱਥੇ ਕੋਈ ਜਾਂਦਾ ਨਹੀਂ ਹੈ। ਜਦੋਂ ਤੁਸੀਂ ਇੱਥੇ ਪਹੁੰਚ ਗਏ ਨਾ, ਬਾਈ ਪ੍ਰੋਡਕਟ ਆਟੋਮੈਟਿਕਲੀ ਸਭ ਕੁਝ ਸਟਾਪ ਹੋ ਜਾਣਾ। ਪਰਮਾਤਮਾ ਬਹੁਤ ਪਾਵਰਫੁਲ ਹੈ, ਉਹਦੇ ਵਿੱਚ ਜਾਣਾ ਹੀ ਮੇਨ ਹੈ। ਫਿਰ ਉਹ ਬਾਣੀ 'ਚ ਕਹਿੰਦੇ ਆ, ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤਿਮਾਈਏ ਪਰਮਾਨੰਦ। ਹਾਂਜੀ, ਤੇ ਜਿਸ ਮਰਨੇ ਸੇ ਜਗ ਡਰੇ, ਉਹ ਮਰਨ ਜੰਮਣ ਤੋਂ ਬੰਦਾ ਮੁਕਤ ਹੋ ਜਾਂਦਾ ਹੈ। ਕਿਉਂ ਮੁਕਤ ਹੋ ਜਾਂਦਾ ਹੈ? ਉਸਨੇ ਪ੍ਰਕਿਰਤੀ ਨੂੰ ਅਲੱਗ ਕਰ ਦਿੱਤਾ ਹੈ, ਪ੍ਰਕਿਰਤੀ ਤੋਂ ਅੱਗੇ ਲੰਘ ਜਾਂਦਾ ਹੈ ਬੰਦਾ। ਆਪ ਸਮਝਦੇ ਜੋ ਵਿਧੀ, ਜਿਹੜੀ ਪ੍ਰਕਿਰਤੀ, ਜਿਹੜੀ ਮਾਇਆ ਹੈ, ਜਿਹੜਾ ਪ੍ਰਪੰਚ ਹੈ, ਪ੍ਰਪੰਚ ਮਾਇਆ ਆਇਆ ਜਿਹੜਾ ਰਚਿਆ, ਇਸ ਤੋਂ ਅੱਗੇ ਲੰਘ ਜਾਣਾ, ਅੰਦਰ ਲੰਘ ਕੇ ਉਸ ਨਿਰਗੁਣ ਸੱਚ ਬ੍ਰਹਮ ਦੇ ਤੱਕ ਪਹੁੰਚ ਜਾਣਾ।
ਕੋਈ ਮਾਮੂਲੀ ਗੱਲ ਹੈ। ਪਰ ਜਦੋਂ ਬੰਦਾ ਉੱਥੇ ਪਹੁੰਚ ਜਾਂਦਾ ਹੈ, ਫਿਰ ਪ੍ਰਕਿਰਤੀ 'ਚ ਇੰਨੀ ਪਾਵਰ ਨਹੀਂ ਕਿ ਤੁਹਾਡੀ ਸੁਰਤੀ ਨੂੰ ਬਾਹਰ ਖਿੱਚ ਲੇ। ਨਹੀਂ, ਬਿਲਕੁਲ ਬਹੁਤ ਅੰਦਰ ਚਲੇ ਹਾਂ। ਬਹੁਤ ਬਹੁਤ ਤਗੜੀ ਜਗ੍ਹਾ ਦੇ ਵਿੱਚ ਤੁਸੀਂ ਪਹੁੰਚ ਚੁੱਕੇ ਜੋ, ਉੱਥੇ ਕੋਈ ਜਾ ਹੀ ਨਹੀਂ ਸਕਦਾ, ਪ੍ਰਕਿਰਤੀ ਵੀ ਨਹੀਂ ਜਾ ਸਕਦੀ ਨਾ, ਨਹੀਂ ਜਾ ਸਕਦੀ। ਪ੍ਰਕਿਰਤੀ ਜਿਹੜੀ ਜ਼ੋਰ ਲਾ ਸਕਦੀ ਆ, ਆਪਾਂ ਨੂੰ ਰੋਕਣ ਦਾ ਪਹਿਲਾਂ ਕਰ ਸਕਦੀ ਆ, ਪਰ ਜਿਹੜਾ ਚਲਾ ਗਿਆ ਉਹਨੂੰ ਨਹੀਂ, ਉਹਨੂੰ ਪਿੱਛੇ ਨਹੀਂ ਕੁਝ ਖਿੱਚ ਸਕਦੀ, ਕੁਝ ਨਹੀਂ ਕਰ ਸਕਦੀ। ਹਾਂ ਨਿੱਜਰ ਸਾਹਿਬ ਦੇਖੋ, ਪ੍ਰਕਿਰਤੀ ਮਤਲਬ ਸੀੜੀ ਹੈ, ਸੀੜੀ ਪੌੜੀ। ਇੱਕ ਡੰਡਾ, ਇੱਕ ਹਿੱਸਾ ਜਿਹੜਾ ਰੱਬ ਨਾਲ ਜੁੜਿਆ, ਦੂਜਾ ਹਿੱਸਾ ਪ੍ਰਕਿਰਤੀ ਨਾਲ ਜੁੜਿਆ। ਥੱਲੇ ਪ੍ਰਕਿਰਤੀ ਹੈ, ਉੱਤੇ ਬ੍ਰਹਮ ਹੈ। ਤੇ ਜਦੋਂ ਆਪਾਂ ਉੱਤੇ ਚੱਲ ਜਾਂਦੇ ਹਾਂ, ਪ੍ਰਕਿਰਤੀ ਮੁੜ ਕੇ ਸਪੋਰਟ ਕਰਨ ਡੈ ਪੈਂਦੀ ਹੈ। ਪਰ ਇਹ ਹੈ ਕਿ ਥੋੜਾ ਜ਼ੋਰ ਤੇ ਜ਼ਰੂਰ ਲੱਗਦਾ ਹੈ। ਫਿਰ ਗੇਮ ਕਾਹਦੀ ਹੋਈ ਨਿੱਜਰ ਸਾਹਿਬ? ਹਾਂ, ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ। ਅੱਗੇ ਚੱਲੀਏ। ਹਾਂਜੀ, ਮਹੱਲਾ ਪਹਿਲਾ। ਹਾਲੇ ਵੀ ਦੇਖੋ ਮਹਾਰਾਜ ਕਿੰਨਾ ਜ਼ਰੂਰੀ ਹੈਗਾ ਇਹ ਚੀਜ਼ ਜਿਹੜੀ ਹੈਗੀ ਆ। ਇਹ ਸ਼ਲੋਕ ਤੇ ਸ਼ਲੋਕ ਦੇਈ ਜਾ ਰਹੇ ਇਸੇ ਗੱਲ ਦੇ ਪਿੱਛੇ। ਨਾ ਦਾਦੇ ਦਿਹਿੰਦ ਆਦਮੀ, ਕਹਿੰਦੇ ਦਾਦੇ ਮਤਲਬ ਕਹਿੰਦੇ ਆ, ਦਿਹਿੰਦ ਦਾ ਮਤਲਬ ਹੁੰਦਾ ਹੈ ਦੇਣ ਵਾਲੇ, ਦਾਦੇ ਦਾ ਦਾਦ ਮਤਲਬ ਜਿਹੜਾ ਹੁੰਦਾ ਇਨਸਾਫ, ਇਨਸਾਫ ਦੇਣ ਵਾਲੇ ਜਿਹੜੇ ਹੈਗੇ, ਇਹਨਾਂ ਦੇ ਕਾਜੀ ਹੋਣ, ਪਹਿਲਾਂ ਕਾਜੀ ਹੁੰਦੇ ਸੀ, ਅੱਜ ਕੱਲ੍ਹ ਜੱਜ ਹੁੰਦੇ ਆ। ਕਹਿੰਦੇ ਇਹ ਵੀ ਜਿਹੜੇ ਹੈਗੇ ਇਨਸਾਫ ਦੇਣ ਵਾਲੇ ਬੰਦੇ ਜਿਹੜੇ ਹੈਗੇ, ਇਹ ਵੀ ਹਮੇਸ਼ਾ ਰਹਿਣ ਵਾਲੇ ਨਹੀਂ ਹੈਗੇ। ਨਾ ਸਪਤ ਜੇਰ ਜਿਮੀ, ਜੇਰ ਮਤਲਬ ਥੱਲੇ, ਸਪਤ ਮਤਲਬ ਸੱਤ ਪਤਾਲ, ਜਿਹੜੇ ਪਾਣੀ ਧਰਤੀ ਜੋ ਹੈ ਜ਼ਮੀਨ ਦੇ ਥੱਲੇ ਹੈਗਾ ਨਾ, ਉਹ ਹਮੇਸ਼ਾ ਰਹਿਣ ਵਾਲੇ ਆ। ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਕਹਿੰਦੇ ਉਸ ਮਾਲਕ ਪਰਮਾਤਮਾ ਤੋਂ ਇਲਾਵਾ ਸਾਰੀ ਚੀਜ਼ ਜਿਹੜੀ ਹੈਗੀ ਆ ਨਾਸ਼ਵਾਨ ਹੈਗੀ ਆ, ਹਮੇਸ਼ਾ ਰਹਿਣ ਵਾਲੀ ਨਹੀਂ ਹੈ। ਉਹ ਇਕੱਲਾ ਮਾਲਕ ਪਰਮਾਤਮਾ ਹੀ ਹਮੇਸ਼ਾ ਰਹਿਣ ਵਾਲਾ ਹੈ। ਹਾਂਜੀ ਵੀਰ ਜੀ। ਹਾਂਜੀ, ਫਿਰ ਜੀ ਉਹ ਗੱਲ ਨੂੰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ, ਰਿਪੀਟ ਕੀਤਾ ਹੈ ਕਿ ਜਿਹੜੀ ਸ਼ਕਤੀ ਜਥਾਰਕ ਹੈਗੀ ਉਹ ਬ੍ਰਹਮ ਹੈ, ਨਿਰਗੁਣ ਬ੍ਰਹਮ, ਹੋਰ ਕੁਛ ਨਹੀਂ ਜੀ ਹੈਗਾ। ਇਹਦਾ ਮਤਲਬ ਇਹੋ ਹੀ ਹੈ ਬਾਰ-ਬਾਰ ਸਾਨੂੰ ਰਿਪੀਟ ਕਰਨ ਦਾ ਕਿ ਤੁਸੀਂ ਭਗਤੀ ਉਹਦੀ ਕਰਨੀ ਹੈ, ਜਿਹੜੀ ਚੀਜ਼ ਦਿਖ ਰਹੀ ਆ ਉਹਦੀ ਭਗਤੀ ਨਹੀਂ ਕਰਨੀ, ਬਸ ਆਹ ਚੀਜ਼ ਹੈ। ਹਾਂ, ਜੜ ਦੀ ਭਗਤੀ ਨਹੀਂ ਜੀ ਕਰਨੀ। ਹਾਂ, ਇਹ ਜੜ ਹੈ ਸਾਰਾ। ਤੁਸੀਂ ਕਿਹਦੀ ਭਗਤੀ ਕਰਨੀ? ਉਸ ਪਰਮਾਤਮਾ ਚੇਤਨ ਦੀ, ਜਿਹੜਾ ਕੁਛ ਨਹੀਂ ਕਰ ਰਿਹਾ, ਬਿਲਕੁਲ ਸ਼ਾਂਤੀ ਨਾਲ ਆਪਣੇ ਅੰਦਰ ਬੈਠਾ ਹੈ ਸਮਾਧੀ ਲਈ। ਔਰ ਜਦੋਂ ਤੁਸੀਂ ਅੰਦਰੋਂ ਸ਼ਾਂਤ ਹੋ ਗਏ ਤੇ ਫਿਰ ਉਹਨੂੰ ਤੁਸੀਂ ਦੇਖ ਲੈਂਦੇ ਜੀ। ਬਸ ਇੰਨਾ ਹੀ ਫਰਕ ਹੈ, ਕਿਉਂਕਿ ਖੁਦ ਸ਼ਾਂਤ ਬੈਠਾ ਹੈ। ਉੱਥੇ ਕੁਛ ਨਹੀਂ ਹੈਗਾ, ਉੱਥੇ ਟਾਈਮ ਨਹੀਂ ਹੈਗਾ, ਉੱਥੇ ਧਰਤੀਆਂ, ਸੂਰਜ, ਆਕਾਸ਼ ਨਹੀਂ ਹੈਗੇ, ਉੱਥੇ ਇਕੱਲਾ ਬ੍ਰਹਮ ਬੈਠਾ ਹੈ। ਔਰ ਬ੍ਰਹਮ ਦੀ ਇੱਕੋ ਹੀ ਰਿਕੁਆਇਰਮੈਂਟ ਆ, ਕਬੀਰ ਸਾਹਿਬ ਬੜੀ ਚੰਗੀ ਤਰ੍ਹਾਂ ਸਮਝਾਏ, ਤੁਕ ਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਖੁਦਾ ਹੈ। ਜੇ ਤੂੰ ਆਪਣੇ ਮਨ ਨੂੰ ਰੋਕ ਲੇਗਾ ਤੇ ਕਿਹੜਾ ਖੁਦਾ ਰੱਬ ਕੀ ਹੋਏਗਾ? ਹਾਜ਼ਰ ਹਜ਼ੂਰ, ਤੂੰ ਦੇਖ ਲੇਗਾ। ਬਸ ਇੰਨਾ ਛੋਟਾ ਜਿਹਾ ਕੰਮ ਹੈ। ਕਹਿੰਦਾ ਬੋਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਉਧਰ ਲਾਉਣਾ। ਕਿੱਧਰੋਂ ਪੁੱਟਣਾ? ਜੜ ਤੋਂ ਪੁੱਟ ਕੇ ਮਨ ਨੂੰ ਨਿਰਗੁਣ ਬ੍ਰਹਮ ਚ ਲਾਉਣਾ। ਇੰਨਾ ਛੋਟਾ ਜਿਹਾ ਕੰਮ, ਠੀਕ ਹੈ ਜੀ। ਪਰ ਇਹ ਲਾਉਣਾ ਵੀ ਕੋਈ ਵਿਰਲਾ ਹੀ ਲਾ ਸਕਦਾ ਹੈ, ਕਿਉਂਕਿ ਕੋਈ ਚੱਲਣ ਨੂੰ ਤਿਆਰ ਨਹੀਂ। ਕਿਉਂਕਿ ਇਨਸਾਨ, ਇਹ ਬਾਣੀ ਚ ਕਿਉਂ ਸਾਨੂੰ ਸਮਝਾ ਰਿਹਾ ਕਿ ਇੱਥੇ ਮੂਰਤੀਆਂ, ਦੇਵਤੇ ਦੇ ਵੱਲ ਨਹੀਂ ਜਾਣਾ, ਕਿਉਂਕਿ ਸਾਰੀ ਦੁਨੀਆ ਇੱਥੇ ਬੈਠੀ ਹੋਈ ਹੈ। ਤੁਸੀਂ ਮੰਦਿਰਾਂ ਚ ਜਾ ਕੇ ਵੇਖੋ ਕਿ ਨੇ ਗਾਂ ਦੀ ਫੋਟੋ ਬਣਾਈ ਹੈ, ਕਿਸੇ ਨੇ ਝੋਟੇ ਦੀ ਬਣਾਈ ਹੈ ਤੇ ਕਿਸੇ ਨੇ ਮੱਝ ਦੀ ਬਣਾਈ ਹੈ। ਕੋਈ ਪਤਾ ਨਹੀਂ ਕਿੱਦਾਂ ਦੀਆਂ ਵਿੰਗੇ ਟੇਡੇ ਦੇਵੀ ਦੇਵਤੇ ਜੀ ਬਣਾ ਕੇ ਬੈਠੇ ਨੇ, ਕਿਹਦੀ ਜ਼ਬਾਨ ਏਡੀ ਲੰਮੀ ਆ, ਇਹਨੂੰ 15-20 ਬਾਹਾਂ ਲੱਗੀਆਂ ਹੋਈਆਂ ਨੇ। ਉੱਥੇ ਰੱਬ ਰੁੱਬ ਦੀ ਤੇ ਗੱਲ ਹੈ ਹੀ ਨਹੀਂ ਨਾ। ਕਿੱਥੇ ਰੱਬ ਦੀ ਗੱਲ? ਕਿਉਂਕਿ ਉਹ ਉਧਰ ਕੋਈ ਮੂੰਹ ਹੀ ਨਹੀਂ ਕਰਦਾ, ਡਰਦਾ ਜਾਂਦਾ ਹੀ ਨਹੀਂ ਉਧਰ ਰੱਬ ਵੱਲ। ਇਸ ਕਰਕੇ ਲੋਕਾਂ ਨੇ ਰੱਬ ਨੂੰ ਗੈਪ ਕਰਤਾ। ਬਿਲਕੁਲ, ਰੱਬ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਇੱਥੇ ਮੰਦਿਰਾਂ ਚ ਜਾਓ, ਜਿੱਥੇ ਮਰਜ਼ੀ ਚੱਲ ਜਾਓ, ਗੁਰਦੁਆਰਿਆਂ ਚ ਚੱਲ ਜਾਓ, ਉੱਥੇ ਗੁਰੂ ਹੈਗੇ ਨੇ, ਬਾਬੇ ਆਉਣਗੇ, ਕੋਈ ਵਾਲੀਆ ਹੋਊਗਾ ਕਿ ਫਲਾਣੇ ਦੀ, ਪਰ ਉੱਥੇ ਪਰਮਾਤਮਾ ਦੀ ਗੱਲ ਤੇ ਹੁੰਦੀ ਨਹੀਂ। ਉਹ ਉੱਥੇ ਕਿਉਂ ਨਹੀਂ ਪਰਮਾਤਮਾ ਦੀ ਗੱਲ? ਕਿਉਂਕਿ ਫਿਰ ਲੋਕਾਂ ਨੇ ਕਹਿਣਾ ਕਿ ਸਾਨੂੰ ਮਿਲਾਓ ਪਰਮਾਤਮਾ ਦੇ ਨਾਲ, ਤੇ ਉਹਦਾ ਜਵਾਬ ਨਹੀਂ ਹੁੰਦਾ ਫਿਰ। ਨਹੀਂ, ਉਹ ਐਕਚੁਅਲੀ ਗੋਰਖੀ ਸਾਹਿਬ ਪਤਾ ਕੀ ਪ੍ਰੋਬਲਮ ਹੈਗੀ ਆ? ਪ੍ਰੋਬਲਮ ਬੇਸਿਕ ਫੰਡਾਮੈਂਟਲ ਪ੍ਰੋਬਲਮ ਹੈਗੀ ਆ ਚੜਾਵਾ। ਜੇ ਹੁਣ ਉਹ ਰੱਬ ਦੀ ਗੱਲ ਕਰਨ ਤੇ ਫਿਰ ਜਿਹੜਾ ਹੈਗਾ ਉਸ ਪਰਟੀਕੂਲਰ ਜਗ੍ਹਾ ਦੇ ਉੱਤੇ ਚੜਾਵਾ ਕਿਵੇਂ ਆਊਗਾ, ਇਹ ਦੱਸੋ। ਹਾਂ, ਤੇ ਪੰਨੇ ਜੈਸਾ ਚੜਾਵਾ ਤੇ ਮਾੜਾ ਨਾ, ਚੜਾਵਾ ਤੇ ਮਾੜਾ ਹੈ। ਉਹ ਚੜਾਵਾ ਤੇ ਤੁਹਾਡੇ
ਜੀਵਨ ਖਾ ਜਾਂਦਾ ਬੰਦੇ ਦਾ। ਬਿਲਕੁਲ ਖਾ ਜਾਂਦਾ। ਪੂਜਾ ਦਾ ਧਾਨ ਜਿਹੜਾ ਹੈ ਖਤਮ ਕਰ ਦਿੰਦਾ ਬੰਦੇ ਨੂੰ। ਹਾਂਜੀ ਵੀਰ। ਆ ਤਾਂ ਤੁਹਾਡੀ ਬੁੱਧੀ ਭ੍ਰਿਸ਼ਟ ਹੋਈ ਨਹੀਂ, ਤੁਸੀਂ ਖਾਣਾ ਸ਼ੁਰੂ ਕਰ ਦਿਓ ਬਸ। ਉਹ ਸੰਤ ਦੀ ਕਥਾ ਭੁੱਲ ਗਏ ਜੋ ਜਿਹੜਾ ਜਿਹਨੂੰ ਰਾਜਾ ਲੈ ਗਿਆ ਸੀ ਆਪਣੇ ਘਰ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉਹਨੂੰ ਪਤਾ ਨਹੀਂ ਲੱਗਣਾ ਵਿਚਾਰੇ ਨੂੰ, ਕਿਉਂਕਿ ਉਹ ਕੱਲਾ ਧਨ ਨਹੀਂ ਨਾ ਹੈਗਾ, ਨਾਲ ਉਹਦੇ ਨਾਲ ਜ਼ਿੰਮੇਵਾਰੀ ਸੀ। ਉਹ ਜ਼ਿੰਮੇਵਾਰੀ ਤੇ ਉਹਨੇ ਨਿਭਾਈ ਨਹੀਂ, ਉਹ ਪੈਸੇ ਖਾ ਲਏ। ਜ਼ਿੰਮੇਵਾਰੀ ਫਿਰ ਮੋਢੇ ਤੇ ਆ ਕੇ ਬਹਿ ਜਾਂਦੀ ਹੈ। ਬਿਲਕੁਲ ਸਹੀ ਹੈ ਜੀ, ਬਿਲਕੁਲ। ਉਹ ਫਿਰ ਉਹ ਤੁਹਾਡੀ ਬੁੱਧੀ ਭ੍ਰਿਸ਼ਟ ਹੋ ਜਾਣੀ ਹੈ। ਜਿੰਨਾ ਤੁਸੀਂ ਖਾਈ ਜਾਓਗੇ ਤੁਹਾਡਾ ਦਿਮਾਗ ਬੜਾ ਮੋਟਾ ਹੋ ਜਾਣਾ। ਤੇ ਉਹ ਕਹਿੰਦੇ ਨਾ ਮਨ ਤੂੰ ਮੈਗਲ। ਮਨ ਤੋਂ ਮੈਗਲ ਹੋਏ ਰਹੇ ਹੋ, ਨਿਕਸਿਓ ਕਿਉਂ ਕਰ ਜਾਏ। ਹਾਂਜੀ ਵੀਰ ਜੀ। ਉਹਦੇ ਚ ਤੇ ਕੁਝ ਹੋਰ ਹੀ ਭਰ ਲਿਆ, ਤੁਸੀਂ ਏਡਾ ਵੱਡਾ ਕਰ ਲਿਆ। ਉਹ ਆਤਮਾ ਚ ਕਿੱਥੋਂ ਬਣਨਾ? ਕਿਉਂਕਿ ਆਤਮਾ ਤੇ ਕੋਲ ਤੁਸੀਂ ਜਾਣਾ ਤੇ ਉਹ ਜੋ ਤੁਸੀਂ ਗੰਦ ਭਰਿਆ ਉਹ ਪ੍ਰਗਟ ਹੋਈ ਜਾਣਾ। ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ ਜੀ, ਬਿਲਕੁਲ ਸਹੀ ਹੈ। ਫਿਰ ਤੁਸੀਂ ਲੰਘਣਾ। ਹੁਣ ਮੇਰੇ ਵਰਗੇ ਨੇ ਇੱਥੇ ਲੱਕ ਦੇ ਨਾਲ ਬੜਾ ਕੋਈ ਪੰਡਾ ਬੱਧੀ ਹੋਣ ਤੇ ਮੈਨੂੰ ਕੋਈ ਨਹੀਂ ਲੰਘ। ਉੱਥੇ ਜਗ੍ਹਾ ਤੇ ਕੇਵਲ ਮੇਰੇ ਲੰਘਣ ਵਾਸਤੇ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੇ ਫਿਰ ਬੜੀ ਮੁਸ਼ਕਿਲ ਹੋ ਜਾਏਗੀ। ਹਾਂਜੀ ਨਿਜਾ ਸਾਹਿਬ ਅੱਗੇ ਚਲੀਏ। ਹਾਂ ਅੱਗੇ ਹਾਲੇ ਵੀ ਦੇਖੋ ਮਹਾਰਾਜ ਹਾਲੇ ਵੀ ਲਾ ਰਹੇ ਮਹੱਲਾ ਪਹਿਲਾ, ਏਕ ਨਾ ਸੂਰਜ ਸਸ ਮੰਡਲੋ। ਦੇਖੋ ਹੁਣ ਕਹਿੰਦੇ ਪਲੈਨਟ, ਨਾ ਸੂਰਜ ਕਹਿੰਦੇ, ਨਾ ਚੰਦਰਮਾ, ਨਾ ਜਿਹੜੇ ਜਿੰਨੇ ਵੀ ਪਲੈਨਟ ਹੈਗੇ ਆਕਾਸ਼ ਜਿਹੜਾ ਮੰਡਲ ਹੈਗਾ, ਸੌਰ ਮੰਡਲ ਜਿਹੜਾ ਬ੍ਰਹਮ ਜਿਹੜਾ ਉੱਪਰ ਦਿਸ ਰਿਹਾ ਸਾਰਾ ਜਿਹੜਾ ਬ੍ਰਹਮਾਂਡ ਕਹਿੰਦੇ ਸਾਰਾ ਦਾ ਸਾਰਾ, ਇਹ ਵੀ ਸਥਿਰ ਨਹੀਂ ਹੈਗਾ। ਇਹਦੀ ਵੀ ਪੂਜਾ ਨਹੀਂ ਕਰਨੀ। ਨਾ ਸੂਰਜ ਦੀ, ਨਾ ਚੰਦਰਮਾ ਦੀ, ਨਾ ਮੰਡਲ ਦੀ, ਨਾ ਸਪਤ ਦੀਪ ਨਹਿ ਜਲੋ। ਸਪਤ ਦੀਪ ਜਿਹੜੀ ਹੈ 7 ਦੀਪਾਂ ਵਾਲੀ ਧਰਤੀ, ਤੇ ਨਾ ਜਿਹੜਾ ਹੈਗਾ ਜਲ ਪਾਣੀ, ਅੰਨ ਪੌਣ ਥਿਰ ਨਾ ਕੋਈ, ਨਾ ਅੰਨ ਤੇ ਨਾ ਹਵਾ। ਕੋਈ ਚੀਜ਼ ਥਿਰ ਨਹੀਂ ਹੈਗੀ, ਹਮੇਸ਼ਾ ਰਹਿਣ ਵਾਲੀ ਨਹੀਂ ਹੈਗੀ। ਉਹਦੀ ਅਸਲੀ ਰੂਪ ਨਹੀਂ ਹੈਗਾ। ਏਕ ਤੂੰ ਹੀ, ਇੱਕ ਮਾਲਕ ਪਰਮਾਤਮਾ, ਇੱਕ ਮਾਲਕ ਪਰਮਾਤਮਾ ਜਿਹੜਾ ਨਿਰਗੁਣ ਹੈਗਾ ਉਹੀ ਅਸਲੀ ਹੈਗਾ। ਤੇ ਹੇ ਇਨਸਾਨ ਤੂੰ ਵੀ ਨਿਰਗੁਣ ਹੈਗਾ, ਅਸਲੀ ਆਪਣੇ ਅਸਲੀ ਰੂਪ ਦੇ ਨੂੰ ਬੁੱਝ ਕੇ ਅੰਦਰ ਵੜ ਕੇ ਉਹਦੇ ਨੇੜੇ ਜੇ ਹੋ ਕੇ ਬੈਠ ਜਾ। ਹਾਂਜੀ ਵੀਰ ਜੀ। ਹਾਂਜੀ ਦੇਖ ਲਓ ਫਿਰ ਸਮਝਾ ਰਹੇ, ਨਾ ਸੂਰਜ ਨਾ ਸੱਸ ਨਾ ਚੰਦਰਮਾ ਨਾ ਸੂਰਜ, ਇਹ ਨਹੀਂ ਹੈਗੇ ਜੇ, ਨਾ ਮੰਡਲੋਂ ਨਹੀਂ ਹੈਗੇ। ਤੇ ਅੱਜ ਦੀ ਡੇਟ 'ਚ ਵੇਖੋ ਰੱਬ ਇਨਸਾਨ ਨੇ ਹਮੇਸ਼ਾ ਹੀ ਉਸ ਜਗ੍ਹਾ 'ਚ ਬਣਾਇਆ ਹੈ, ਮਤਲਬ ਜਿੱਥੇ ਤੁਹਾਡੀ ਪਹੁੰਚ ਨਹੀਂ ਹੈ। ਪਰਮਾਤਮਾ ਕੋਈ ਏਦਾਂ ਦੀ ਸਤਾ ਥੋੜੀ ਕਿ ਜਿਹੜੀ ਇੱਕ ਅਲੱਗ ਜਗ੍ਹਾ ਤੇ ਬੈਠੀ ਹੈ। ਫਿਰ ਧਰਤੀ ਕੌਣ ਚਲਾਉਂਦੇ ਆ ਜੇ ਪਰਮਾਤਮਾ ਸਾਈਡ ਤੇ ਬੈਠਾ ਹੈ? ਖਾਣ ਨੂੰ ਕੌਣ ਦੇ ਰਿਹਾ ਫਿਰ? ਤੁਹਾਡੀ ਉਹ ਠੇਕਾ ਕਿਹਨੇ ਲਿਆ ਹੋਇਆ? ਕੀੜੀਆਂ ਮਕੌੜਿਆਂ, ਨਿੱਕੇ ਨਿੱਕੇ ਕੀੜਿਆਂ ਦਾ ਕੰਟਰੈਕਟ ਹੈ ਉਹਨਾਂ ਦਾ, ਭੰਡਾਰੀ ਦਾ ਜ਼ਿੰਮੇਵਾਰੀ ਹੈ ਪੂਰੀ। ਬਿਲਕੁਲ ਰਿਜ਼ਕ ਪਹੁੰਚਣਾ ਚਾਹੀਦਾ ਵਾ। ਹਾਂ ਕਹਿੰਦੇ ਕੀਟਾਂ ਦੇ ਅੰਦਰ ਕੀੜੇ ਆ, ਉਹਨਾਂ ਨੂੰ ਰਿਜ਼ਕ ਪਹੁੰਚਣ ਦਿਆ, ਤੂੰ ਕਿੱਥੇ ਬੈਠਾ ਹੈ? ਤੈਨੂੰ ਆਪਣੇ ਬੱਚਿਆਂ ਦੀ ਟੈਨਸ਼ਨ ਪਈ ਹੈ? ਜਿਹੜਾ ਕੀੜਿਆਂ ਦੇ ਅੰਦਰ ਕੀੜੇ ਨੂੰ ਰੋਟੀ ਦੇਣ ਦਿਆ ਤੇ ਤੇਰੇ ਬੱਚਿਆਂ ਨੂੰ ਰੋਟੀ ਨਾ ਮਿਲੂਗੀ? ਉਹ ਲੂਲੇ ਲੰਗੜੇ ਆ। ਬਿਲਕੁਲ। ਤੂੰ ਕਿਹੜੇ ਠੇਕਾ ਲੈ ਲਈ? ਤੂੰ ਮੋਹ ਦੇ ਵਿੱਚ ਫਸਿਆ, ਤੈਨੂੰ ਲੋੜ ਹੀ ਨਹੀਂ ਉੱਥੇ ਜਾਣ ਦੀ। ਤੂੰ ਪ੍ਰਕਿਰਤੀ ਦੇ ਕੰਮ 'ਚ ਇੰਟਰਫੇਰੈਂਸ ਕਰ ਰਿਹਾ, ਤਾਂ ਹੀ ਤੂੰ ਇਸੇ ਧਰਤੀ ਤੇ ਭਟਕਦਾ ਫਿਰ ਰਿਹਾ। ਜ਼ਿੰਮੇਵਾਰੀ ਚੁੱਕ ਲਈ ਹੈ, ਠੇਕਾ ਲੈ ਲਿਆ 3-4 ਪੁਸਤਾਂ ਦਾ। ਪਰ ਦੁਖੀ ਕੋਈ ਇਨਸਾਨ ਹੈ, ਕਿਉਂਕਿ ਹੁਣ ਜਦੋਂ ਇੰਨਾ ਮੋਹ ਕੀਤਾ ਹੋਵੇ, ਅਗਲੇ ਕਹਿੰਦੇ ਕੌਣ ਹੈ ਬਈ ਤੂੰ, ਕੌਣ ਹੈ? ਇਹਨੂੰ ਭੇਜੋ ਘਰੋਂ ਬਾਹਰ, ਬੜਾ ਖੰਘਦਾ। ਫਿਰ ਤੂੰ ਦੁਖੀ ਹੁੰਦਾ ਕਿ ਬੜਾ ਯਾਰ ਮੈਂ ਆਪਣਾ ਸਾਰਾ ਜੀਵਨ ਲਾਇਆ ਸੀ, ਮੈਂ ਇਹਨਾਂ ਨੂੰ ਪਤਾ ਨਹੀਂ ਕੀ ਕਰਦਾ ਰਿਹਾ, ਕਿੱਥੇ ਕਿੱਥੇ ਖੜਦਾ ਰਿਹਾ, ਤੇ ਅੱਜ ਤੇ ਇਹਨਾਂ ਨੂੰ ਮੇਰੀ ਕੋਈ ਕਦਰ ਹੀ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਤੈਨੂੰ ਆਪਣੇ ਜੀਵਨ ਤੇ ਨਜ਼ਰ ਮਾਰਨ ਦੀ ਲੋੜ ਹੈ। ਤੇਰਾ ਜੀਵਨ ਕਿੱਦਾਂ ਦਾ ਸੀ? ਜਿੱਥੇ ਤੂੰ ਫੇਲ ਹੋਇਆ, ਤੂੰ ਕਿੱਦਾਂ ਸੋਚਦਾ ਕਿ ਤੇਰੇ ਬੱਚੇ ਪਾਸ ਹੋ ਜਾਣਗੇ? ਸਹੀ ਹੈ ਨਜ਼ਰ ਸਾਹਿਬ? ਬਿਲਕੁਲ ਸਹੀ ਗੱਲ ਹੈ। ਕਿਉਂਕਿ ਤੂੰ ਤੇ ਉਹਨਾਂ ਨੂੰ ਦੱਸਿਆ ਸੀ ਨਾ ਪੈਸੇ ਕਮਾਓ, ਕੋਠੀਆਂ ਬਣਾਓ, ਘਰ ਬਣਾਓ। ਤੁਸੀਂ ਦੱਸਿਆ ਹੀ ਨਹੀਂ ਕਿ ਚੰਗੇ ਇਨਸਾਨ ਬਣਨਾ ਹੈ। ਪੁੱਤ ਆ ਦੇਖ ਮੇਰੇ ਪੁੱਤ, ਮੈਂ ਤਨਖਾਹ ਲੈਣਾ, ਉੱਥੇ ਮੇਰੀ ਡਿਊਟੀ ਬਣਦੀ 8 ਘੰਟੇ, ਪਰ ਤੂੰ ਮੈਂ 9 ਘੰਟੇ ਕੰਮ ਕਰਦਾ। ਆ ਦੇਖੋ, ਉਹਨਾਂ ਨੂੰ ਲੈ ਕੇ ਜਾਓ, ਨਾਲ ਦਿਖਾਓ। ਆ ਦੇਖ ਪੁੱਤ, ਸ਼ਾਮ ਤੱਕ ਮੈਂ ਇੰਨਾ ਕੰਮ ਕੀਤਾ, ਮੇਰੇ ਕੋਲ ਇੰਨੇ ਬੰਦੇ ਆਏ ਸੀ, ਫਰਿਆਦੀ ਸੀ, ਉਹਨਾਂ ਕਈਆਂ ਕੋਲ ਪੈਸੇ ਨਹੀਂ ਸਨ, ਪਰ ਪੁੱਤ ਮੈਂ ਆਪਣੇ ਕੋਲੋਂ ਪੈਸੇ ਪਾ ਕੇ ਉਹਨਾਂ ਦਾ ਇਲਾਜ ਕਰ ਦਿੱਤਾ। ਫਿਰ ਦੇਖਣਗੇ ਉਹ, ਫਿਰ ਉਹਨਾਂ ਨੂੰ ਅਹਿਸਾਸ ਹੋਊਗਾ ਕਿ ਸਾਡੇ ਪਿਓ ਨੇ ਇਹ ਜੀਵਨ ਬਤੀਤ ਕੀਤਾ। ਇਸੇ ਲਈ ਇਨਸਾਨ ਦਾ ਬੱਚਾ ਕਿੰਨੇ ਸਾਲ ਮਾਂ ਬਾਪ ਨਾਲ ਰਹਿੰਦਾ ਹੈ, ਪਰ ਮਾਂ ਬਾਪ ਬਾਅਦ ਚ ਕਹਿੰਦੇ ਨੇ ਕਿ ਸਾਡੇ ਬੱਚੇ ਸਾਡੀ ਕਦਰ ਨਹੀਂ ਕਰਨ ਦੇ।
ਕਿਉਂ ਨਹੀਂ ਕਰਨ ਦੇ? ਕਿਉਂਕਿ ਉਹਨਾਂ ਦਾ ਜਿਹੜਾ ਬੇਸਿਕ ਜਿਹੜੀ ਉਹਨਾਂ ਦੀ ਐਜੂਕੇਸ਼ਨ ਸੀ ਉਹ ਤੁਸੀਂ ਕਰਨੀ ਸੀ। ਇੱਕ ਮਾਂ ਨੇ ਧੀ ਨੂੰ ਸੰਸਕਾਰ ਦੇਣੇ ਸਨ, ਉਸ ਆਪਣੇ ਕਰੈਕਟਰ ਨੂੰ, ਆਪਣੇ ਜੱਤ ਤੇ ਸੱਤ ਨੂੰ ਸਾਂਭ ਕੇ ਰੱਖਣਾ ਸੀ। ਫਿਰ ਧੀ ਨੇ ਵੀ ਉਹ ਮਾਂ ਵਰਗੀ ਬਣਨਾ ਹੀ ਸੀ। ਇਸੇ ਲਈ ਇਨਸਾਨ ਦਾ ਬੱਚਾ ਇਹਨਾਂ 'ਚ ਰਹਿੰਦਾ ਨਾਲ। ਤੇ ਜੇ ਤੇ ਵੇਖੋ ਜਾਨਵਰ ਜਨੂਰ ਉਹ ਤੇ ਘੰਟੇ 'ਚ ਤੁਰੇ ਫਿਰਦੇ ਆ। ਗਾਂ ਦਾ ਬੱਚਾ ਵੇਖੋ ਉਹਦੇ ਜੰਮਦਿਆਂ ਸਾਰੀ ਤੁਰਨ ਡਿਆ ਪੈਂਦਾ। ਇਨਸਾਨ ਦੇ ਬੱਚੇ ਨੂੰ ਇੰਨਾ ਕਿਉਂ ਰੱਖਣਾ ਪੈਂਦਾ? ਕਿਉਂ ਇੰਨਾ ਸਲੋ ਲਰਨਿੰਗ? ਪਤਾ ਨਹੀਂ ਕਿੰਨੇ ਸਾਲ ਦਾ ਤਾਂ ਤੁਰਦਾ ਬੜੀ ਮੁਸ਼ਕਲ ਨਾਲ। ਛੋਟੀ ਛੋਟੀਆਂ ਰੋਟੀਆਂ ਖਵਾਉਣੀਆਂ, ਰੋਟੀਆਂ ਨਹੀਂ ਤੁਸੀਂ ਖਵਾ ਰਹੇ, ਤੁਸੀਂ ਉਹਦੇ ਅੰਦਰ ਹਰ ਚੀਜ਼ ਪਾ ਰਹੇ ਜੋ, ਔਰ ਜੋ ਤੁਸੀਂ ਪਾਇਆ ਨਾ ਉਹਨੇ ਪ੍ਰਗਟ ਹੋਣਾ ਜੇ। ਮੁੜ ਕੇ ਤੁਸੀਂ ਕਹੋਗੇ ਕਿ ਆਹ ਕੀ ਨਿਕਲ ਆਇਆ? ਨਿਕਲ ਨਹੀਂ ਆਇਆ, ਤੁਸੀਂ ਪਾਇਆ ਅੰਦਰ ਉਹਦੇ। ਤੁਹਾਨੂੰ ਵੇਖਦਾ ਰਿਹਾ, ਜੋ ਤੁਸੀਂ ਕਰੋਗੇ ਉਦਾਂ ਹੀ। ਹੁਣ ਤੁਸੀਂ ਜੁੱਤੀ ਜਿੱਥੇ ਮਰਜ਼ੀ ਸੁੱਟ ਦਿਓ, ਉੱਚੀ ਉੱਚੀ ਰੌਲਾ ਪਾਓ, ਤੁਹਾਡੇ ਬੱਚਿਆਂ ਨੇ ਰੌਲਾ ਪਾਉਣ ਡਿਆ ਆਪਣਾ ਉੱਚੀ ਉੱਚੀ ਬੋਲਣਗੇ। ਸਾਡੇ ਪਰਿਵਾਰਾਂ 'ਚ 2-4 ਹੈਗੇ ਨੇ ਬੱਚੇ ਏਦਾਂ ਦੇ, ਬਹੁਤ ਉੱਚੀ ਬੋਲਦੇ, ਕਿਉਂਕਿ ਮਾਂ ਬਾਪ ਵੀ ਬੜੀ ਉੱਚੀ ਗੱਲ ਕਰਦੇ। ਉਹ ਬੱਚੇ ਤਾਂ ਸਿੱਖ ਗਏ। ਇਸ ਲਈ ਕਹਿੰਦੇ ਦੁੱਧਾਂ ਤੇ ਬੁੱਧਾਂ ਜਾਂਦੀਆਂ। ਕਿਉਂ ਜਾਂਦੀਆਂ? ਜੋ ਤੁਸੀਂ ਉਹਨਾਂ ਨੂੰ ਸਿਖਾਇਆ। ਜਿੱਦਾਂ ਤੁਸੀਂ ਬੋਲਦੇ ਪਏ ਜੋ, ਹੁਣ ਤੁਸੀਂ ਬੋਲਦੇ ਜੋ, ਇੱਥੇ ਆਓ ਜੀ, ਤੁਸੀਂ ਏਦਾਂ ਕਰੋ ਜੀ, ਤੁਸੀਂ ਉੱਥੇ ਜਾਓ। ਤੇ ਜਦੋਂ ਤੁਸੀਂ ਕਹੋਗੇ ਓਏ ਇੱਧਰ ਆਓ, ਓਏ ਤੂੰ ਕੀ ਕੀਤਾ ਜੀ, ਆਹ ਕੀ ਕੀਤਾ ਜੀ, ਉਲਟੇ ਪੁਲਟੇ ਲਫ਼ਜ਼ ਵਰਤੋਗੇ ਤੇ ਬੱਚਿਆਂ ਨੇ ਉਹਨਾਂ ਵੀ ਕਾਪੀ ਕਰਨਾ। ਇਹੋ ਸਾਡੇ ਸੰਸਕਾਰ ਆ। ਇਨਸਾਨ ਦਾ ਬੱਚਾ ਜਿਹੜਾ ਹੈ ਉਹ ਇਕੱਲਾ ਪੈਸੇ ਕਮਾਉਣ ਵਾਸਤੇ ਨਹੀਂ ਪੈਦਾ ਹੋਇਆ। ਉਹਨੂੰ ਚੰਗੇ ਸੰਸਕਾਰ ਦਿਓ ਕਿ ਉਹਨੂੰ ਕਹੇ ਪੁੱਤ ਤੂੰ ਇਸ ਸੰਸਾਰ ਤੇ ਆਏ ਆ, ਜਿੱਦਾਂ ਮੈਂ ਆਇਆ ਵਾਂ, ਮੈਂ ਆਪਣੇ ਕਰੈਕਟਰ ਨੂੰ ਪ੍ਰੋਪਰ ਨਿਭਾਇਆ ਹੈ। ਔਰ ਉਹਦੇ ਸਾਹਮਣੇ ਵੇਖੋ, ਅੱਧਾ ਘੰਟਾ ਭਗਤੀ ਕਰੋ, ਉਹਦੇ ਮਨ 'ਚ ਵੀ ਪੈਦਾ ਹੋਵੇ ਕਿ ਮੇਰਾ ਪਿਓ ਭਗਤੀ ਕਰਨ ਦਿਆ, ਮੈਂ ਵੀ ਕਰਾਂ। ਇੱਕ ਨਾ ਦੇਖ ਲਓ, ਜਿਹੜੇ ਹੁਣ ਪਿਓ ਜਿਹੜਾ ਦਾਰੂ ਪੀ ਜਾ ਰਿਹਾ ਆ, ਬੱਚੇ ਨੇ ਕੀ ਕਰਨਾ ਹੈ? ਬੋਤਲਾਂ ਜਿਹੜੀਆਂ 10 ਸਾਲ ਦਾ ਬੱਚਾ ਜਿਹੜਾ ਹੈਗਾ, 9 ਸਾਲ ਦਾ ਬੱਚਾ ਜਿਹੜਾ ਹੈਗਾ, 8-10 ਬੋਤਲਾਂ 'ਚ ਉਹਨੇ ਨਾ ਢੱਕਣ ਦੇ ਵਿੱਚ ਪਾ ਕੇ ਜਿਹੜਾ ਹੈਗਾ ਇੱਕ ਪੈਗ ਤਿਆਰ ਕਰ ਲੈਣਾ ਉਹਨੇ ਆਪਣੇ ਆਪ ਹੀ। ਉਹਨੇ ਕਹਿਣਾ ਮੇਰਾ ਕੋਟਾ ਪੂਰਾ ਹੋ ਗਿਆ। ਠੀਕ ਹੈ। ਸੋ ਏਦਾਂ ਵਾ ਗੱਲਾਂ ਬਾਤਾਂ ਕੀ ਹੁੰਦੀਆਂ ਵਾ ਕਿ ਇਹ ਗੱਲਾਂ ਵੈਸੇ ਮਸਾਲੇ ਮਸੂਲੇ ਲਾ ਦਈਦੇ ਥੋੜੇ ਬਹੁਤੇ, ਟੈਨਸ਼ਨ ਨਹੀਂ ਲੈਣੀ। ਹਜੇ ਵੀ ਕੋਈ ਦੇਰੀ ਨਹੀਂ ਹੋਈ। ਅੱਜ ਸ਼ੁਰੂਆਤ ਕਰ ਸਕਦੇ ਹਾਂ। ਤੇ ਜਿੱਥੇ ਲੋੜ ਆ ਉੱਥੇ ਆਪਾਂ ਕੰਮ ਕਰੀਏ, ਉੱਥੇ ਮਿਹਨਤ ਕਰੀਏ, ਕਿਉਂਕਿ ਉੱਥੇ ਚੈਲੰਜ ਆ। ਉੱਥੇ ਜਿੱਥੇ ਜ਼ਰੂਰਤ ਹੈ, ਜਿੱਥੇ ਜ਼ਿਆਦਾ ਕੋਈ ਗੜਬੜ ਹੋ ਜਾਏ, ਜਦੋਂ ਘਰ 'ਚ ਗੰਦਗੀ ਜ਼ਿਆਦਾ ਪੈ ਜਾਏ ਨਾ, ਉਦੋਂ ਫਿਰ ਨਾ ਤੇ ਔਰਤਾਂ ਕੀ ਕਰਦੀਆਂ, ਲੱਕ ਦੇ ਨਾਲ ਚੁੰਨੀ ਬੰਨ੍ਹ ਲੈਂਦੀਆਂ ਤੇ ਫਿਰ ਡਟ ਜਾਂਦੀਆਂ ਤੇ ਉਹ ਕੰਮ ਕਰਦੀਆਂ ਨਿਬੇੜ ਕੇ। ਫਿਰ ਜਦੋਂ ਆਪਾਂ ਕੰਮ ਕੰਪਲੀਟ ਕਰਦੇ ਹਾਂ, ਕਿੰਨਾ ਮਨ ਨੂੰ ਸ਼ਾਂਤੀ, ਕਿੰਨੀ ਖੁਸ਼ੀ ਮਿਲਦੀ ਹੈ ਕਿ ਹਾਂ ਵੀ ਆਹ ਕੰਮ ਕੰਪਲੀਟ ਹੋ ਗਿਆ। ਸੋ ਅੱਜ ਦੀ ਵਿਚਾਰ ਨੇਜਾ ਸਾਹਿਬ ਅੱਗੇ ਜਾਣਾ। ਹਾਂਜੀ, ਇਹ ਤਾਂ ਪੂਰਾ ਆਪਾਂ ਪੌੜੀ ਤੱਕ ਜਾਣਾ ਹੁੰਦਾ ਹੈ। ਗੁਰਕੀ ਸਾਹਿਬ ਇੱਕੋ ਹੀ ਲੈਣੇ ਆ ਆਪਾਂ, ਇੱਕ ਪੌੜੀ ਲੈਣੀ ਹੁੰਦੀ ਹੈ। ਸ਼ਲੋਕ ਲੱਗੇ ਹੋਏ ਆ, ਹੁਣ ਇਹਦੇ 'ਚ ਜ਼ਿਆਦਾ ਲੱਗੇ ਹੋਏ ਆ, ਆਪਾਂ ਨੇ ਸਾਰੇ ਲੈਣੇ ਆ। ਤੇ ਠੀਕ ਹੈ ਜੀ। ਅੱਗੇ ਅਗਲਾ ਸ਼ਲੋਕ ਆ ਗਿਆ, ਮਹਲਾ ਪਹਿਲਾ। ਨਾ ਰਿਜਕ ਦਸਤ ਆ ਕਸੇ। ਕਹਿੰਦੇ ਰਿਜਕ ਖਾਣ ਨੂੰ ਕੌਣ ਦੇ ਰਿਹਾ ਭਾਈ? ਦਸਤ ਕਹਿੰਦੇ ਹੱਥ, ਦਸਤਗੀਰੀ ਦੇ ਦਿਲਾਵਰ। ਕਹਿੰਦੇ ਹੱਥ, ਕਹਿੰਦੇ ਕਿਹਦੇ ਕਸੇ ਮਤਲਬ ਕਿਹਦੇ ਹੱਥ 'ਚ ਆ? ਦੱਸ ਰਿਜਕ ਕੌਣ ਦੇ ਰਿਹਾ ਭਾਈ? ਕਿਹਦੇ ਹੱਥ 'ਚ ਆ ਰਿਜਕ ਦੇਣਾ? ਸਾਰਿਆਂ ਨੂੰ ਜਿਹੜਾ ਹੈਗਾ। ਤੂੰ ਤਾਂ ਆਪਣਾ ਹੀ ਨਹੀਂ ਕਰ ਪਾ ਰਿਹਾ, ਆਪਣਾ ਹੀ ਦੇਖੀ ਜਾ ਰਿਹਾ ਆ। ਤੇ ਇੰਨੀ ਵੱਡੀ, ਇੰਨੇ 84 ਲੱਖ ਜੂਨਾਂ, ਔਰ ਉਹਦੇ ਵਿੱਚ ਇੱਕ ਜੂਨ 'ਚ ਕਿੰਨੇ ਜੀਵ ਹੈਗੇ ਆ। ਉਹ ਸਾਰਿਆਂ ਨੂੰ ਰਿਜਕ ਦੇਣ ਵਾਲਾ, ਪੱਥਰ ਦੇ ਅੰਦਰ ਵੀ ਜੀਵ ਹੈਗਾ, ਉਹਨੂੰ ਵੀ ਰਿਜਕ ਦੇ ਰਿਹਾ ਹੈ। ਕੌਣ ਆ ਭਾਈ ਉਹ? ਨਾ ਰਿਜਕ ਦਸਤ ਆ ਕਸੇ, ਕਿਹਦੇ ਹੋਰ ਕਿਹਦੇ ਹੱਥ 'ਚ ਆ? ਦੱਸ, ਸਮਝਾ ਮੈਨੂੰ। ਹਮਾ ਰਾਹ ਏਕ ਆਸ ਵਸੇ। ਹਮਾ ਕਹਿੰਦੇ ਸਾਰੇ ਜਿੰਨੇ ਵੀ ਹੈਗੇ ਆ, ਬਸ ਸਾਰਿਆਂ ਨੂੰ ਜਿਹੜਾ ਹੈਗਾ, ਸਾਰਿਆਂ ਦੀ ਇੱਕ ਉਸ ਮਾਲਕ ਪਰਮਾਤਮਾ ਹੀ ਆਸ ਪੂਰੀ ਕਰ ਰਿਹਾ ਭਾਈ। ਇੱਕ ਬਸ ਉਹੀ ਮਾਲਕ ਪਰਮਾਤਮਾ ਹੈਗਾ, ਉਸੇ ਨੂੰ ਸਿਰਫ ਉਸੇ ਨੂੰ ਉਹੀ ਪੂਰਤੀ ਕਰ ਰਿਹਾ ਹੈ। ਸਾਰਿਆਂ ਦੀ ਇੱਕ ਮਾਲਕ ਪਰਮਾਤਮਾ ਪੂਰਤੀ ਕਰ ਰਿਹਾ ਹੈ। ਅਸਤ ਏਕ ਦਿਗਰ ਕੋਈ, ਏਕ ਤੂਈ। ਕਹਿੰਦੇ ਬਸ ਉਹੀ ਹਮੇਸ਼ਾ ਰਹਿਣ ਵਾਲਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈਗਾ, ਦਿਗਰ ਕੋਈ ਨਹੀਂ ਹੈਗਾ। ਇਸ ਤੋਂ ਅੱਗੇ ਅਗਲਾ ਵੀ ਸ਼ਲੋਕ ਮੈਂ ਲੈ ਲੈਣਾ ਹੈ। ਮਹੱਲਾ ਪਹਿਲਾ। ਪਰੰਦੇ ਨਾ ਗਿਰਾਹ ਜ਼ਰ। ਕਮਾਲ ਕੀਤੀ ਪਈ ਹੈ ਜੀ ਗੋਰਖੀ ਸਾਹਿਬ। ਦੇਖੋ ਕਹਿੰਦੇ ਦੱਸ ਮੈਨੂੰ ਇੱਕ ਚੀਜ਼ ਦੱਸ ਦੇ, ਜਿਹੜੇ ਪਕਸ਼ੀ ਹੁੰਦੇ ਆ, ਦੱਸਦੇ ਪਕਸ਼ੀ ਜਿਹੜੇ ਹੈਗੇ
ਉਹਨਾਂ ਦਾ ਕੋਈ ਜਿਹੜਾ ਹੈਗਾ ਪਕਸ਼ੀਆਂ ਦਾ ਜਿਹੜਾ ਹੈਗਾ ਜਰ ਕਹਿੰਦੇ ਆ, ਜਰ ਜ਼ਮੀਨ ਜੋਰੂ, ਜਰ ਮਤਲਬ ਜਿਹੜਾ ਧਨ ਦੌਲਤ ਕਹਿੰਦੇ ਉਹਨਾਂ ਦੀ ਕੋਈ ਧਨ ਦੌਲਤ ਹੁੰਦੀ ਹੈ, ਉਹਨਾਂ ਦੀ ਗਿਰਾਹ ਮਤਲਬ ਉਹਨਾਂ ਦੀ ਪਕੜ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਧਨ ਦੌਲਤ ਹੈਗੀ, ਉਹਨਾਂ ਦੇ ਪੱਲੇ ਦੇ ਵਿੱਚ ਕੋਈ ਧਨ ਹੈਗਾ ਪਕਸ਼ੀਆਂ ਦੇ ਕੋਲ। ਦਰਖਤ ਆਬ ਆਸ ਕਰੇ, ਪਕਸ਼ੀ ਤਾਂ ਜਿਹੜੇ ਹੈਗੇ ਉਹਨਾਂ ਵਿਚਾਰਿਆਂ ਨੇ ਦਰਖਤ ਤੇ ਬੈਠ ਜਾਣਾ ਤੇ ਪਾਣੀ ਜਿੱਥੇ ਹੈਗਾ ਨੇੜੇ ਤੇੜੇ ਪਾਣੀ ਦੇ ਨੇ ਜਾ ਕੇ ਪਾਣੀ ਪੀ ਲੈਣਾ। ਉਹਨਾਂ ਨੂੰ ਤਾਂ ਇੰਨੀ ਕੁ ਆਸ ਹੁੰਦੀ ਆ ਦਰਖਤ ਦੀ ਜਾਂ ਪਾਣੀ ਦੀ। ਤੂੰ ਦੱਸ ਉਹਨਾਂ ਨੂੰ ਰਿਜ਼ਕ ਕੌਣ ਦੇ ਰਿਹਾ ਆ? ਨਾ ਉਹਨਾਂ ਕੋਲ ਧਨ ਹੈਗਾ, ਕਿੱਥੋਂ ਬਿਜ਼ਨਸ ਕਿੱਥੋਂ ਖਰੀਦਣਗੇ ਜਾ ਕੇ, ਹੱਟੀ ਤੋਂ ਕਿੱਥੋਂ ਕੀ ਲੈ ਲੈਣਗੇ ਪਕਸ਼ੀ। ਪਰੰਦੇ ਨਾ ਗਿਰਾਹ ਜਰ, ਦਰਖਤ ਆਬ ਆਸ ਕਰ, ਦਰਖਤ ਤੇ ਆਬ ਕਹਿੰਦੇ ਪਾਣੀ, ਇੰਨੀ ਕੀ ਆਸ ਆ ਉਹਨਾਂ ਦੀ। ਦਿਹੰਦ ਸੂਈ ਏਕ ਤੂਹੀ, ਏਕ ਤੂਹੀ। ਦੱਸ ਉਹਨਾਂ ਨੂੰ ਕੌਣ ਦੇ ਰਿਹਾ ਹੈ ਭਾਈ? ਦਿਹੰਦ ਸੂਈ ਉਹਨਾਂ ਨੂੰ ਕੌਣ ਦੇ ਰਿਹਾ ਹੈ ਭਾਈ? ਦਿਹੰਦ ਮਤਲਬ ਦੇਣ ਵਾਲਾ। ਕੌਣ ਹੈ ਉਹਨਾਂ ਨੂੰ ਦੇਣ ਵਾਲਾ ਪਕਸ਼ੀਆਂ ਨੂੰ? ਉਹੀ ਹੈ ਸੂਈ, ਉਹੀ ਮਾਲਕ ਪਰਮਾਤਮਾ ਹੀ ਦੇਣ ਵਾਲਾ ਹੈ ਭਾਈ। ਏਕ ਤੂੰ ਹੀ, ਏਕ ਤੂੰ ਹੀ। ਸੂਈ ਮਤਲਬ ਸੋਈ, ਉਹੀ ਮਾਲਕ ਦੇਣ ਵਾਲਾ ਹੈ ਉਹਨਾਂ ਨੂੰ, ਸਾਰਿਆਂ ਨੂੰ ਦੇਣ ਵਾਲਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖ ਲਓ ਕਹਿੰਦੇ ਕਿ ਉਹ ਰਿਜ਼ਕ ਦੇਣ ਵਾਲਾ ਪ੍ਰਮਾਤਮਾ ਹੈ। ਚਾਹੇ ਉਹ ਕੋਈ ਪੰਛੀ ਹੈ, ਚਾਹੇ ਉਹ ਕੋਈ ਕੀੜਾ ਹੈ, ਉਹਦਾ ਰਿਜ਼ਕ ਉਹਨੂੰ ਮਿਲੇਗਾ। ਬਿਲਕੁਲ। ਕਿਤੇ ਦੇਖਿਆ ਤੇ ਕੀੜਾ ਭੁੱਖਾ ਮਰ ਗਿਆ ਜਾਂ ਕੀੜੀ ਮਰ ਗਈ, ਰੋਟੀ ਨਹੀਂ ਮਿਲੀ। ਸਾਡੀਆਂ ਰੋਟੀਆਂ ਥੋੜੀ ਖਾਂਦੇ ਉਹ ਤੇ ਉਹਨਾਂ ਨੇ ਆਪਣਾ ਅਰੇਂਜਮੈਂਟ ਕੀਤਾ, ਲੱਭਦੇ ਫਿਰਦੇ ਆ। ਕਿਤੇ ਪਰਿੰਦੇ ਟੈਨਸ਼ਨ ਲੈਂਦੇ ਆ ਕਿ ਅੱਜ ਰੋਟੀ ਮਿਲ ਗਈ ਹੈ ਤੇ ਕੱਲ ਕਿੱਥੋਂ ਮਿਲੂਗੀ, ਪਰਸੋਂ ਕਿੱਥੋਂ ਮਿਲੂਗੀ। ਕਿਤੇ ਟੈਨਸ਼ਨ ਚ ਸਾਰੇ, ਇਸੇ ਕਰਕੇ ਡਿਪਰੈਸ਼ਨ ਨਹੀਂ ਹੁੰਦਾ। ਇੱਕ ਫਕੀਰ ਸੀਗਾ ਇੱਕ ਫਕੀਰ ਸੀਗਾ ਗੋਰਖ ਸਾਹਿਬ, ਉਹਨੂੰ ਨਾ ਕਿਸੇ ਨੇ ਜਿਹੜਾ ਉਹ ਕਹਿੰਦਾ ਮੈਨੂੰ ਨਾ ਜਿਹੜਾ ਪਹਿਲਾਂ ਜਿਹੜੀ ਹੈਗੀ ਇਹ ਥੇਲੀ ਜਿਹੜੀ ਹੈਗੀ ਆਪਣੇ ਜਿਹੜਾ ਰੁਪਈਆ ਜਿਹੜਾ ਕਹਿੰਦੇ 1 ਰੁਪਈਆ ਦੇ ਦੇ ਮੈਨੂੰ, ਮੈਂ ਨਾ ਜਿਹੜਾ ਹੈਗਾ ਰੋਟੀ ਖਾ ਲੂੰਗਾ। ਤੇ ਕਿਸੇ ਨੇ ਉਹਨੂੰ ਨਾ 5 ਰੁਪਈਏ ਦੇ ਦਿੱਤੇ ਤੇ ਉਹਨੂੰ ਉਹ ਕਹਿੰਦਾ ਜਿਹੜਾ ਮੈਨੂੰ ਮੈਂ ਤੜਾ ਕੇ ਤੈਨੂੰ ਦੇ ਦੇਣਾ। ਤੇ ਉਹ ਕਹਿੰਦਾ ਨਹੀਂ ਤੂੰ ਰੱਖ ਲਾ, ਤੇਰੇ ਕੱਲ ਨੂੰ ਵੀ ਕੰਮ ਆਉਣਗੇ। ਕਹਿੰਦੇ ਮੈਂ ਤਾਂ ਤੇਰੇ ਰੱਖਣਾ ਹੀ ਨਹੀਂ ਆ। ਉਹ ਕਹਿੰਦਾ ਤੈਨੂੰ ਜਦ ਪਰਮਾਤਮਾ ਤੇ ਭਰੋਸਾ ਹੀ ਨਹੀਂ ਹੈਗਾ ਤੇ ਮੈਂ ਤੇਰੇ ਪੈਸੇ ਕਾਹਦੇ ਲਈ ਰੱਖਣੇ? ਤੇ ਜਿਹਨੇ ਅੱਜ ਦੇਊਗਾ ਤੇ ਕੱਲ ਨੂੰ ਵੀ ਦਊਗਾ ਉਹ ਕੱਲ ਨਾ ਦਊਗਾ ਹੈ। ਤੇ ਉਹ ਬੰਦਾ ਕਹਿੰਦਾ ਬੜਾ ਪਛਤਾਵਾ ਉਹਨੂੰ ਲੱਗਿਆ ਕਿ ਮੇਰੇ ਤੋਂ ਜ਼ਿਆਦਾ ਤੇ ਇਹਦਾ ਈਮਾਨ ਪੱਕਾ ਹੈ। ਕਿ ਉਹਨੂੰ ਪਤਾ ਹੈ ਰਿਜ਼ਕ ਮਿਲਣਾ। ਮੈਂ ਨਾ ਦੇਖਿਆ ਜ਼ਿੰਦਗੀ ਚ ਸਾਧ ਸੰਗਤ ਚ ਬੜੇ ਕੰਮ ਮੇਰੇ ਅੜੇ ਫੜੇ ਲੱਗਣੇ ਕਿ ਹੋਣੇ ਨਹੀਂ। ਉਹ ਆਪੇ ਅਰੇਂਜਮੈਂਟ ਕੀਤਾ ਹੋਇਆ ਆਲਰੇਡੀ। ਉਹ ਜਸਟ ਸਾਡੀ ਸੋਚ ਹੈ ਐ ਕੀ ਹੋਊਗਾ, ਏਦਾਂ ਕੀ ਹੋਊਗਾ। ਉਹ ਜਿਹੜੀ ਨਦੀ ਹੈ ਨਾ, ਨਦੀ ਉਹ ਆਟੋਮੈਟਿਕਲੀ ਸਾਨੂੰ ਪੁਸ਼ ਕਰਕੇ ਲੈ ਜਾਂਦੀ ਹੈ। ਜਿੱਦਾਂ ਪਾਣੀ ਦਾ ਬਹਾਓ ਵੇਖਿਆ ਤੁਸੀਂ ਹੱਥ ਪੱਲੇ ਜਿੰਨੇ ਮਰਜ਼ੀ ਮਾਰੋ, ਉਹ ਤੁਹਾਨੂੰ ਖਿੱਚੀ ਜਾਂਦੀ ਹੈ। ਤੁਹਾਡੇ ਹੱਥ ਪੈਰ ਮਾਰਨ ਦੇ ਬਾਵਜੂਦ ਵੀ ਤੁਹਾਨੂੰ ਧੂ ਕੇ ਪਤਾ ਨੀ ਕਿਤੇ ਤੇ ਕਿਤੇ ਲਈ ਜਾਂਦੀ ਹੈ। ਇਸੇ ਤਰ੍ਹਾਂ ਪ੍ਰਕਿਰਤੀ ਚ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਬਾਈ ਪ੍ਰੋਡਕਟ ਨੇ, ਹੋ ਰਹੀਆਂ ਨੇ। ਉਹਨਾਂ ਤੇ ਸਾਡਾ ਕੰਟਰੋਲ ਨਹੀਂ ਆ। ਜੇ ਤੁਸੀਂ ਕਹੋ ਨਾ ਕਿ ਮੇਰੀ ਸਿਆਣਪ ਸੀ, ਇਹ ਜਸਟ ਹੋਮੇ ਆ। ਉਹ ਕਈ ਵਾਰੀ ਆਪਾਂ ਕੰਮ ਕਰਦੇ ਹਾਂ ਉਹ ਸਿੱਧਾ ਚੱਲ ਜਾਂਦਾ ਹੈ, ਉਹ ਕਈ ਵਾਰੀ ਆਪਾਂ ਕੰਮ ਕਰਦੇ ਹਾਂ ਗਲਤ ਹੋ ਜਾਂਦਾ ਹੈ। ਉਹ ਬੰਦਾ ਬਾਅਦ ਚ ਕਹਿੰਦਾ ਕਿ ਮੈਂ ਡਿਸੀਜਨ ਲਿਆ। ਤੂੰ ਕੋਈ ਡਿਸੀਜਨ ਨਹੀਂ ਲਿਆ। ਤੇਰੇ ਚਿੱਤ ਤੇ ਉਦੋਂ ਹਾਂ ਦੇ ਲਈ ਆਈ ਸੀ ਸਿਗਨਲ ਤੇ ਤੂੰ ਹਾਂ ਕਹਿਤੀ ਤੇ ਤਾਂ ਤੂੰ ਉੱਥੇ ਪਹੁੰਚ ਗਿਆ। ਕਿਉਂਕਿ ਤੇਰੇ ਅੰਦਰ ਕੋਈ ਨਾ ਕੋਈ ਸਾਈਨ ਆਇਆ ਸੀ, ਕਿਸੇ ਨੇ ਤੈਨੂੰ ਗਾਈਡ ਕੀਤਾ ਸੀ ਕਿ ਆਹ ਕੰਮ ਕਰ ਲਾ, ਇਹ ਚੀਜ਼ ਲੈ ਲਾ, ਇੱਥੇ ਇੰਜ ਕਰ ਲਾ, ਇੱਥੇ ਹਾਂ ਕਹਿ ਦੇ, ਇੱਥੇ ਨਾ ਕਹਿ ਦੇ। ਔਰ ਬਾਅਦ ਦੇ ਵਿੱਚ ਤੂੰ ਵੇਖਿਆ ਕਿ ਉਹ ਨਾ ਕਹਿਣ ਚ ਉਹ ਹਾਂ ਕਹਿਣ ਚ ਕਿੰਨਾ ਫਾਇਦਾ ਹੋਇਆ। ਪਰ ਤੇਰਾ ਡਿਸੀਜਨ ਨਹੀਂ ਸੀ, ਉਹ ਤੇਰੇ ਅੰਦਰੋਂ ਆਤਮਾ ਦੀ ਆਵਾਜ਼ ਆਈ ਸੀ, ਤੈਨੂੰ ਗਾਈਡ ਕੀਤਾ ਕਿਸੇ ਨੇ। ਹਾਂਜੀ ਨਿਜਰ ਸਾਹਿਬ। ਅੱਗੇ ਫੇਰ ਮਹਾਰਾਜ ਜਿਹੜੇ ਹੈਗੇ ਅਖੀਰ ਦੇ ਵਿੱਚ ਜਿਹੜੇ ਹੈਗੇ ਹੁਣ ਇੱਕ ਸ਼ਲੋਕ ਹੋਰ ਲਗਾਇਆ, ਇਸ ਤੋਂ ਬਾਅਦ ਪੌੜੀ ਲਗਾਉਣਗੇ। ਉਸ ਸ਼ਲੋਕ ਦੇ ਵਿੱਚ ਕਹਿ ਰਹੇ ਮਹੱਲਾ ਪਹਿਲਾ, ਨਾਨਕ ਲਿਲਾਰ ਲਿਖਿਆ ਸੋਏ। ਕਹਿੰਦੇ ਜੋ ਮਾਲਕ ਨੇ ਤੇਰੇ ਮੱਥੇ ਦੇ ਉੱਤੇ ਤੇਰੀ ਪ੍ਰਾਲਬਧ ਲਿਖ ਦਿੱਤੀ ਆ, ਜੋ ਮਾਲਕ ਨੇ ਲਿਖ ਦਿੱਤਾ ਉਹ ਲਿਖਿਆ ਤੂੰ ਹੀ ਆ, ਕਮਾਇਆ ਤੂੰ ਹੀ ਆ। ਮਾਲਕ ਨੇ ਕਨਵਰਸ਼ਨ ਕਰਤੀ ਤੇਰਾ ਇਸ ਜਨਮ 'ਚ, ਉਹ ਮਿਲਣਾ ਹੈ ਤੈਨੂੰ। ਨਾਨਕ ਲਿਲਾਰ ਲਿਖਿਆ ਸੋਏ, ਮਿਟ ਨਾ ਸਾਖੇ ਕੋਈ ਉਹਨੂੰ ਮਿਟਾ ਨਹੀਂ ਸਕਦਾ ਪਾਏ, ਕਿਉਂਕਿ ਤੇਰੀ ਕਮਾਈ ਕੀਤੀ ਹੋਈ ਆ, ਤੈਨੂੰ ਮਿਲਣੋਂ ਕੋਈ ਰੋਕ ਨਹੀਂ ਸਕਦਾ। ਤੇਰੇ ਕਿੰਨੇ ਬੱਚੇ ਪੈਦਾ ਹੋਣੇ ਆ, ਕਿੰਨਾ ਧਨ ਮਿਲਣਾ ਹੈ, ਕਦੋਂ ਕਿੰਨਾ ਕੀ ਹੋਣਾ, ਮਾਲਕ ਜੋ ਪਿਛਲਾ ਤੇਰੇ ਸੰਸਕਾਰਾਂ ਦੇ ਨਾਲ ਹੈਗਾ ਉਹ ਤੈਨੂੰ ਮਿਲਣਾ ਹੈ।
ਅੱਗੇ ਹੁਣ ਜਿਹੜਾ ਹੈਗਾ ਤੈਨੂੰ ਉਹ ਸੰਸਕਾਰਾਂ ਦੇ ਅਧੀਨ ਤੈਨੂੰ ਚੱਲਣਾ ਪਊਗਾ। ਇਸ ਤੋਂ ਅੱਗੇ ਤੇਰੇ ਕੋਲ ਫਰੀडम ਹੈਗੀ। ਭਾਵੇਂ ਉਹ ਸੰਸਕਾਰਾਂ ਨੂੰ ਪਿਛਲਿਆਂ ਨੂੰ ਮਿਟਾ ਲਾ, ਭਾਵੇਂ ਉਹਨਾਂ ਨੂੰ ਹੋਰ ਅਗਲੇ ਜਨਮ 'ਚ ਵਾਧਾ ਕਰ ਲਾ ਉਹਨੂੰ ਕਾਰਨ ਸਰੀਰ ਦੇ ਵਿੱਚ। ਉਹ ਤੇਰੀ ਆਪਣੀ ਖੁਸ਼ੀ ਹੈਗੀ। ਨਾਨਕ ਲਲਾਰ ਲਿਖਿਆ ਸੋਏ, ਮੇਟ ਨਾ ਸਾਕੇ ਕੋਏ, ਕਲਾ ਧਰੈ ਹਿਰੈ ਸੂਈ। ਉਹਨੇ ਤੇਰੇ ਅੰਦਰ ਕਲਾ ਸ਼ਕਤੀ ਜਿਹੜੀ ਹੈ, ਤੇਰੇ ਅੰਦਰ ਚੇਤਨਤਾ ਪਾ ਦਿੱਤੀ ਆ ਸਰੀਰ ਦੇ ਦਿੱਤਾ ਤੇਰਾ, ਉਹਨੇ ਹਿਰ ਲੈਣੀ ਆ, ਲੈ ਲੈਣੀ ਆ, ਜਿਹਨੇ ਪਾਈ ਆ ਉਹਨੇ ਲੈ ਲੈਣੀ ਆ। ਇੱਕ ਤੂੰ ਹੀ ਉਹੀ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਬਾਣੀ ਫੇਰ ਸਾਨੂੰ ਸਮਝਾ ਰਹੀ ਹੈ, ਨਾਨਕ ਲਿਲਾਰ ਲਿਖਿਆ ਸੋਈ, ਜੋ ਤੇਰੇ ਨਸੀਬ 'ਚ ਤੇਰੇ ਲਿਖਿਆ ਹੈ ਨਾ, ਉਹ ਤੈਨੂੰ ਮਿਲਣਾ ਹੀ ਮਿਲਣਾ। ਦੇਖੋ ਪਤਾ ਕੀ ਹੁੰਦਾ ਹੈ, ਬੰਦਾ ਸੋਚਦਾ ਤੇ ਹੈ ਕਿ ਮੈਂ ਬੜੀਆਂ ਚਲਾਕੀਆਂ ਕੀਤੀਆਂ ਤੇ ਮੈਂ ਕਮਾਈ ਕਰ ਲਈ। ਮੈਂ ਕਿਉਂਕਿ ਤੂੰ ਓਨਾ ਹੀ ਲੈ ਸਕਦਾ ਜਿੰਨਾ ਤੇਰੀ ਬਾਲਟੀ 'ਚ ਕਪੈਸਿਟੀ ਹੈ, ਜ਼ਿਆਦਾ ਨਹੀਂ ਪਵਾ ਸਕਦਾ। ਸੋ ਇੱਥੇ ਪ੍ਰਕਿਰਤੀ ਦੇ ਵਿੱਚ ਜੋ ਸਾਨੂੰ ਮਿਲਦਾ ਹੈ ਨਾ, ਇਹਦੇ ਪਿੱਛੇ ਸਾਡੇ ਬੜੇ ਨਾ ਬੜਾ ਕੁਝ ਹੈ। ਤੁਸੀਂ ਵੇਖੋ ਕਿੰਨੇ ਪੜ੍ਹੇ ਲਿਖੇ ਬੰਦੇ ਨੇ ਉੱਥੇ ਨੌਕਰੀਆਂ ਕਰਦੇ ਫਿਰਦੇ, ਉਹਨਾਂ ਕੋਲੋਂ ਜਿਹੜੇ ਬੰਦੇ ਅਨਪੜ੍ਹ ਨੇ, ਬਿਲਕੁਲ ਨਹੀਂ ਪੜ੍ਹੇ ਲਿਖੇ, ਕਿੱਡੀਆਂ ਫੈਕਟਰੀਆਂ, ਕਿੱਡੀਆਂ ਇੰਡਸਟਰੀਆਂ ਦੇ ਮਾਲਕ ਹੈ, ਉਹਨਾਂ ਕੋਲ ਤਾਂ ਯੋਗਤਾ ਵੀ ਨਹੀਂ ਹੈਗੀ। ਕਿੱਦਾਂ ਮਾਲਕ ਬਣ ਗਏ? ਕਿਉਂਕਿ ਉਹਨਾਂ ਦੇ ਮੁਕੱਦਰ 'ਚ ਲਿਖੀਆਂ ਚੀਜ਼ਾਂ ਔਰ ਉਹਨਾਂ ਨੂੰ ਮਿਲਣੀਆਂ। ਹਾਂਜੀ ਨਜਰ ਸਾਹਿਬ। ਆਖਰੀ ਜਿਹੜਾ ਹੈਗਾ ਹੁਣ ਪੌੜੀ ਆ ਗਈ ਗੋਰਖੀ ਸਾਹਿਬ, ਬੜੀ ਕਮਾਲ ਦੀ ਪੌੜੀ ਹੈਗੀ ਹੈ। ਸੱਚਾ ਤੇਰਾ ਨਿਚੋੜ ਕੱਢ ਰਿਹਾ ਸਾਰਾ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ। ਕਹਿੰਦੇ ਤੇਰਾ ਹੁਕਮ ਸੱਚ ਹੈਗਾ ਭਾਈ। ਸੱਚ ਪਰਮਾਤਮਾ ਦਾ ਹੁਕਮ ਹੈ ਵੀ ਸੱਚ ਨੂੰ ਬੁੱਝ ਲਾ, ਸੱਚ ਦੇ ਨਾਲ ਜੁੜ ਲਾ, ਵਾਪਸ ਆ ਜਾ ਮੇਰੇ ਕੋਲ। ਤੂੰ ਆਪਣੀ ਆਤਮਾ ਨੂੰ, ਆਪਣੇ ਆਪ ਨੂੰ ਬੁੱਝ, ਤੂੰ ਕੌਣ ਹੈਗਾ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ। ਪਰ ਪਤਾ ਕਿਵੇਂ ਲੱਗਦਾ ਹੈ? ਪਤਾ ਗੁਰਮੁਖਾਂ ਤੋਂ ਲੱਗਦਾ ਹੈ। ਆ ਜਿਹੜੇ ਹੈਗੇ ਦੇਖ ਲਓ, ਪਹਿਲੀ ਪਾਤਸ਼ਾਹੀ ਜਿਹੜੀ ਹੈਗੀ, ਬ੍ਰਹਮ ਗਿਆਨੀ ਜਿਹੜੇ ਹੈਗੇ, ਬ੍ਰਹਮ ਗਿਆਨ ਤੋਂ, ਉਹਨਾਂ ਦੇ ਗਿਆਨ ਤੋਂ ਜਾਂ ਉਹਨਾਂ ਤੋਂ ਪਤਾ ਲੱਗਦਾ ਹੈ ਆਪਾਂ ਨੂੰ ਭਾਈ, ਜਾਣਿਆ ਜਾ ਸਕਦਾ ਹੈ ਹੁਕਮ। ਗੁਰਮਤੀ ਕੀ ਹੁਕਮ ਆ? ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਆ ਦੇਖੋ ਗੁਰਮਤ ਆ ਗਈ, ਗੁਰੂ ਦੀ ਮੱਤ ਆ ਗਈ, ਗੁਰਮੁਖਾਂ ਦੀ ਮੱਤ ਆ ਗਈ। ਇਹਦੇ ਨਾਲ ਕੀ ਹੋਣਾ ਹੈ? ਕਹਿੰਦੇ ਆਪਣੇ ਆਪ ਨੂੰ ਪਛਾਣ ਲਾ ਪਿਆਰਿਆ, ਆਪਣੇ ਆਪ ਨੂੰ ਗਵਾ ਦੇ। ਆਪਣੇ ਜਿਹੜਾ ਫੋਕਾ ਤੇਰਾ ਜਿਹੜਾ ਹੈਗਾ, ਸਰੀਰ ਨੂੰ ਸਮਝ ਬੈਠਾ ਹੈ ਸਾਰਾ ਕੁਛ, ਮੈਂ ਮੇਰੀ ਤੇਰੀ ਜਿਹੜੀ ਹੈਗੀ ਹਉਮੈ, ਇਹਨੂੰ ਗਵਾ ਦੇ। ਸੱਚ ਨੂੰ ਪਛਾਣ ਲਾ, ਗੁਰਮੁਖਾਂ ਕੋਲੋਂ ਜਾਣ ਲਾ ਸੱਚ ਨੂੰ ਤੇ ਪਛਾਣ ਲਾ ਉਹਨੂੰ, ਤੇ ਉਹ ਕਾਰਵਾਈ ਕਰ ਆਪਣੀ ਹਉਮੈ ਗਵਾਉਣ ਦੀ, ਗੁਰੂ ਦੀ ਮੱਤ ਲੈ ਕੇ। ਫਿਰ ਕੀ ਹੋਏਗਾ? ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ। ਤੇਰੇ ਕੋਲ ਸ਼ਬਦ ਦਾ ਨਿਸ਼ਾਨ ਆ ਜਾਏਗਾ, ਵੀਜ਼ਾ ਆ ਜਾਏਗਾ ਦਰਬਾਰ ਦਾ, ਮਾਲਕ ਪਰਮਾਤਮਾ ਦੇ ਸੱਚੇ ਦਰਬਾਰ ਦਾ, ਹਮੇਸ਼ਾ ਵਾਸਤੇ ਮਾਲਕ ਦੇ ਨਾਲ ਰਹਿਣ ਦਾ। ਤੇਰੇ ਅੰਦਰ ਹੀ ਦਰਬਾਰ ਖੁੱਲ ਜਾਏਗਾ, ਉਹਦਾ ਦਰ। ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਕਹਿੰਦੇ ਸੱਚਾ ਸ਼ਬਦ ਆ, ਵਿਚਾਰ ਕਰ ਲਾ ਪਿਆਰਿਆ। ਇਹ ਧਿਆਨ ਸਿਮਰਨ ਭਗਤੀ, ਇਹ ਮਨ ਨੂੰ ਖੜਾ ਕਰਨਾ, ਵਿਚਾਰ ਬੰਦ ਕਰਨੇ, ਤੇ ਸੱਚ ਦੇ ਵਿੱਚ ਸਮਾ ਜਾਏਗਾ, ਇਹ ਗੇਮ ਚੋਂ ਬਾਹਰ ਆ ਜਾਏਗਾ। ਹੁਣ ਅੱਗੇ ਜਿਹੜੇ ਨਹੀਂ ਕਰਦੇ, ਜਿਹੜੇ ਨਹੀਂ ਇਹ ਗੁਰੂ ਦੀ ਮੱਤ ਲੈਂਦੇ, ਜਿਹੜੇ ਨਹੀਂ ਭਗਤੀ ਕਰਦੇ, ਨਹੀਂ ਇਸ ਰਸਤੇ ਤੇ ਤੁਰਦੇ, ਆਪੋਜ਼ਿਟ ਜਿਹੜੇ ਦੂਸਰਾ ਰਸਤਾ ਅਖਤਿਆਰ ਕਰਦੇ ਆ, ਮਾਇਆ ਦਾ, ਆਕਾਰ ਦਾ, ਪਦਾਰਥਾਂ ਦਾ, ਸਵਾਦ ਦਾ, ਉਹ ਮਨ ਦੇ ਪਿੱਛੇ ਚੱਲ ਰਹੇ ਭਾਈ। ਉਹ ਗੁਰਮੁਖ ਨਹੀਂ ਹੈ, ਗੁਰੂ ਦੀ ਮੱਤ ਨਹੀਂ ਲੈ ਰਹੇ, ਮਨ ਦੀ ਮੱਤ ਚੱਲ ਰਹੀ। ਮਨ ਦੀ ਮੱਤ ਦੇ ਨਾਲ ਮਨਮੁਖ ਸਦਾ ਕੂੜਿਆਰ ਭਰਮੇ ਭੁਲਾਣਿਆ। ਕਹਿੰਦਾ ਹਮੇਸ਼ਾ ਕੂੜਿਆਰ ਰਹੂਗਾ, ਝੂਠ ਦੇ ਨਾਲ ਲੱਗਿਆ ਰਹੂਗਾ, ਕਿਉਂਕਿ ਜੋ ਕੁਛ ਦਿਸ ਰਿਹਾ ਹੈ, ਸਵਾਦ, ਆਕਾਰ, ਜੋ ਕੁਛ, ਇਹ ਝੂਠ ਹੈਗਾ, ਇਹ ਸੱਚ ਨਹੀਂ ਹੈਗਾ। ਇਹ ਸ਼ਕਤੀ ਹੈ ਮਾਲਕ ਪਰਮਾਤਮਾ ਦੀ। ਉਹਨੇ ਸ਼ਕਤੀ ਦੇ ਨਾਲ ਸਾਰਾ ਜਾਦੂਗਰ ਨੇ ਜਾਦੂ ਦੇ ਨਾਲ ਬਣਾਇਆ ਹੋਇਆ ਹੈ, ਉਹਦੇ ਪਿੱਛੇ ਉਹਦੀ ਸ਼ਕਤੀ ਹੈਗੀ। ਮਨਮੁਖ ਸਦਾ ਕੁੜਿਆਰ ਭਰਮੇ ਭੁਲਾਣਿਆ। ਐਸੇ ਭਰਮ 'ਚ ਭੁੱਲਿਆ ਰਹਿੰਦਾ ਹੈ ਭਾਈ, ਤੇ ਗੇੜੇ ਦੇ ਗੇੜੇ ਦੇਈ ਜਾਂਦਾ ਹੈ ਜਨਮ ਮਰਨ ਦੇ। ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ। ਕਹਿੰਦੇ ਉਹਦਾ ਵਿਸ਼ਟਾ ਦੇ ਵਿੱਚ ਵਾਸ ਹੈ, ਗੰਦਗੀ ਦੇ ਵਿੱਚ ਵਾਸ ਹੈ, ਚੋਗੇ ਦੇ ਵਿੱਚ, ਸਵਾਦ ਦੇ ਵਿੱਚ, ਮੱਛੀ ਦੇ ਮੂੰਹ ਦੇ ਵਿੱਚ ਜਿਹੜਾ ਹੈਗਾ, ਗੰਡੋਏ ਦੇ ਵਿੱਚ ਵਾਸ ਹੈ ਉਹਦਾ। ਤੇ ਅਸਲੀ ਸਵਾਦ ਨਾਮ ਦਾ, ਅੰਮ੍ਰਿਤ ਦਾ, ਰਸ ਦਾ, ਅਸਲੀ ਜਿਹੜਾ ਹੈਗਾ ਉਹਦਾ ਸਵਾਦ ਜਾਣਦਾ ਹੀ ਨਹੀਂ ਹੈ। ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ, ਵਿਣ ਨਾਮੈ ਦੁੱਖ ਪਾਏ ਆਵਣ ਜਾਣਿਆ। ਨਾਮ ਤੋਂ ਬਗੈਰ ਪਾਏ, ਉਹਦੀ ਆਪਣੀ ਚੁਆਇਸ ਹੈਗੀ ਆ, ਤੇ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਭਾਈ। ਇਸ ਤੋਂ ਵੱਧ ਨਹੀਂ ਕੁਛ ਹੁੰਦਾ, ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ।
ਕਹਿੰਦੇ ਪਾਰਖੂ ਉਹ ਹੈਗਾ, ਇਹ ਹੁਣ ਇਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਪਾਰਖੂ ਹੈਗਾ। ਉਹਨੇ ਤਾਂ ਖੋਟੇ ਖਰੇ ਪਛਾਣਨੇ ਆ, ਉਹਨੇ ਤਾਂ ਪਰਖ ਕੇ ਖਜ਼ਾਨੇ 'ਚ ਪਾ ਲੈਣੇ ਆ। ਪਰ ਮਹਾਰਾਜ ਕਹਿੰਦੇ ਆ ਪਾਰਖੂ ਤੂੰ ਆਪ ਵੀ ਹੈਗਾ ਹੈ ਪਿਆਰਿਆ। ਤੂੰ ਆ ਗੁਰੂ ਦੀ ਮੱਤ, ਗੁਰੂ ਦੀਆਂ ਅੱਖਾਂ ਲੈ ਲਾ, ਗਿਆਨ ਲੈ ਕੇ ਤੇ ਪਰਖ ਲਾ ਆਪਣੇ ਆਪ ਨੂੰ। ਖੋਟੇ ਨੂੰ ਤੇ ਖਰੇ ਨੂੰ ਪਛਾਣ ਲਾ ਤੇ ਖੋਟੇ ਨੂੰ ਛੱਡ ਕੇ ਖਰੇ ਵੱਲ ਨੂੰ ਤੁਰ ਪਾ। ਨਾਨਕ ਆਪਾਂ ਨੇ ਪਾਰਖ ਆਪ ਕਰਨਾ ਹੈ, ਆਪਾਂ ਨੇ ਪਰਖਣਾ ਹੈ ਭਾਈ। ਆਪਣੇ ਆਪ ਨੂੰ ਆਪਾਂ ਨੇ ਪਰਖਣਾ ਹੈ ਵੀ ਮੈਂ ਕੀ ਲੈ ਰਿਹਾ ਹਾਂ, ਮੇਰੀ ਕੀ ਚੁਆਇਸ ਹੈਗੀ ਆ। ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਪਾਰਖੂ ਬਣੋ, ਖੋਟੇ ਤੇ ਖਰੇ ਨੂੰ ਵਿੱਚ ਜੋ ਫਰਕ ਹੈ ਉਹਨੂੰ ਭੇਦ ਨੂੰ ਜਾਣੋ। ਤੇ ਮਨਮੁਖ ਕਿਹੜਾ ਹੈ, ਕਹਿੰਦੇ ਜਿਹਦੇ ਜ਼ਿੰਦਗੀ ਝੂਠ ਹੈ। ਤੁਸੀਂ ਵੇਖ ਲਓ, ਜੇਕਰ ਤੁਸੀਂ ਝੂਠ ਬੋਲ ਰਹੇ ਜੋ, ਝੂਠਾ ਜੀਵਨ ਬਤੀਤ ਕਰ ਰਹੇ ਜੋ, ਤੁਸੀਂ ਫਿਰ ਮਨਮੁਖ ਜੋ। ਤੇ ਜੇਕਰ ਥੋੜਾ 10-20% ਤੁਹਾਡੇ ਜੀਵਨ 'ਚ ਸੱਚ ਹੈਗਾ ਤੇ ਤੁਸੀਂ ਗੁਰਮੁਖ ਜੋ। ਇਹ ਸਿੰਪਲ ਜੀ ਗੱਲ ਹੈ, ਇਹ ਜੇ ਦੋ ਰਿਆ ਨਹੀਂ। ਇਹ ਡਜ਼ਨਟ ਮੈਟਰ ਕਿ ਤੁਸੀਂ ਅੰਮ੍ਰਿਤ ਛਕਿਆ, ਤੁਸੀਂ ਕਿੰਨੇ ਘੰਟੇ ਗੁਰਦੁਆਰੇ ਲਾਏ, ਤੁਸੀਂ ਵੇਖ ਲਓ ਤੁਹਾਡੇ ਜੀਵਨ 'ਚ ਕਿੰਨਾ ਕੁ ਸੱਚ ਹੈ। ਇਹ ਤੁਹਾਨੂੰ ਦੱਸ ਦੇਗਾ ਕਿ ਤੁਸੀਂ ਗੁਰਮੁਖ ਹੋ ਜਾਂ ਮਨਮੁਖ ਹੋ। ਤੇ ਪ੍ਰਮਾਤਮਾ ਦਾ ਦਰਬਾਰ ਸੱਚਾ ਹੀ ਹੈ ਜੀ, ਬਿਲਕੁਲ। ਤੇ ਉਹ ਜਿਹੜਾ ਉਸ ਦਰਬਾਰ, ਉੱਥੇ ਸੱਚ ਦੀ ਕੀਮਤ ਹੈ, ਝੂਠ ਦੀ ਕੋਈ ਵੈਲਿਊ ਨਹੀਂ। ਉੱਥੇ ਝੂਠ ਐਕਸੈਪਟ ਨਹੀਂ ਹੁੰਦਾ। ਤੇ ਇਹ ਚੀਜ਼ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ। ਤੇ ਜਿਹੜਾ ਬੰਦਾ ਕੂੜ ਦੇ ਵਿੱਚ ਆ, ਭਰਮ ਦੇ ਵਿੱਚ ਫਸਿਆ, ਭੁੱਲਿਆ ਪਿਆ, ਤੇ ਜਿਹਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ ਤੇ ਮਾਇਆ ਦੇ ਨਾਲ ਚਿੰਬੜਿਆ ਹੋਇਆ, ਉਹ ਕਹਿੰਦੇ ਆ ਕਿ ਫਿਰ ਉਹ ਵਧੀਆ ਚੀਜ਼ ਨਹੀਂ ਹੈ। ਤੇ ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ, ਬਹੁਤ ਕਮਾਲ ਦੀ ਹੈ। ਦੇਖ ਲਓ ਗੋਰਖੀ ਸਾਹਿਬ ਜਿੰਨੇ ਵੀ ਸ਼ਲੋਕ ਲਾਏ ਸੀ, ਇਹਦੀ ਅਖੀਰ ਦੇ ਵਿੱਚ ਰਿਜ਼ਲਟ ਦੇਖ ਲਓ ਕਿੱਥੇ ਲਿਆ ਕੇ ਕੱਢਿਆ। ਹਾਂ ਬਿਲਕੁਲ, ਉਹ ਸਾਨੂੰ ਸਮਝਾ ਰਹੇ ਜੀ, ਸਾਨੂੰ ਇਹ ਕਹਿ ਰਹੇ ਨੇ ਕਿ ਉਹ ਕਹਿੰਦੇ ਮੇਰੇ ਕਹਿ ਨੂੰ ਨਾ ਸੁਣੋ, ਨਾਨਕ ਪਰਖ ਆਪ ਜਿਨ ਖੋਟਾ ਖਰਾ ਪਛਾਣੇ। ਤੁਸੀਂ ਆਪ ਖੋਟੇ ਤੇ ਖਰੇ ਦੀ ਪਛਾਣ ਕਰੋ। ਜਿਸ ਤਰ੍ਹਾਂ ਤੁਸੀਂ ਗਲਤ ਸਬਜ਼ੀ ਨਹੀਂ ਖਰੀਦਦੇ, ਗਲਤ ਫਰੂਟ ਨਹੀਂ ਖਰੀਦਦੇ, ਗਲਤ ਕੱਪੜਾ ਨਹੀਂ ਖਰੀਦਦੇ, ਮਾੜਾ ਮਕਾਨ ਨਹੀਂ ਖਰੀਦਦੇ, ਤੇ ਫਿਰ ਸੱਚ ਤੇ ਝੂਠ ਦੇ ਵਿੱਚ ਵੀ ਜੋ ਫਰਕ ਹੈਗਾ ਉਹਨੂੰ ਪਛਾਣ ਕੇ ਲਓ। ਐਵੇਂ ਨਾ ਖਰੀਦੀ ਜਾਓ, ਕਿਉਂਕਿ ਤੁਹਾਡੇ ਵੱਲੋਂ ਜੋ ਵੀ ਤੁਸੀਂ ਬਿਜ਼ਨਸ ਕਰਨਾ ਹੈ ਉਹਨੇ ਤੁਹਾਡਾ ਅਗਲਾ ਜੀਵਨ ਨਿਰਧਾਰਿਤ ਕਰਨਾ ਹੈ, ਤੁਹਾਡਾ ਫੈਸਲਾ ਹੋਣਾ ਹੈ। ਇਸ ਕਰਕੇ ਐਵੇਂ ਅੱਖਾਂ ਬੰਦ ਕਰਕੇ ਨਾ ਸਮਾਨ ਖਰੀਦੀ ਜਾ, ਕਿਉਂਕਿ ਸਮਾਨ ਹੈ ਤੂੰ ਫਰੂਟ ਦੀ ਦੁਕਾਨ ਤੇ ਬੈਠਾ ਵਾ। ਬਿਲਕੁਲ ਬੈਠਾ ਆ, ਬਿਲਕੁਲ ਬੈਠਾ ਹੈ। ਹਜੇ ਤੇਰੇ ਕੋਲ ਆਪਸ਼ਨ ਹੈਗਾ ਜੀ, ਮੁੜ ਕੇ ਆਪਸ਼ਨ ਨਹੀਂ ਹੋਣਾ ਕਿ ਉਹ ਤੂੰ ਖਰੀਦ ਲਿਆ, ਫਿਰ ਮੁਸ਼ਕਿਲ ਹੋ ਜਾਏਗੀ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਹਾਂਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ ਕਿ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣਾ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦੇ ਨਿਰੁਕਤਾ ਤੰਦਰੁਸਤੀ ਬਖਸ਼ਣੀ, ਘਰ ਵਿੱਚ ਸੁਖ ਸ਼ਾਂਤੀ ਬਖਸ਼ਣੀ, ਕਾਰੋਬਾਰ ਚ ਵਾਧੇ ਪਾਉਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।